ਕਹਿੰਦੇ ਆ ਜੇਠ ਹਾੜ ਦੀਆਂ ਧੁੱਪਾਂ ਦਾ ਸਤਾਇਆ ਜੱਟ ਸਾਧ ਹੋ ਜਾਂਦਾ ਹੈ, ਪਰ ਸਾਧ ਬਣ ਕੇ ਜੱਟ ਦੀ ਮੁਕਤੀ ਹੁੰਦੀ ਹੈ। ਜੱਟ ਦੀ ਤਾਂ ਰੱਬ ਨੂੰ ਕੱਢੀ ਗਾਲ ਵੀ ਮਾਫ ਹੁੰਦੀ ਹੈ। ਇਸੇ ਲਈ ਬੱਬੂ ਮਾਨ ਲਿਖਦਾ ਹੈ, ਸਾਡੇ ਵਾਰੀ ਲੱਗਦਾ ਮਾਨਾ ਰੱਬ ਵੀ ਹੋ ਗਿਆ ਕਾਣਾ, ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ। ਹੜ੍ਹਾਂ ਦੀ ਗੱਲ ਚੱਲ ਰਹੀ ਹੈ ਤੇ ਹੜ੍ਹਾਂ ਦੇ ਦੌਰ 'ਚ ਗੱਲਾਂ ਬਹੁਤ ਸਾਰੀਆਂ ਹੋ ਰਹੀਆਂ ਨੇ, ਪਰ ਇਹ ਕਿਸਾਨ ਦਾ, ਜੱਟ ਦਾ ਕੁਦਰਤ ਨਾਲ, ਰੱਬ ਨਾਲ, ਧਰਤੀ ਨਾਲ, ਬਾਇਓਡਿਵਰਸਿਟੀ ਨਾਲ ਰਿਸ਼ਤਾ ਕੀ ਹੁੰਦਾ ਸੀ। ਕਹਿੰਦੇ ਆ ਕੀੜਿਆਂ ਦੇ ਭੌਣ ਜੱਟ ਉਜਾੜਦਾ ਨਹੀਂ ਸੀਗਾ। ਕੀੜਿਆਂ ਦੇ ਭੌਣ ਤੋਂ ਲੈ ਕੇ ਹਰ ਕੀੜਾ ਪਤੰਗਾ ਜੋ ਖੇਤ 'ਚ ਹੁੰਦਾ ਸੀਗਾ, ਉਹਦੇ ਨਾਲ ਉਹਦਾ ਬੜਾ ਪਿਆਰ ਦਾ ਰਿਸ਼ਤਾ ਹੁੰਦਾ ਸੀਗਾ। ਇਹ ਕਿਵੇਂ ਬਦਲਦਾ ਗਿਆ, ਕਿਵੇਂ ਪੰਜਾਬ ਬਦਲਿਆ ਤੇ ਕਿਵੇਂ ਫਿਰ ਹੜ੍ਹ ਆ ਕੇ ਪੰਜਾਬ ਦੇ ਸਾਹਮਣੇ ਖੜੇ ਹੋ ਜਾਂਦੇ ਆ, ਜਿਹਦੇ 'ਚੋਂ ਨਾ ਕਿਸਾਨ ਦੀ ਮੁਕਤੀ ਹੁੰਦੀ ਹੈ ਤੇ ਨਾ ਜੱਟ ਦੀ ਮੁਕਤੀ ਹੁੰਦੀ ਹੈ। ਤੇ ਇਸੇ ਕਰਕੇ ਪੰਜਾਬ 'ਚ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ, ਖਾਸ ਤੌਰ 'ਤੇ ਜਦੋਂ ਇਹ ਦੌਰ ਜਿਸ 'ਚ ਅਸੀਂ ਡੁੱਬ ਰਹੇ ਹਾਂ, ਜਿਸ ਸਾਡੀਆਂ ਜ਼ਮੀਨਾਂ ਡੁੱਬ ਗਈਆਂ, ਜਿਸ 'ਚ ਅਸੀਂ ਸਰਕਾਰਾਂ ਨੂੰ ਗਾਲਾਂ ਕੱਢ ਰਹੇ ਹਾਂ, ਜਿਸ 'ਚ ਅਸੀਂ ਪ੍ਰਸ਼ਾਸਨ ਨੂੰ ਗਾਲਾਂ ਕੱਢ ਰਹੇ ਹਾਂ, ਜਿਸ 'ਚ ਅਸੀਂ ਸਭ ਕੁਝ ਕਹਿ ਰਹੇ ਹਾਂਗੇ, ਪਰ ਕੀ ਅਸੀਂ ਅੰਦਰ ਝਾਕ ਰਹੇ ਹਾਂ ਆਪਣੇ? ਅਸੀਂ ਕੌਣ ਆ, ਕਿੱਥੋਂ ਆਏ ਸੀ, ਸਾਨੂੰ ਕੀ ਹੋ ਗਿਆ, ਅਸੀਂ ਇਹੋ ਜਿਹੇ ਕਿਉਂ ਹੋ ਗਏ, ਅਸੀਂ ਆਪਣੇ ਬੰਦੇ ਹੋਣ ਦੀਆਂ ਸ਼ਰਤਾਂ ਕਿਉਂ ਖੋ ਦਿੱਤੀਆਂ? ਇਹ ਸਾਰੀਆਂ ਗੱਲਾਂ 'ਤੇ ਗੱਲ ਕਰਾਂਗੇ। ਅਜੇਪਾਲ ਬਰਾੜ ਸਾਡੇ ਨਾਲ ਨੇ, ਗੱਲਬਾਤ ਕਰਦੇ ਉਹਨਾਂ ਦੇ ਨਾਲ। ਇਹ ਆਈਡੀਆ ਆਫ ਪੰਜਾਬ ਕੀ ਹੈਗਾ ਨੇਚਰ ਦਾ, ਕੁਦਰਤ ਨੂੰ ਲੈ ਕੇ ਪੰਜਾਬ ਦਾ ਰਿਸ਼ਤਾ ਕੀ ਰਿਹਾਗਾ, ਜਾਂ ਧਰਤੀ ਦਾ ਰਿਸ਼ਤਾ ਕੀ ਰਿਹਾ, ਜਾਂ ਦੁਨੀਆ ਦਾ ਰਿਸ਼ਤਾ ਕੀ ਰਿਹਾ? ਗੱਲਾਂ ਬਾਤਾਂ ਕਰਦੇ ਹਾਂ। ਸਵਾਗਤ ਹੈ ਬਾਈ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹੀਏ, ਕਿੱਥੋਂ ਟੁੱਟ ਗਿਆ ਬੰਦਾ, ਕਿੱਥੋਂ ਟੁੱਟ ਗਈ ਕੁਦਰਤ ਦੇ ਨਾਲ ਜਿਹੜੀ ਉਹ ਜੱਟ ਦੀ ਸਾਂਝ ਸੀ, ਜਿੱਥੇ ਜਦੋਂ ਰੱਬ ਨੂੰ ਗਾਲ ਕੱਢਦਾ ਸੀਗਾ ਤਾਂ ਰੱਬ ਨਾਰਾਜ਼ ਨਹੀਂ ਹੁੰਦਾ ਸੀਗਾ, ਤੇ ਹੁਣ ਐਂ ਲੱਗਦਾ ਗਾ ਕਿ ਰੱਬ ਹੀ ਜੱਟ ਤੋਂ ਸਭ ਤੋਂ ਜ਼ਿਆਦਾ ਨਾਰਾਜ਼ ਆਗਾ। ਮੇਰਾ ਖਿਆਲ ਆਪਾਂ ਜੇ ਵੈਸੇ ਤਾਂ ਜਿਹੜਾ ਆਪਣਾ ਨੁਕਸਾਨ ਸ਼ੁਰੂ ਹੋਇਆ ਉਹ ਤਾਂ ਜਦੋਂ ਵੈਸਟ ਇੱਥੇ ਆਇਆ ਜਾਂ ਜਦੋਂ ਪੱਛਮ ਦੀ ਸੱਭਿਅਤਾ ਆਈ, ਉਹਦੇ ਨਾਲ ਜਦੋਂ ਪੰਜਾਬ ਉਹਨਾਂ ਨੇ ਆਕਿਊਪਾਈ ਕੀਤਾ ਅਤੇ ਬਸਤੀਵਾਦੀ ਉਹਨਾਂ ਨੇ ਆਪਦੀ ਸ਼ੁਰੂਆਤ ਕੀਤੀ, ਉਹਦੇ ਨਾਲ ਹੋਇਆ। ਪਰ ਜੇ ਆਪਾਂ ਪਿਛਲੇ ਪੰਜਾਬ 'ਚ ਜਾਈਏ, ਉਦੋਂ ਪਹਿਲਾਂ ਦੇ ਪੰਜਾਬ 'ਚ ਜਾਂਦੇ ਹਾਂ, ਜਾਂ ਇਹ ਕਹਿ ਲਓ ਵੀ ਸਿੰਧ ਘਾਟੀ ਦੀ ਸੱਭਿਅਤਾ 'ਚ ਜਾਂਦੇ ਹਾਂ, ਬਹੁਤ ਪੁਰਾਣਾ ਤਾਂ ਚਲੋ ਸਾਡੇ ਸਾਹਮਣੇ ਹੁਣ ਆ ਰਿਹਾ ਕਿ ਕਿਵੇਂ ਮਹੰਜੋਦਾਰੋ ਦੀ ਸੀਗੀ ਇੱਥੇ, ਜਾਂ ਕਿਵੇਂ ਉਹ ਖਤਮ ਹੋਈ, ਸਿਵਲਾਈਜੇਸ਼ਨਸ ਖਤਮ ਹੋਈਆਂ। ਪਰ ਉਦੋਂ ਬਾਅਦ ਦੇ ਵੀ ਬੜੇ ਸੋਹਣੇ ਅਕਾਊਂਟ ਸੀਗੇ ਆ ਕਈ ਮਿਲਦੇ। ਜਦੋਂ ਅਲ ਬਰੂਨੀ ਇੱਥੇ ਆਉਂਦਾ ਤਾਂ ਦਰਿਆਵਾਂ ਦਾ ਪਾਣੀ ਬਹੁਤ ਸੋਹਣਾ ਮਿੱਠਾ ਦੱਸਦਾ। ਉਹ ਇੱਥੇ ਦੱਸਦਾ ਕਿ ਇੱਥੇ ਕਿਸ ਤਰੀਕੇ ਦਾ ਫਲੋਰਾ ਅਤੇ ਫੌਨਾ, ਕਿਸ ਤਰੀਕੇ ਦੇ ਜੀਵ ਮਿਲਦੇ ਸੀ, ਕਿਸ ਤਰੀਕੇ ਗੈਂਡੇ ਹੁੰਦੇ ਸੀਗੇ, ਹੋਰ ਡੋਲਫਿਨਸ ਤਾਂ ਅੱਜ ਵੀ ਖੈਰ ਚਲੋ ਮਿਲਦੀਆਂ ਪਰ ਬਹੁਤ ਘੱਟ ਹੋ ਗਈਆਂ, ਅਤੇ ਹੋਰ ਬੜੇ ਤਰ੍ਹਾਂ ਦੇ ਜਿਹੜੇ ਜਾਨਵਰ ਮਿਲਦੇ ਸੀਗੇ। ਉਦੋਂ ਬਾਅਦ ਇੱਥੋਂ ਤੱਕ ਕਿ ਵੀ ਜਿਹੜਾ ਉਸਮਾਨੀਆ ਸਾਮਰਾਜ ਸੀਗਾ ਤੁਰਕੀ ਦਾ, ਉਹਨਾਂ ਨੇ ਆਪਦਾ ਇੱਕ ਐਡਮਿਰਲ ਰਈਸ ਸਈਦ ਉਹਦਾ ਨਾਂ ਸੀ, ਉਹ ਭੇਜਿਆ ਕਿ ਵੀ ਤੂੰ ਸਿੰਧ ਵਾਲੇ ਪਾਸਿਓਂ ਦਰਿਆ ਦੇ ਉੱਤੇ ਜਾਣਾ ਸ਼ੁਰੂ ਕਰ ਅਤੇ ਵੇਖ ਕਿੱਥੋਂ ਤੱਕ ਆਪਾਂ ਦਰਿਆਵਾਂ 'ਚ ਜਾ ਸਕਦੇ ਹਾਂ। ਅਤੇ ਉਹਨੇ ਬੜੇ ਸੋਹਣੇ ਅਕਾਊਂਟਸ ਲਿਖੇ। ਉਹ ਬਾਬਰ ਤੋਂ ਕੋਈ 40 ਸਾਲ ਪਹਿਲਾਂ ਆਇਆ। ਬਾਬਰ ਬੜੇ ਸੋਹਣੇ ਆਪਦੇ ਬਾਬਰਨਾਮੇ 'ਚ ਅਕਾਊਂਟਸ ਲਿਖਦਾ। ਖੇਤੀਬਾੜੀ ਦਾ ਸਿਸਟਮ ਡਿਫਰੈਂਟ ਸੀ। ਪੋਟਿੰਗਰ ਬਾਅਦ 'ਚ ਆਉਂਦਾ ਜਦੋਂ 1811 'ਚ, ਉਦੋਂ ਵੀ ਬੜੇ ਸੋਹਣੇ ਅਕਾਊਂਟਸ ਆਉਂਦੇ ਹੈਗੇ ਆ। ਹਾਲਾਂਕਿ ਉਦੋਂ ਤੱਕ ਬਹੁਤ ਕੁਛ ਬਦਲਦਾ ਜਾਂਦਾ ਸੀਗਾ, ਬਟ ਇੰਨਾ ਨਹੀਂ ਬਦਲਿਆ ਸੀ ਜਿਵੇਂ ਅੱਜ ਜੋ ਆਪਾਂ ਬਦਲ ਦਿੱਤਾ ਹੈਗਾ। ਪੋਟਿੰਗਰ ਇਹ ਦੱਸਦਾ ਕਿ ਵੀ ਮੁਲਤਾਨ ਤੋਂ ਲੈ ਕੇ ਕਰਾਚੀ ਦੀ ਜਿਹੜੀ ਬੰਦਰਗਾਹ, ਉੱਥੇ ਲਾਹੌਰ ਹੀ ਬੰਦਰਗਾਹ ਹੁੰਦੀ ਸੀ ਜਿਹੜੀ ਖਰਾਜ ਦੀ ਬੰਦਰਗਾਹ ਸੀਗੀ, ਉੱਥੋਂ ਤੱਕ ਤਕਰੀਬਨ ਮਤਲਬ ਫਲੈਟ ਬੋਟਸ ਜਾਂਦੀਆਂ ਸੀਗੀਆਂ, ਜਿਹਨਾਂ 'ਚ 300 ਟਨ ਤੱਕ ਦਾ ਸਮੱਗਰੀ ਭੇਜੀ ਜਾਂਦੀ ਸੀ, ਜਿਹੜੀ 4 ਮੀਲ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਸੀ। ਜਿਹੜੀ ਖੇਤੀਬਾੜੀ ਸੀ ਉਹਦੇ ਉੱਤੇ ਮਤਲਬ ਆਪਣੇ ਕੋਲ ਜਿਹੜੇ ਪੱਛਮ ਵਾਲਿਆਂ ਦੇ ਰਿਕਾਰਡਸ ਆਉਂਦੇ ਆ, ਉਹ ਕਹਿੰਦੇ ਵੀ ਇੰਨੀ ਸੋਹਣੀ ਅਲੂਵੀਅਲ ਸੋਇਲ ਆ, ਇੰਨੀ ਸੋਹਣੀ ਮਤਲਬ ਅਲੂਵੀਅਲ ਉਹ ਤਾਂ ਹੈਗੀ ਆ ਕਿਉਂਕਿ ਜਦੋਂ ਇਹੀ ਹੜ੍ਹ ਆਉਂਦੇ ਸੀ, ਜਿਹੜੇ ਹੜ੍ਹ ਆ ਕੇ ਫੈਲਦੇ ਸੀ ਜਦੋਂ ਉੱਧਰ ਇੱਥੇ ਧਰਤੀ ਦੇ ਉੱਤੇ, ਉਹ ਆਪਦਾ ਪੂਰਾ ਪਸਾਰਾ ਕਰਦੇ ਸੀ ਤਾਂ ਉੱਤੋਂ ਗਾਰ ਲੈ ਕੇ ਆਉਂਦੇ ਸੀਗੇ। ਉਹ ਗਾਰ ਜਿਹਨੂੰ ਅੱਜ ਆਪਾਂ ਕਹਿੰਦੇ ਵੀ ਨਹਿਰਾਂ 'ਚ ਨਾ ਜੰਮ ਜੇ ਜਾਂ ਕੁਛ ਨਾ, ਜੋ ਉਹ ਗਾਰ ਨੇ ਹੀ ਸਾਡੀ ਧਰਤੀ ਨੂੰ ਜ਼ਰਖੇਜ਼ ਕੀਤਾ ਸੀ। ਪਹਾੜਾਂ ਤੋਂ ਗਾਰ ਆਉਂਦੀ ਸੀਗੀ। ਅਤੇ ਖੇਤੀਬਾੜੀ ਦਾ ਮੈਥਡ ਵੀ ਡਿਫਰੈਂਟ ਸੀ, ਤਰੀਕਾਕਾਰ ਵੀ ਵੱਖਰਾ ਸੀ। ਉਹ ਆਏ ਆ ਕਿ ਵੀ ਦਰਿਆ ਫੈਲ ਜਾਂਦੇ ਸੀ ਜਦੋਂ ਪਲੇਨਸ ਦੇ ਵਿੱਚ ਆ ਜਾਂਦੇ ਸੀ ਦਰਿਆ ਉੱਤੇ, ਅਤੇ ਜਦੋਂ ਦਰਿਆ ਦਾ ਪਾਣੀ ਘਟਦਾ ਸੀਗਾ ਅਤੇ ਜੱਟ ਜਿਹੜਾ ਅੱਜ ਤਾਂ ਆਪਾਂ ਹੇਠੋਂ ਪਾਣੀ ਕੱਢਦੇ ਹਾਂ ਬਿਜਲੀ ਨਾਲ ਜਾਂ ਐਨਰਜੀ ਲਾ ਕੇ ਜਾਂ ਨਹਿਰਾਂ ਨਾਲ ਹੈਗਾ, ਉਹ ਸਲਾਬੇ ਨੂੰ ਸੰਭਾਲ ਕੇ ਰੱਖਦਾ ਸੀ, ਅੱਡੀ ਮਾਰ ਕੇ ਕੱਢ ਲੈਂਦਾ। ਹਾਂ, ਵੈਸੇ ਵੀ ਸਲਾਬਾ ਸਾਂਭ ਲੈਂਦਾ ਸੀਗਾ। ਉਹ ਸਲਾਬੇ ਦੇ ਉੱਤੇ ਉਹ ਮਤਲਬ ਫਸਲਾਂ ਦੀ ਖੇਤੀ ਹੀ ਸਲਾਬੇ ਦੇ ਉੱਤੇ ਹੁੰਦੀ ਸੀਗੀ, ਅਤੇ ਉਹ ਸਲਾਬਾ ਨੈਚੁਰਲ ਪਹਿਲੀ ਐਂਟਰੀ ਗੋਰਿਆਂ ਦੀ ਨਾਲ ਸਾਰਾ ਸਿਸਟਮ ਉਹ ਹੁੰਦਾ ਗਾ, ਜਾਂ ਜਿਹੜਾ ਨੈਚੁਰਲ ਸਿਸਟਮ ਤੁਰਿਆ ਆ ਰਿਹਾ ਸੀ। ਹਾਲਾਂਕਿ ਉਹ
ਜਿਹੜਾ ਗ੍ਰੀਨ ਰੈਵੋਲੂਸ਼ਨ ਆ, ਜਿਹੜਾ ਹਰਾ ਇਨਕਲਾਬ ਆ, ਉਦੋਂ ਪਹਿਲਾਂ ਤੱਕ ਵੀ ਉਹਦੇ ਬਹੁਤ ਸਾਰੀਆਂ ਪੈੜਾਂ ਪਈਆਂ, ਜਿੱਥੇ ਜਿਹੜਾ ਮੈਂ ਰਿਸ਼ਤਾ ਕਹਿ ਰਿਹਾ ਗਾ ਕੁਦਰਤ ਦੇ ਨਾਲ, ਰੱਬ ਦੇ ਨਾਲ ਜਾਂ ਪਰ ਆਤਮਾ ਦੇ ਨਾਲ, ਬੇਸਿਕਲੀ ਜਿਹੜਾ ਉਹ ਰਿਸ਼ਤਾ ਹੈਗਾ ਉਹ ਕਿੱਡਾ ਸ਼ਾਨਦਾਰ ਸੀਗਾ ਕਿ ਅਸੀਂ ਸਾਰੀਆਂ ਚੀਜ਼ਾਂ ਜਿਹੜੀ ਪੂਜਾ ਹੁੰਦੀ ਹੈ ਸਾਡੇ ਸਾਰੇ ਸਿਸਟਮ 'ਚ, ਉਹ ਇਸੇ ਕਰਕੇ ਹੁੰਦੀ ਹੈਗੀ। ਇਹ ਆਇਆ ਕਿ ਗੋਰਿਆਂ ਦੇ ਆਉਣ ਨਾਲ ਤਾਂ ਸ਼ੁਰੂਆਤ ਹੋ ਗਈ ਗ੍ਰੀਨ ਰੈਵੋਲੂਸ਼ਨ ਸਮਝ ਲਓ, ਜਾਂ ਅੱਗੇ ਜਿਹੜੇ ਆਪਾਂ ਹੋਰ ਹੁਣ ਪੋਲੀ ਹਾਊਸਿਸ ਬਣਾ ਰਹੇ ਹਾਂ ਕੁਛ, ਉਹ ਤਾਂ ਇੱਕ ਉਸ ਸਫ਼ਰ ਦਾ ਪੜਾਅ ਆਉਂਦੇ ਜਾਂਦੇ ਆ, ਹੋਰ ਵੀ ਖਤਰਨਾਕ ਪੜਾਅ ਆਉਂਦੇ ਜਾਂਦੇ ਆ। ਗੋਰਿਆਂ ਦੇ ਆਉਣ ਤੋਂ ਪਹਿਲਾਂ, ਸਿੱਖ ਰਾਜ ਖਤਮ ਹੋਣ ਤੋਂ ਪਹਿਲਾਂ ਹੀ ਗੋਰਿਆਂ ਨੇ ਇੱਥੇ ਸਰਵੇ ਕਰਨੇ ਸ਼ੁਰੂ ਕਰਤੇ ਸੀ। ਉਹਨਾਂ ਦੀਆਂ ਰਿਪੋਰਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਆ ਕਿ ਵੀ ਪੋਪੂਲੇਸ਼ਨ ਇੰਨੀ ਹੈ ਨਹੀਂ ਗੀ, ਅਤੇ ਪਰ ਸੋਇਲ ਬਹੁਤ ਸੋਹਣੀ ਹੈ, ਜੇ ਕਨਾਲ ਸਿਸਟਮ ਕੱਢ ਲਏ ਜਾਣ ਤਾਂ ਇਹਦੇ 'ਚੋਂ ਇੰਨਾ, ਮਤਲਬ ਉਹਨਾਂ ਨੇ ਇਹਨੂੰ ਬਿਲਕੁਲ ਇੱਕ ਨਵੇਂ ਤਰੀਕੇਕਾਰ 'ਚ ਵੇਖਣਾ ਸ਼ੁਰੂ ਕਰਤਾ। ਉਹਨਾਂ ਦੀ ਜਿਹੜੀ ਪਹਿਲੀ ਰਿਪੋਰਟ ਇਹ ਸੀ ਵੀ ਇੱਥੇ ਨਹਿਰਾਂ ਕੱਢੀਆਂ ਜਾਣ ਤਾਂ 6 ਲੱਖ ਪਾਉਂਡ ਦਾ ਖਰਚਾ ਆਊਗਾ, ਅਤੇ ਜਿਹੜੀ ਇਹਨਾਂ ਤੋਂ ਆਮਦਨ ਆਊਗੀ ਉਹ ਮਤਲਬ 3 ਮਿਲੀਅਨ ਪਾਉਂਡ ਆ ਜੂਗੀ। ਮਤਲਬ ਇਹ ਪ੍ਰੋਫਿਟੇਬਿਲਿਟੀ ਕਿਸੇ ਨੇ ਪਹਿਲਾਂ ਆਏ ਨਹੀਂ ਵੇਖਣਾ ਸ਼ੁਰੂ ਕੀਤਾ, ਇੱਕ ਪੂੰਜੀਵਾਦੀ ਸੋਚ ਨਾਲ ਨਹੀਂ ਵੇਖਣਾ ਸ਼ੁਰੂ ਕੀਤਾ ਸੀਗਾ। ਫਿਰ ਉਹਨਾਂ ਦਾ ਇਹਦੇ ਵਿੱਚ ਇੱਕ ਮੁਕਾਬਲਾ ਸੀਗਾ ਕਿ ਵੀ ਆਪਾਂ ਰੇਲਵੇ ਲਾਈਏ ਪਹਿਲਾਂ ਇੱਥੇ ਕਿ ਕਨਾਲ ਸਿਸਟਮ ਲਾਈਏ, ਕਿਹਦੇ 'ਚੋਂ ਪ੍ਰੋਫਿਟ ਜ਼ਿਆਦਾ ਹੁੰਦਾ। ਮਤਲਬ ਜਿਹੜਾ ਉਹ ਸਰਮਾਏ ਦੇ ਰੂਪ 'ਚ ਵੇਖਣਾ। ਉਦੋਂ ਪਹਿਲਾਂ ਮੁਗਲ ਵੀ ਰਹੇ ਆ ਇੱਥੇ, ਸਿੱਖ ਸਾਮਰਾਜ ਵੀ ਰਿਹਾ, ਸਿੱਖਾਂ ਦਾ ਰਾਜ ਰਿਹਾ, ਤਾਂ ਉਦੋਂ ਤਰੀਕਾਕਾਰ ਵੱਖਰਾ ਸੀ ਵੇਖਣ ਦਾ। ਉਹਨਾਂ ਨਾਲ ਨੇਚਰ ਨੂੰ ਜਿਵੇਂ ਅੱਜ ਆਪਾਂ ਸਸਟੇਨੇਬਲ ਕਹਿੰਦੇ, ਉਹ ਸਸਟੇਨੇਬਿਲਟੀ ਨੂੰ ਵੇਖਦੇ ਸੀਗੇ। ਪਰ ਇਹ ਨਹੀਂ ਕਿ ਵੀ ਉਦੋਂ ਇਨਜਸਟਿਸ ਨਹੀਂ ਸੀ ਜਾਂ ਧੱਕਾ ਨਹੀਂ ਸੀ, ਧੱਕਾ ਸੀਗਾ। ਤੁਸੀਂ ਜੇ ਧਿਆਨ ਨਾਲ ਵੇਖੋ ਤਾਂ ਜਿਹੜੇ ਦਰਿਆਵਾਂ ਦੇ ਆਸੇ ਪਾਸੇ ਸ਼ਹਿਰ ਵਸੇ ਵੀ ਆ ਜਾਂ ਪਿੰਡ ਵਸੇ ਵੀ ਆ, ਉਹਨਾਂ ਦੇ ਮੁਸਲਮਾਨਾਂ ਦੇ ਵਾਲੇ ਨਾਂ ਹੈਗੇ ਆ, ਤਾਂ ਇੱਕ ਪਰਟੀਕੂਲਰ ਜਿਹੜੀ ਕਲਾਸ ਸੀਗੀ ਉਹਨੇ ਉਹਨੂੰ ਡੋਮੀਨੇਟ, ਕਿਉਂਕਿ ਪਾਣੀ ਸਭ ਤੋਂ ਇੰਪੋਰਟੈਂਟ ਚੀਜ਼ ਸੀ, ਸਲਾਬਾ ਬੜਾ ਇੰਪੋਰਟੈਂਟ ਸੀ ਨਾ ਉਹਨਾਂ ਦੇ ਨੇੜੇ ਵਸਦੇ। ਹਾਂ, ਉਹ ਉਹਨਾਂ ਨੂੰ ਉੱਥੇ ਨੇੜੇ, ਜਲੰਧਰ ਦੇ ਏਰੀਆ 'ਚ ਵੀ ਸਭ ਤੋਂ ਜ਼ਿਆਦਾ ਆਬਾਦੀ ਉਹਨਾਂ ਦੀ ਹੈਗੀ। ਜਲੰਧਰ ਤਾਂ ਵੇਖੋ ਜਿਹੜਾ ਸੀਗਾ ਅਫਗਾਨਾਂ ਦੇ ਕਬਜ਼ੇ ਸੀ, ਉਹਨਾਂ 'ਚੋਂ ਵੀ ਟੌਪ ਕਲਾਸ ਕੋਲੇ ਸੀਗਾ। ਜਿਹੜਾ ਟਾਂਡਾ ਉੜਮੁੜ ਦਾ ਇਲਾਕਾ ਜਾਂ ਨਕੋਦਰ ਦਾ ਇਲਾਕਾ ਹੈ, ਇਹ ਪਠਾਣਾਂ ਦੇ ਹੱਥ 'ਚ ਸੀਗਾ, ਕਿਉਂਕਿ ਪਠਾਣ, ਹਾਂ, ਪਾਣੀ ਸੀ, ਜ਼ਰਖੇਜ਼ ਧਰਤੀ ਸੀ, ਦਰਿਆ ਜਦੋਂ ਉੱਤੋਂ ਆਉਂਦੀ ਸੀ ਪਹਾੜਾਂ 'ਚ ਪੈਰਾਂ 'ਚ ਗਾਰ ਆਉਂਦੀ ਸੀ, ਉਹ ਧਰਤੀ ਨੂੰ ਹੋਰ ਜ਼ਰਖੇਜ਼ ਕਰ ਦਿੰਦੀ ਸੀ। ਤਾਂ ਬੈਸਟ, ਮਤਲਬ ਦੁਆਬਾ ਤਾਂ ਜਦੋਂ ਪਹਿਲੀ ਵਾਰ ਅੰਗਰੇਜ਼ ਨੇ ਕੱਟਿਆ ਸੀ ਸਿੱਖ ਰਾਜ 'ਚੋਂ, ਤਾਂ ਉਹਦਾ ਕਹਿਣ ਦਾ ਕਾਰਨ ਹੀ, ਕੱਟਣ ਦਾ ਕਾਰਨ ਹੀ ਇਹ ਸੀਗਾ ਕਿ ਦੁਆਬਾ ਕੱਟੇ ਜਾਣ ਤੋਂ ਬਾਅਦ ਸਿੱਖ ਰਾਜ ਜਿਹੜਾ ਉਹ ਫਾਈਨੈਂਸ਼ਲੀ ਕਰੰਬਲ ਕਰ ਜੂਗਾ, ਉਹਦੇ ਕੋਲ ਇੰਨੀ ਫਸਲ ਵਾਲਾ ਇਲਾਕਾ ਹੀ ਨਹੀਂ ਰਹਿਣਾ। ਅਤੇ ਦੁਆਬਾ ਤਾਂ ਇੰਨਾ ਇੰਪੋਰਟੈਂਟ ਸੀਗਾ ਰੈਵਨਿਊ ਦੇ ਪੱਖੋਂ ਵੀ, ਫਸਲ ਦੇ ਪੱਖੋਂ ਵੀ, ਅਤੇ ਉਹ ਘੋੜੇ ਬਾਹੇ ਦੇ ਆਸ-ਪਾਸ ਸਾਰੇ ਪਠਾਨ ਹੀ ਵਸੇ ਹੋਏ ਸੀਗੇ। ਪਠਾਣਾ, ਰਾਹੋਂ ਪਠਾਣਾ ਕੋਲੇ ਸੀਗਾ, ਹੋਰਾਂ ਕੋਲੇ, ਮਤਲਬ ਪਠਾਨ ਪਰਿਵਾਰ ਹੀ, ਕਿਉਂਕਿ ਉਹ ਪਹਿਲੀ ਡੋਮੀਨੇਟਿੰਗ ਕਲਾਸ ਉਹ ਆਈ ਸੀਗੀ, ਤਾਂ ਉਹਨਾਂ ਨੇ ਜ਼ਿਆਦਾ ਇੱਥੇ ਕਬਜ਼ਾ ਕੀਤਾ ਸੀਗਾ। ਅਤੇ ਸ਼ਹਿਰ ਵੀ ਉਹਨਾਂ ਦੇ ਸੀ। ਈਵਨ ਹੇਠਾਂ ਵੀ ਜਿਹੜੀਆਂ ਬਰਾੜਾਂ ਦੀਆਂ ਟਰਾਈਬ ਸੀ, ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ ਸੀ। ਮਾਂਝ ਰਾਜਪੂਤ ਹੋਣ ਜਾਂ ਵੱਟੂ ਟਰਾਈਬ ਸੀਗੀਆਂ ਹੇਠਾਂ, ਮਤਲਬ ਮਾਂਝ ਰਾਜਪੂਤ ਲੁਧਿਆਣੇ ਤੋਂ ਸ਼ੁਰੂ ਹੋ ਜਾਂਦੇ ਸੀ, ਤਲਵੰਡੀ ਭਾਈ ਤੱਕ ਚੱਲਦੇ ਸੀ, ਤਲਵੰਡੀ ਭਾਈ ਤੋਂ ਨੀਚੇ ਫਾਜ਼ਿਲਕਾ ਤੱਕ ਵੱਟੂ ਜਾਂਦੇ ਸੀਗੇ, ਬੋਦਲੇ ਸੀਗੇ ਮੁਸਲਮਾਨ, ਉਹ ਨੇੜੇ ਨਹੀਂ ਲੱਗਣ ਦਿੰਦੇ ਸੀ ਦੂਜੀਆਂ ਟਰਾਈਬ ਨੂੰ। ਪਰ ਇਹਦੇ ਇਲਾਵਾ ਸਸਟੇਨੇਬਲ ਜ਼ਰੂਰ ਸੀਗਾ ਸਾਰਾ ਕੁਛ। ਸਲਾਬੇ ਦੇ ਉੱਤੇ ਖੇਤੀ ਹੁੰਦੀ ਸੀਗੀ, ਅਤੇ ਉਹਦੇ ਨਾਲ ਜੋ ਫਸਲ ਹੁੰਦੀ ਸੀਗੀ ਉਹ ਸਸਟੇਨ ਕਰਦਾ ਸੀ, ਇਲਾਕਾ ਹੋਰ ਜ਼ਰਖੇਜ਼ ਹੋਈ ਜਾਂਦਾ। ਮੈਂ ਪੁੱਛਾਂ, ਮਾਝਾ, ਮਾਲਵਾ, ਦੁਆਬਾ 100 ਸਾਲ ਪਹਿਲਾਂ ਕਿਹਾ ਜਾ ਸੀਗਾ ਅਤੇ 100 ਸਾਲ ਬਾਅਦ ਕਿਹਾ ਜਾਗਾ। ਮਾਲਵਾ ਤਾਂ ਚਲੋ 100 ਸਾਲ ਕੀ, ਮਤਲਬ ਮੈਂ ਇਹ ਵੀ ਕਹਿ ਸਕਦਾ ਕਿ ਬਹੁਤ ਹੱਦ ਤੱਕ ਸਮਝ ਲਓ ਮੈਂ ਬੱਚਾ ਸੀ ਜਦੋਂ ਛੋਟਾ ਸੀ, ਹੈ ਨਾ, ਉਹ ਵੇਖਿਆ, ਜਾਂ ਮੇਰੇ ਫਾਦਰ ਤੋਂ ਮੈਂ ਜਿਵੇਂ ਸੁਣਦਾ, ਹੈ ਨਾ, ਨਹੀਂ ਸਿੱਟ ਦਿੰਦੇ ਸੀ, ਹਾਂ, ਬੀਜ ਬਰਾਨੀ ਸਿੱਟ ਦਿੰਦੇ ਸੀਗੇ। ਅਤੇ ਟਿੱਬੇ ਸੀਗੇ ਜੀ, ਟਿੱਬੇ ਮੇਰੀ ਸੁਰਤ, ਟਿੱਬੇ ਮੈਂ ਆਪਦੀ ਸੁਰਤ 'ਚ ਵੀ ਵੇਖੇ ਆ, ਪਰ ਮੇਰੇ ਤੋਂ ਪਹਿਲਾਂ ਤਾਂ ਬਹੁਤ ਟਿੱਬਿਆਂ ਦਾ ਸੀਗਾ। ਅਤੇ ਪਾਣੀ ਖਾਰੇ ਸੀਗੇ ਭਾਵੇਂ ਹੇਠਲੇ, ਪਰ ਫਿਰ ਵੀ ਟਿੱਬਿਆਂ ਦੇ ਉੱਤੇ ਬਰਾਨੀ ਜੋ ਹੋ ਜਾਂਦਾ ਸੀ, ਮੀਂਹ ਨਾਲ ਹੋ ਜਾਂਦਾ ਸੀ, ਉਹਦਾ ਫਸਲ ਹੋ ਜਾਂਦੀ ਸੀਗੀ। ਅਤੇ ਪਰ ਦੁਆਬੇ ਦੇ ਵਿੱਚ ਇਹ ਗੱਲ ਨਹੀਂ ਸੀ, ਦੁਆਬੇ 'ਚ ਖੇਤੀ ਬਿਹਤਰ ਸੀਗੀ। ਅਤੇ ਉੱਧਰਲੇ ਪਾਸੇ ਕਨਾਲ ਸਿਸਟਮ ਫਿਰ ਗੋਰੇ ਜਦੋਂ ਲੈ ਕੇ, ਸਭ ਤੋਂ ਜ਼ਿਆਦਾ ਤਾਂ ਉੱਧਰ ਹੀ ਜਿਹੜੀਆਂ ਗੋਰਿਆਂ ਨੇ ਪਹਿਲਾ ਜਿਹੜਾ ਗੋਰਿਆਂ ਨੇ ਕੰਮ ਕੀਤਾ ਉਹ ਸੀਗਾ ਜੀ 1873 'ਚ ਡਿਵੈਲਪ ਕੀਤੀਆਂ ਜਿਹੜਾ ਲਾਅ ਲਿਆਂਦਾ ਪਹਿਲਾਂ ਉਹਨੇ, ਕਿ ਨਾਰਦਰਨ ਕਨਾਲ ਐਂਡ ਡਰੇਨੇਜ ਐਕਟ ਲਿਆਂਦਾ, ਜਿਹਦੇ ਨਾਲ ਪਹਿਲੀ ਵਾਰ ਪਾਣੀ ਦੇ ਉੱਤੇ ਸਰਕਾਰ ਦਾ ਕਬਜ਼ਾ ਸ਼ੁਰੂ ਹੋਇਆ। ਮਤਲਬ ਪਾਣੀ ਦੇ ਉੱਤੇ ਸਰਕਾਰ ਦੀ ਇੰਟਰਫੇਰੈਂਸ ਕਹਿ ਲਓ ਸ਼ੁਰੂ ਹੋਈ। ਉਦੋਂ ਪਹਿਲਾਂ ਇਹ ਨਹੀਂ ਸੀਗੀ, ਪਰ ਉਹਦਾ ਕਾਰਨ ਸੀਗਾ, ਉਹਦਾ ਵੱਡਾ ਕਾਰਨ ਜਿਹੜਾ ਇਹ ਸੀ ਕਿ 1862 ਦੇ ਵਿੱਚ ਇੱਕ ਪਹਿਲਾ ਕ੍ਰਾਈਸਿਸ, ਕਮੋਡਿਟੀ ਕ੍ਰਾਈਸਿਸ ਇਕਨੋਮਿਕ ਵਰਲਡ 'ਚ ਕਿਹਾ ਜਾਂਦਾ ਹੈ, ਜਿਹਨੂੰ ਮਾਡਰਨ ਜਿਹੜਾ ਇੰਡਸਟਰੀ ਉਹਦੇ 'ਚ ਕਿਹਾ ਜਾਂਦਾ ਹੈ, ਤਾਂ ਉਹ ਸੀਗਾ ਕਿ ਅਮਰੀਕਾ 'ਚ ਸਿਵਲ ਵਾਰ ਸ਼ੁਰੂ ਹੋ ਗਈ ਸੀਗੀ। ਉਹ ਸਿਵਲ ਵਾਰ ਦੇ ਨਾਲ ਅਮਰੀਕਾ ਤੋਂ ਜਿਹੜਾ ਨਰਮਾ ਹੈਗਾ ਉਹ ਇੰਗਲੈਂਡ ਦੀਆਂ ਸਪਿਨਿੰਗ ਮਿਲਸ ਨੂੰ ਮਿਲਣਾ ਬੰਦ ਹੋ ਗਿਆ ਸੀ। ਤਾਂ ਉਹਨਾਂ ਨੇ ਨਵਾਂ ਸੋਰਸ, ਜਿਵੇਂ ਕਹਿੰਦੇ ਨਾ ਜਿਹੜਾ ਪੂੰਜੀਵਾਦ ਆ, ਉਹ ਨਵੇਂ ਸੋਰਸ ਲੱਭਦਾ ਰॉ ਮਟੀਰੀਅਲ ਦੇ ਅਤੇ ਮਾਰਕੀਟ ਦੇ, ਜਦੋਂ ਕ੍ਰਾਈਸਿਸ 'ਚ ਹੁੰਦਾ, ਜਦੋਂ ਵੀ ਕ੍ਰਾਈਸਿਸ 'ਚ ਹੁੰਦਾ। ਜਾਂ ਉਹਦੀ ਜਿਵੇਂ ਮਾਰਕਸ ਨੇ ਇਹ ਗੱਲ ਕਹੀ ਸੀਗੀ ਕਿ ਸਭ ਤੋਂ ਪਹਿਲਾ ਇਨਕਲਾਬ ਇੰਗਲੈਂਡ 'ਚ ਹੋਊਗਾ। ਉਹਨੂੰ ਸਵਾਲ ਹੁੰਦਾ ਹੈ ਕਿ ਭਾਈ ਇੰਗਲੈਂਡ ਸਭ ਤੋਂ ਪਹਿਲਾਂ ਇਨਕਲਾਬ ਕਿਉਂ ਨਹੀਂ ਹੋਇਆ, ਮਾਰਕਸਿਜ਼ਮ ਦਾ ਸਵਾਲ ਹੋਇਆ, ਤਾਂ ਕਿਹਾ ਗਿਆ ਕਿਉਂਕਿ ਉਹ ਪੂਰੀ ਦੁਨੀਆ ਨੂੰ
ਐਕਸਪਲੋਇਟ ਕਰਨ ਲੱਗ ਗਿਆ, exploit ਪੂਰੀ ਦੁਨੀਆ ਕਰਨ ਦਾ ਸ਼ੋਸ਼ਣ ਹਾਂਜੀ, ਇੰਗਲੈਂਡ ਕਰਨ ਲੱਗ ਬੜੀ ਗਿਆ ਇਸ ਸੋਹਣੀ ਕਰਕੇ। ਇੱਕ ਪੇਂਟਿੰਗ ਇੰਡੀਆ ਹਾਊਸ 'ਚ ਇੰਗਲੈਂਡ 'ਚ ਲੱਗੀ ਵੀ ਹੈਗੀ ਆ। ਉਹਦੇ 'ਚ ਕੁਈਨ ਵਿਕਟੋਰੀਆ ਦੀ ਵਾਂਗੂ ਇੰਗਲੈਂਡ ਦੀ ਮਹਾਰਾਣੀ ਨੂੰ ਇੱਕ ਸਿੰਬੋਲਿਕ ਵਿਖਾਇਆ ਗਿਆ, ਅਤੇ ਉਹਦੇ ਕੋਲੇ ਨਾ ਉਹ ਜਿਹੜੀਆਂ ਦੁਨੀਆ ਦੀਆਂ ਨਿਆਮਤਾਂ ਹੈ, ਕੋਈ ਚੁੱਕ ਕੇ ਆਈਵਰੀ ਟਸਕਸ ਦੇ ਰਿਹਾ, ਕੋਈ ਸਿਲਕ ਦੇ ਰਿਹਾ, ਕੋਈ ਮਤਲਬ ਕਿ ਇਹ ਸਾਰੀਆਂ ਨਿਆਮਤਾਂ ਉਹਦੇ ਪੈਰਾਂ 'ਚ ਸਿੱਟ ਰਹੇ ਸੀਗੇ ਲੋਕ, ਮਤਲਬ ਉਹ ਸਮਾਂ ਸੀ ਉਹ। ਅਤੇ ਉਹ 1870 ਦੇ ਆਸ-ਪਾਸ ਦੀ ਪੇਂਟਿੰਗ ਹੈਗੀ ਆ। ਤਾਂ ਉਦੋਂ ਪਹਿਲੀ ਵਾਰ ਗੋਰੇ ਨੇ ਸੋਚਿਆ ਕਿ ਵੀ ਮੈਂ ਪੰਜਾਬ ਨੂੰ ਇਸ ਕੰਮ ਵਾਸਤੇ ਮਤਲਬ ਇੰਨੇ ਇੱਥੇ ਜਿਹੜੀ ਕਪਾਹ ਵਗੈਰਾ ਦੀ ਖੇਤੀ ਹੈਗੀ ਉਹ ਵੀ ਜਾਂ ਜਿਹੜੇ ਬਹੁਤ ਸਾਰਾ ਚੀਜ਼ਾਂ ਨੇ, ਜਿਵੇਂ ਜੋ ਕਲਕੱਤੇ ਹੁੰਦਾ ਸੀ, ਤੁਸੀਂ ਦੇਖੋ ਕਲਕੱਤੇ ਦਾ ਪੰਜਾਬ ਦੇ ਨਾਲ ਰਿਲੇਸ਼ਨ, ਮਾਲਵੇ ਨਾਲ ਰਿਲੇਸ਼ਨ ਬਣਿਆ ਖਾਸ ਤੌਰ ਤੇ। ਦੇਖੋ ਰੇਲਵੇ ਲਾਈਨਸ ਜਿਹੜੀਆਂ ਵਿਛੀਆਂ, ਉਹ ਇੱਥੋਂ ਜਿਹੜਾ ਵਪਾਰੀ ਸੀ ਉਹ ਜਾਣ ਲੱਗਿਆ ਉੱਥੇ ਤੱਕ। ਦੇਖੋ ਇੱਕ ਕਿਸੇ ਐਮਪਾਇਰ ਨੂੰ ਆਪਾਂ ਇੱਕ ਤਰੀਕੇ ਨਾਲ ਨਹੀਂ ਵੇਖ ਸਕਦੇ, ਉਹਦੇ 3-4 ਸ਼ੇਡਸ ਸੀਗੀਆਂ, ਮਤਲਬ ਉਹਨਾਂ ਦੇ ਰੰਗ ਸੀ। ਜਦੋਂ ਉਸ ਰੰਗ ਨਾਲ ਵੇਖਦੇ ਹਾਂ ਤਾਂ ਉਵੇਂ ਨਜ਼ਰ ਆਉਂਦਾ ਆਪਾਂ ਨੂੰ। ਪਹਿਲੀ ਗੱਲ ਤਾਂ ਉਹਨਾਂ ਨੇ ਰੂਸ ਨੂੰ ਰੋਕਣਾ ਸੀ, ਤਾਂ ਉਹ ਤਾਂ ਵੀ ਰੇਲਵੇ ਲਾਈਨਸ ਤੇ ਨਹਿਰਾਂ ਨੂੰ ਵਿਕਸਿਤ ਕਰ ਰਹੇ ਸੀਗੇ। ਉਹਨਾਂ ਨੂੰ ਇੱਥੋਂ ਮੈਨ ਪਾਵਰ ਵੀ ਚਾਹੀਦੀ ਸੀ, ਗਰਾਊਂਡ ਵੀ ਚਾਹੀਦਾ ਸੀ। ਦੂਜਾ, ਉਹਨਾਂ ਨੂੰ ਆਪਦੀਆਂ ਫੈਕਟਰੀਆਂ ਵਾਸਤੇ, ਇਕੋਨਮੀ ਵਾਸਤੇ ਉਸ ਪੂੰਜੀਵਾਦੀ ਤਾਕਤ ਨੂੰ, ਜਿੱਥੇ ਤੁਸੀਂ ਕਹਿੰਦੇ ਵੀ ਰਿਸ਼ਤਾ ਕਿਉਂ ਟੁੱਟਿਆ ਹੈ ਨਾ, ਆਪਾਂ ਉਸ ਚੱਕਰ 'ਚ ਉੱਦਣ ਦੇ ਪਏ ਹਾਂ, ਤਾਂ ਉਹਨਾਂ ਨੂੰ ਉਹ ਵੀ ਚਾਹੀਦਾ ਸੀ। ਅਤੇ ਉਹ ਇੱਥੋਂ ਉਹ ਕਮੋਡਿਟੀ ਸਾਰੀਆਂ ਬੰਬੇ ਦੇ ਬੰਦਰਗਾਹ 'ਤੇ, ਮੁੰਬਈ ਦੀ ਬੰਦਰਗਾਹ 'ਤੇ ਜਾਂ ਹੋਰ ਬੰਦਰਗਾਹਾਂ 'ਤੇ ਲਿਜਾਂਦੇ ਸੀ, ਜਿੱਥੋਂ ਅੱਗੇ ਸ਼ਿਪ ਹੁੰਦੀਆਂ ਸੀ ਉਹ। ਤੀਜਾ ਵੱਡਾ ਗੱਲ ਸੀ ਕਿ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਅਫਸਰ ਇੱਥੇ ਆਉਂਦੇ ਸੀਗੇ, ਉਹਨਾਂ ਦੇ ਵਿੱਚ ਇਹ ਸੈਂਸ ਆਫ ਮੋਰਲ ਸੀਗੀ ਕਿ ਅਸੀਂ ਸ਼ਾਇਦ ਚੰਗਾ ਕਰ ਰਹੇ ਹਾਂ, ਇਹਨਾਂ ਲੋਕਾਂ ਨੂੰ ਸੁਧਾਰ ਰਹੇ ਹਾਂ, ਇਹਨਾਂ ਨੂੰ ਗਰੀਬੀ 'ਚੋਂ ਕੱਢ ਰਹੇ ਹਾਂ। ਮਤਲਬ ਅੱਜ ਵੀ ਉਹ ਤੁਸੀਂ ਜਿਹੜੇ ਉਸ ਤਰ੍ਹਾਂ ਦੇ ਡਾਕਟਰਾਈਨ ਕਰਕੇ ਭੇਜੇ ਹੁੰਦੇ ਸੀਗੇ ਉਹ ਲੋਕ। ਅਤੇ ਉਹਦੇ 'ਤੇ ਬਹੁਤ ਸੋਹਣੀ ਪੋਇਮ ਹੈਗੀ ਆ ਰੁਡਿਆਰਡ ਕਿਪਲਿੰਗਸ ਦੀ, ਕਿ ਇਹ ਵਾਈਟ ਮੈਨ ਦਾ ਬਰਡਨ ਆ, ਜਿਹੜਾ ਇੰਗਲੈਂਡ ਚੱਕਦਾ ਥੱਕ ਗਿਆ, ਸਾਡੇ ਬੱਚੇ ਮਰਦੇ ਆ ਉਹਨਾਂ ਨੇਟਿਵ ਲੈਂਡਸ 'ਚ ਜਾ ਕੇ, ਉਹਨਾਂ ਦਾ ਭਲਾ ਕਰ ਰਹੇ। ਹੁਣ ਉਹ ਆਪਦੇ ਜਾਣੇ ਜਿਹੜੇ ਉਹਨਾਂ ਦੇ ਬੰਦੇ ਇੱਥੇ ਆਉਂਦੇ ਸੀ, ਉਹ ਭਲਾ ਹੀ ਕਰਨ ਦੀ ਸੋਚਦੇ ਸੀ। ਹਾਲਾਂਕਿ ਉਹ ਹਰ ਡਿਕਟੇਟਰ ਨੂੰ ਲੱਗਦਾ ਪੋਲ ਪੋਟ ਫੌਜਾਂ ਮਾੜਾ ਡਿਕਟੇਟਰ ਹੋਇਆ ਦੁਨੀਆ ਦਾ, ਤੇ ਪੋਲ ਪੋਟ ਸੋਚਦਾ ਸੀ ਮੈਂ ਲੋਕਾਂ ਦਾ, ਹਰ ਡਿਕਟੇਟਰ ਇਹ ਸੋਚਦਾ ਵੀ ਮੈਂ ਲੋਕਾਂ ਦਾ ਭਲਾ ਕਰਨ ਲੱਗਿਆ। ਡਿਕਟੇਟਰ ਤੋਂ ਵੀ ਵੱਡੀ ਗੱਲ ਹੈ ਜਿਹੜੇ ਉਹਦੇ ਨੀਚੇ ਫੌਜੀ ਆ ਜਾਂ ਉਹਦੇ ਤਾਣਾ ਬਾਣਾ ਨੀਚਲਾ ਬਿਊਰੋ, ਉਹ ਤਾਂ ਇਸ ਤਰ੍ਹਾਂ ਮੋਟੀਵੇਟਡ ਭਲਾਈ ਕਰਨਾ ਹੈ, ਜਿਵੇਂ ਤੁਸੀਂ ਲੋਕਾਂ ਦਾ ਨਾਸ ਕਰ ਦਿਓ, ਬਰਬਾਦ ਕਰ ਦਿਓ, ਪਰ ਉਹਨਾਂ ਨੂੰ ਲੱਗਦਾ ਮੈਂ ਐਂ ਭਲਾ ਹੋਊਗਾ। ਅਲੈਗਜ਼ੈਂਡਰ ਬਰਨਸ, ਜਿਵੇਂ ਮੈਂ ਸੋਚ ਲਿਆ ਉਵੇਂ ਹੀ ਭਲਾ ਹੋਊਗਾ। ਬਰਨਸ ਭਰਾ ਆਏ ਸੀਗੇ, ਉਹ ਇੱਕ ਮੁੰਡਾ ਸਿਰਫ 16 ਸਾਲ ਦਾ ਸੀਗਾ, ਉਹਨੇ ਬਹੁਤ ਖਤਰੇ ਚੱਕੇ ਅਲੈਗਜ਼ੈਂਡਰ ਬਰਨਸ ਨੇ, ਕਿ ਮੈਂ ਕਿਵੇਂ ਨਾ ਕਿਵੇਂ ਨੈਵੀਗੇਬਲ ਕਰ ਦੇਣੇ ਆ ਦਰਿਆ। ਮਤਲਬ ਉਹ ਉਸ ਤਰੀਕੇ ਨਾਲ ਮੋਟੀਵੇਟ। ਸੋ ਇੱਕੋ ਰੰਗ 'ਚ ਮੈਂ ਕਹਿ ਰਿਹਾ ਕਿ ਕੁਦਰਤੀ ਹੜ੍ਹ ਆਉਂਦੇ ਸੀਗੇ, ਕੋਈ ਸਮੱਸਿਆ ਹੀ ਨਹੀਂ ਉਹਨਾਂ ਦੀ। ਹੁਣ ਇੱਕ ਚਰਚਾ ਖੁੱਲ੍ਹ ਚੁੱਕੀ ਹੈਗੀ ਪੰਜਾਬ ਦੇ ਅੰਦਰ ਵੀ ਹੋ ਰਹੀ ਹੈਗੀ ਕਿ ਭਾਈ ਕੁਦਰਤੀ ਹੜ੍ਹ ਪੰਜਾਬ ਲਈ ਚੰਗੇ ਨੇ। ਇੱਕ ਇਹ ਗੈਰ ਕੁਦਰਤੀ ਫਨੋਮਨਾ ਹੈਗਾ। ਇਹ ਫਿਰ ਭਾਖੜਾ ਦੀ ਜੋ ਕਹਾਣੀ ਹੈ, ਇਹ ਕਿਵੇਂ ਸ਼ੇਪ ਲੈਂਦਾ ਹੈਗਾ, ਭਾਖੜਾ ਦੀ ਪਿਛਲੀ ਪੋਲੀਟਿਕਸ ਕੀ ਹੈਗੀ, ਭਾਖੜਾ ਦੇ ਪਿੱਛੇ ਰਾਜਨੀਤੀ ਕੀ ਸੀਗੀ। ਦੇਖੋ ਜਿਹੜਾ ਤਾਂ ਤੁਸੀਂ ਕਾਫੀ ਸਟੱਡੀ ਕੀਤੀ ਹੈ, ਮੋਟੇ ਤੌਰ ਤੇ ਕੌਣ ਆਉਂਦਾ ਪਹਿਲੀ ਵਾਰ, ਨਹਿਰੂ ਨੂੰ ਮਿਲਦਾ, ਫਿਰ ਕਸ਼ਮੀਰ 'ਚ ਜਾ ਕੇ ਮਿਲਦਾ। ਮੋਟੇ ਤੌਰ ਤੇ ਜਿਹੜਾ ਹੈਗਾ ਕਿ ਵੀ ਅੰਗਰੇਜ਼ ਨੇ ਤਾਂ ਫਲੋ ਸਿਸਟਮ ਦੇ ਉੱਤੇ ਰੱਖਿਆ ਸੀ, ਉਹਨੇ ਡੈਮਸ ਦੇ ਉੱਤੇ ਨਹੀਂ ਆਇਆ ਸੀਗਾ ਉਹ ਜਿੰਨੀ ਦੇਰ ਅੰਗਰੇਜ਼ ਇੱਥੇ ਰਿਹਾ। ਉਹਨੇ ਤਾਂ ਕ੍ਰਿਸ ਕ੍ਰੋਸ ਹੀ ਕਰਾਈਆਂ ਸੀ ਕਨਾਲਸ ਨੂੰ। ਜਦੋਂ ਪਹਿਲੀ ਵਾਰ ਇੱਥੇ ਇਸ਼ੂ ਖੜਾ ਹੁੰਦਾ ਹੈ, ਜਦੋਂ ਦੂਜੀ ਜੰਗ ਤੋਂ ਬਾਅਦ ਕੈਪੀਟਲਿਸਟ ਕੰਟਰੀਜ਼ ਨਾਲ ਜਾਂ ਰਾਈਟ ਵਿੰਗ ਕੰਟਰੀਜ਼ ਦਾ ਇੱਕ ਮੁਕਾਬਲਾ ਚੱਲ ਗਿਆ ਰੂਸ ਦੇ ਕਮਿਊਨਿਸਟ ਕੰਟਰੀਜ਼ ਨਾਲ, ਉਦੋਂ ਉਹਨਾਂ ਨੂੰ ਬਹੁਤ ਫਿਕਰ ਪੈ ਗਿਆ ਇੱਕ ਕਿ ਵੀ ਵੇਖੋ ਰੂਸ ਡਾਇਰੈਕਟ ਵੜਨਾ ਚਾਹੁੰਦਾ ਸੀ ਇੱਥੇ, ਜਾਂ ਇੱਥੇ ਇਨਕਲਾਬ ਕਰਾਉਣਾ ਚਾਹੁੰਦਾ ਸੀ, ਕਿਉਂਕਿ ਬਹੁਤ ਸਾਰੇ ਗਦਰੀ ਵੀ ਤੁਹਾਨੂੰ ਪਤਾ ਹੈਗਾ ਜਿਨ੍ਹਾਂ 'ਤੇ ਪ੍ਰਭਾਵ ਸੀ, ਬਹੁਤ ਸਾਰੇ ਗਦਰੀ ਗਏ ਉੱਥੇ, ਸੋਵੀਅਤ ਸੰਘ ਜਾ ਕੇ ਆਏ ਜਦੋਂ ਇਨਕਲਾਬ ਹੋਇਆ, ਬਿਲਕੁਲ ਇਨੀਸ਼ੀਅਲ ਦੌਰ 'ਚ ਗਏ ਨਾਲੇ। ਉਹ ਕਰਾਉਣਾ ਚਾਹੁੰਦਾ ਸੀ ਜਾਂ ਬਿਲਕੁਲ ਉਹ ਇਨਫਲੂਐਂਸ ਤਾਂ ਕਰ ਹੀ ਰਹੇ ਸੀ, ਬਿਕੋਜ਼ ਦਾ ਲਿਟਰੇਚਰ ਸਿੱਟ ਰਹੇ ਸੀ, ਸਾਰਾ ਕੁਛ ਕਰ ਰਹੇ ਸੀ। ਬਟ ਅਮਰੀਕਾ ਨੇ ਇਹਨੂੰ ਥੋੜ੍ਹਾ ਜਿਹਾ ਉਦੋਂ ਵੀ ਜ਼ਿਆਦਾ ਸੀਰੀਅਸਲੀ ਲਿਆ, ਕਿਉਂਕਿ ਉਸ ਸਮੇਂ ਚੀਨ ਵੀ ਰੂਸ ਦੀ ਪੋਕਟ 'ਚ ਲੈਫਟ ਦੀ ਪੋਕਟ 'ਚ ਚਲਾ ਗਿਆ ਸੀ, ਕਮਿਊਨਿਸਟ ਰਜੀਮ ਆ ਗਿਆ ਸੀ 49 ਤੋਂ ਪਹਿਲਾਂ। ਅਤੇ ਭਾਰਤ ਦੇ ਵਿੱਚ ਵੀ ਜਿਹੜਾ ਨਹਿਰੂ ਸੀ ਉਹ ਸੋਸ਼ਲਿਸਟ ਆਈਡੀਆਜ਼ ਤੋਂ, ਸਪੈਸ਼ਲੀ ਹੈਰੋਲਡ ਲਾਸਕੀ ਦੀ ਜਿਹੜੀ ਪਲੈਨਿੰਗ ਦਾ ਮਾਡਲ ਸੀਗਾ ਉਹਦੇ ਤੋਂ ਬੜਾ ਇੰਪਰੈਸਡ ਸੀਗਾ ਕਿ ਵੀ ਇਸੇ ਤਰੀਕੇ ਨਾਲ ਹੀ ਪਲੈਨਿੰਗ ਚੱਲ ਸਕਦੀ ਹੈ। ਅਤੇ ਉਹਦੇ ਡਿਜ਼ਾਸਟਰ ਵੀ ਹੋਏ ਆ ਬੜੇ ਵੱਡੇ, ਅਤੇ ਉਹਦੇ ਕ੍ਰਿਟਿਕਸ ਵੀ ਹੈਗੇ ਆ। ਉਸੇ ਤਰੀਕੇ ਨਾਲ ਅਰਬਾਂ ਦੇ ਵਿੱਚ ਇੱਕ ਨਵੀਂ ਫੋਰਸ ਖੜੀ ਹੋ ਗਈ ਸੀਗੀ ਨਾਸਰ ਜਿਹੜਾ ਸੀਗਾ ਉਹ ਵੀ ਸੋਸ਼ਲਿਸਟ ਮਾਡਲ ਦੇ ਉੱਤੇ ਅਰਬਾਂ ਨੂੰ ਇਕੱਠਾ ਕਰਨ ਲੱਗ ਗਿਆ ਸੀਗਾ। ਅਤੇ ਉਦੋਂ ਬਾਅਦ ਆਪਾਂ ਜੇ ਹੋਰ ਉੱਤੇ ਜਾਈਏ ਤਾਂ ਟੀਟੋ ਜਿਹੜਾ ਸੀਗਾ, ਉਹਨੇ ਯੂਗੋਸਲਾਵੀਆ ਜਿਹੜਾ ਅੱਜ ਸਰਬੀਆ, ਕਰੋਸ਼ੀਆ ਹੈਗੇ, ਸਾਰੇ ਇਕੱਠੇ ਕਰਕੇ ਲੈਫਟ ਦੀ ਮੂਵਮੈਂਟ ਖੜੀ ਕਰਤੀ ਸੀਗੀ। ਤਾਂ 47 ਦੇ ਆਸੇ-ਪਾਸੇ, 46-47 ਦੇ ਆਸੇ-ਪਾਸੇ, ਇਮੀਡੀਏਟਲੀ ਆਫਟਰ ਦੀ ਵਾਰ ਬਹੁਤ ਇੱਕ ਰੇਸ ਚੱਲ ਪਈ ਸੀਗੀ ਦੋਵਾਂ 'ਚ। ਉਸ ਰੇਸ 'ਚ ਇਹ ਆ ਕਿ ਵੀ ਟਰੂ ਮੈਨ ਜਦੋਂ ਆਉਂਦਾ
ਅਮਰੀਕਾ ਦੇ ਵਿੱਚ, ਤਾਂ ਟਰੂਮੈਨ ਦੀ ਪਹਿਲੀ ਫਿਲਾਸਫੀ 47 'ਚੋਂ ਕਹਿੰਦਾ ਹੀ ਇਹ ਆ ਕਿ ਜਿਹੜਾ ਆਪਾਂ ਨੂੰ ਗ੍ਰੀਸ ਦੇ ਵਿੱਚ ਅਤੇ ਟਰਕੀ ਦੇ ਵਿੱਚ ਇਮੀਡੀਏਟ ਇੰਟਰਫੇਰੈਂਸ ਕਰਨਾ ਪਊਗਾ, ਕਿਉਂਕਿ ਨਹੀਂ ਤਾਂ ਉੱਥੇ ਖੱਬੇ ਪੱਖੀ ਇਨਕਲਾਬ ਆ ਜਾਊਗਾ। ਹਾਲਾਂਕਿ ਸਟਾਲਿਨ ਨੇ ਉਹ ਗ੍ਰੀਸ ਦੇ ਵਿੱਚ ਮਦਦ ਕਰਨ ਤੋਂ ਨਾ ਕਰਤੀ ਸੀ, ਮਤਲਬ ਉਹਦੇ 'ਤੇ ਇਲਜ਼ਾਮ ਲਾਇਆ ਜਾਂਦਾ, ਪਰ ਪੇਪਰਸ ਅੱਜ ਸ਼ੋਅ ਕਰਦੇ ਕਿ ਉਹਨਾਂ ਨੇ ਕਿਹਾ ਸੀ ਨਹੀਂ ਅਸੀਂ ਕਰਨੀ। ਪਰ ਉਹਦਾ ਟਰੂਮੈਨ ਨੇ ਫਾਇਦਾ ਉਠਾਇਆ ਅਤੇ ਇੱਕ ਟਰੂਮੈਨ ਡਾਕਟਰੀਨ ਆ ਗਈ ਕਿ ਅਸੀਂ ਹਰੇਕ ਉਸ ਥਾਂ 'ਚ ਇੰਟਰਫੀਅਰ ਕਰਾਂਗੇ, ਅਗਰੈਸਿਵਲੀ ਇੰਟਰਫੀਅਰ ਕਰਾਂਗੇ ਜਿੱਥੇ ਕਮਿਊਨਿਜ਼ਮ ਆਉਣ ਦਾ ਡਰ ਹੈਗਾ। ਤਾਂ ਉੱਥੋਂ ਇਹ ਕਹਾਣੀ ਸ਼ੁਰੂ ਹੋਈ ਤਾਂ ਆਪਣੀ ਭਾਰਤ ਜਿਹੜੀ 'ਚ ਕਮਿਊਨਿਜ਼ਮ ਆਉਣ ਦੇ ਡਰ ਚੋਂ ਭਾਖੜਾ ਦੀ ਸ਼ੁਰੂਆਤ ਹੁੰਦੀ ਹੈ ਕਹੀਏ, ਭਾਖੜਾ ਦੀ ਤੇ ਇੰਡਸ ਵੈਲੀ ਇੰਡਸ ਵਾਟਰ ਟ੍ਰੀਟੀ ਦੀ ਸ਼ੁਰੂਆਤ ਹੁੰਦੀ ਆ। 48 ਦੀ ਵਾਰਤ ਲਿਖ ਰਿਹਾ ਵਰਲਡ ਬੈਂਕ ਬੈਠ ਕੇ, ਹਾਂਜੀ IMF ਬੈਠ ਕੇ, ਵੱਡੀਆਂ ਸੰਸਥਾਵਾਂ ਨੇ ਜਿਹੜੀਆਂ। 49 ਦੇ ਵਿੱਚ ਹਾਲੇ ਕੁਛ ਦਿਨ ਪਹਿਲਾਂ ਹੀ ਚੀਨ ਦੇ ਵਿੱਚ ਚੇਂਜਸ ਆਈਆਂ ਸੀ। ਜਦੋਂ ਨਹਿਰੂ ਅਮਰੀਕਾ ਜਾਂਦਾ ਹੈ, ਉੱਥੇ ਉਹ ਵੋਇਜ ਆਫ ਡਿਸਕਵਰੀ ਨਾਂ ਦੀ ਸੀਰੀਜ਼ ਆਫ ਲੈਕਚਰਸ ਦਿੰਦਾ ਹੈ। ਉਹਦੇ ਲੈਕਚਰਸ ਤੋਂ ਬਾਅਦ ਅਮਰੀਕਾ ਦੇ ਵਿੱਚ ਇੱਕ ਬਹੁਤ ਡਿਸਇਲੂਜਨਮੈਂਟ ਆ ਗਈ। ਉਹਨਾਂ ਨੂੰ ਲੱਗਿਆ ਕਿ ਨਹਿਰੂ ਤਾਂ ਸੋਸ਼ਲਿਜ਼ਮ ਵੱਲ ਜਾਊਗਾ, ਅਤੇ ਉਹਨਾਂ ਨੇ ਉਦੋਂ ਬਾਅਦ ਉਹਨਾਂ ਦਿਨਾਂ 'ਚ ਕੋਰੀਅਨ ਵਾਰ ਆ ਗਈ 1950 ਦੇ ਆਸ-ਪਾਸ, ਜਿੱਥੇ ਉਹਨਾਂ ਨੂੰ ਬਹੁਤ ਮੁਸ਼ਕਿਲ ਨਾਲ ਉਹਨਾਂ ਨੇ ਠੱਲ ਪਾਈ ਅਮਰੀਕਨਾਂ ਨੇ ਆਪਦੀ ਇਹਨੂੰ, ਜੋ ਸਾਊਥ ਕੋਰੀਆ ਪੈਰਲਲ ਜਿੱਥੇ ਡਰਾ ਹੈ, ਨਾਰਥ ਕੋਰੀਆ ਅੱਜ ਵੀ ਕਮਿਊਨਿਸਟ ਰਜੀਮ ਹੈਗਾ। ਅਤੇ ਉਹਨਾਂ ਨੇ ਸਮਝ ਲਿਆ ਕਿ ਇਹ ਤਾਕਤ ਬਹੁਤ ਵੱਡੀ ਬਣਦੀ ਜਾ ਰਹੀ ਹੈ, ਇਹ ਜਿਹੜੀਆਂ ਲੈਫਟ ਦੀਆਂ ਫੋਰਸਿਸ ਹੈ ਬਹੁਤ ਸਟਰੋਂਗ ਹੁੰਦੀਆਂ। ਹਿੰਦੁਸਤਾਨ ਦੇ ਵਿੱਚ ਨਹਿਰੂ ਤੋਂ ਵੀ ਲੈਫਟ ਦੀਆਂ ਫੋਰਸਿਸ ਦੀ ਸਪੋਰਟ ਵੀ ਕੀਤਾ ਸੋਵੀਅਤ ਯੂਨੀਅਨ ਨੇ, ਦੋਨਾਂ ਨੇ, ਚਾਈਨਾ ਨੇ ਵੀ ਬਹੁਤ ਸਪੋਰਟ ਕੀਤਾ ਨਾਰਥ ਕੋਰੀਆ ਨੂੰ, ਸੋਵੀਅਤ ਯੂਨੀਅਨ ਨੇ ਵੀ ਕੀਤਾ, ਅਤੇ ਇਹਨਾਂ ਨੇ ਵੀ ਬੜੇ ਮੁਸ਼ਕਿਲ ਧੱਕਿਆ ਉਹਨੂੰ ਵਾਪਸ। ਅਤੇ ਉਹ ਉਦੋਂ ਬਾਅਦ ਉਹਨਾਂ ਦੇ ਇੱਕ ਐਟੋਮਿਕ ਐਨਰਜੀ ਕਮਿਸ਼ਨ ਦੇ ਚੇਅਰਮੈਨ ਸੀਗੇ ਲੈਲੈਂਥੀਅਲ, ਉਹ ਭਾਰਤ ਆਏ। ਉਹਨਾਂ ਨੇ ਇੱਥੇ ਜਦੋਂ ਘੁੰਮੇ ਫਿਰੇ ਤਾਂ ਉਹ ਜਦੋਂ ਉੱਥੋਂ ਆ ਰਹੇ ਸੀ ਤਾਂ ਲਿਪਮੈਨ ਨਾਂ ਦਾ ਇੱਕ ਪੱਤਰਕਾਰ ਸੀ, ਜਿਹਨੇ ਉਹਨੂੰ ਆਖਿਆ ਕਿ ਵੀ ਪਾਣੀ ਬਹੁਤ ਵੱਡਾ ਇਸ਼ੂ ਬਣੂਗਾ ਪਾਕਿਸਤਾਨ ਦੇ ਵਿੱਚ ਅਤੇ ਸਾਊਥ ਏਸ਼ੀਆ ਦੇ ਵਿੱਚ, ਦੱਖਣੀ ਭਾਰਤ, ਦੱਖਣੀ ਏਸ਼ੀਆ ਦੇ ਅੰਦਰ ਪਾਣੀ ਦਾ ਕੰਟਰੋਲ ਆ ਜਿਹੜਾ, ਉਹ ਪੂਰੀ ਪੋਲਿਟਿਕਸ ਦਾ ਕੰਟਰੋਲ ਹੋਊਗਾ, ਪੂਰੀ ਰਾਜਨੀਤੀ ਦਾ। ਉਹਦੇ ਵਿੱਚ ਮੁੱਖ ਕਾਰਨ ਇਹ ਸੀਗਾ ਕਿ ਜਦੋਂ ਲਿਆਕਤ ਅਲੀ 1950 'ਚ ਅਮਰੀਕਾ ਜਾ ਕੇ ਆਏ ਤਾਂ ਉਹ ਅਮਰੀਕਾ ਦੀ ਝੋਲੀ 'ਚ ਪੈ ਗਏ ਸੀ ਪੂਰੇ, ਤਾਂ ਵਾਪਸ ਆਏ ਉਹਨੂੰ ਲੈਫਟ ਦੀਆਂ ਜਿਹੜੀਆਂ ਉੱਥੋਂ ਦੀਆਂ ਜਥੇਬੰਦੀਆਂ, ਉਦੋਂ ਲੈਫਟ ਬਹੁਤ ਸਟਰੋਂਗ ਸੀ ਪਾਕਿਸਤਾਨ ਦੇ ਵਿੱਚ ਵੀ, ਉਹਨੇ ਬਹੁਤ ਅਪੋਜ਼ ਕੀਤਾ, ਇੱਥੋਂ ਤੱਕ ਕਿ ਉਹਨਾਂ ਦੇ ਉੱਤੇ ਹਮਲਾ ਵੀ, ਜਾਨੀ ਹਮਲਾ ਵੀ ਹੋਇਆ ਲੈਫਟ ਵੱਲੋਂ। ਤਾਂ ਉਦੋਂ ਉਹਨਾਂ ਨੇ ਉੱਥੇ ਫਿਰ ਇਹ ਡਰ ਸੀਗਾ ਕਿ ਵੀ ਲੈਫਟ ਦਾ ਪ੍ਰਭਾਵ ਜਿੰਨੇ ਪੋਇਟ ਨੇ ਪਾਕਿਸਤਾਨ ਦੇ ਆਪਾਂ ਦੇਖਦੇ ਹਾਂ, ਸਾਡਾ ਲੁਧਿਆਣ ਵੀ ਹੈ, ਚਾਹੇ ਜਿੰਨੇ ਵੀ ਫੈਜ਼ ਅਹਿਮਦ ਫੈਜ਼ ਆ, ਸਾਰੇ ਲੈਫਟਿਸਟ ਸੀਗੇ। ਹਾਂਜੀ, ਤਾਂ ਉਹ ਲੈਫਟ ਦਾ ਜਿਹੜਾ ਡਰ ਸੀਗਾ ਉਹਨਾਂ ਨੂੰ, ਕਿਉਂਕਿ ਲੈਫਟ ਬੜਾ ਨੇੜੇ ਸੀ ਉਹਨਾਂ ਦੇ, ਚਾਈਨਾ 'ਚ ਹੋ ਗਿਆ ਲੈਫਟ ਆ ਚੁੱਕਿਆ, ਰਸ਼ੀਆ ਤਾਂ ਸਿਰਫ ਅਫਗਾਨਿਸਤਾਨ ਤੋਂ ਹੀ ਪਰੇ ਸੀ, ਅਫਗਾਨਿਸਤਾਨ ਜਿਹੜਾ ਸੀ ਪ੍ਰੋ ਰਸ਼ੀਅਨ ਕੈਂਪ 'ਚ ਹੀ ਸੀਗਾ, ਤਾਂ ਲੈਫਟ ਦਾ ਪ੍ਰਭਾਵ ਪੈਣ ਦਾ ਬਹੁਤ ਡਰ ਸੀ ਪਾਕਿਸਤਾਨ 'ਚ। ਤਾਂ ਇੱਕ ਨੈਚੁਰਲ ਟੈਂਡੈਂਸੀ ਸੀ ਅਮਰੀਕਾ ਦੀ ਕਿ ਵੀ ਇਹਨੂੰ ਕਿਵੇਂ ਨਾ ਕਿਵੇਂ ਇੱਥੇ ਲੈਫਟ ਨੂੰ ਕੱਢਿਆ ਜਾਵੇ। ਤਾਂ ਉਹਦੇ ਵਾਸਤੇ ਉਹਨਾਂ ਦਾ ਇੱਕ ਪਹਿਲਾ ਤਾਂ ਇਹ ਸੀਗਾ ਕਿ ਵੀ ਕਿਤੇ ਖਾਣੇ ਦੀ ਘਾਟ ਨਾ ਰਹੇ, ਜੇ ਇਹਨਾਂ ਨੂੰ ਐਗਰੀਕਲਚਰਲ ਪ੍ਰੋਡਕਟ ਪੂਰਾ ਮਿਲੇ। ਤਾਂ ਜਦੋਂ ਇੰਡਸ ਵਾਟਰ ਟ੍ਰੀਟੀ, ਜਦੋਂ ਸਿੰਧ ਦਰਿਆ ਦੇ ਦਰਿਆਵਾਂ ਨੂੰ ਵੰਡਣ ਦੀ ਗੱਲ ਆਈ, ਤਾਂ ਉਹਦੇ ਵਿੱਚ ਵਰਲਡ ਬੈਂਕ ਨੇ ਬਹੁਤ ਉਹ ਇਹ ਆਪਣਾ ਐਟੋਮਿਕ ਐਨਰਜੀ ਕਮਿਸ਼ਨ ਵਾਲੇ ਉਹ ਆਏ ਵੇ ਸੀ ਲੈਲੈਂਥੀਅਲ, ਉਹ ਲੋਕਾਂ ਨੂੰ ਮਿਲੇ, ਲਿਪਮੈਨ ਦੇ ਕਹਿਣ 'ਤੇ ਉਹ ਪਾਕਿਸਤਾਨ 'ਚ ਲਿਆਕਤ ਅਲੀ ਨੂੰ ਵੀ ਮਿਲੇ। ਤਾਂ ਪਾਣੀ ਦੀ ਇਸ਼ੂ ਦੀ ਗ੍ਰੈਵਿਟੀ ਪਾਕਿਸਤਾਨ 'ਚ ਮਿਲੇ, ਇੱਕ ਪਾਸੇ ਨਹਿਰੂ ਨੂੰ ਮਿਲੇ, ਤੀਜੇ ਪਾਸੇ ਉਹ ਕਸ਼ਮੀਰ 'ਚ ਜਾ ਕੇ ਫਿਰ ਇਹਨੂੰ ਮਿਲੇ, ਸ਼ੇਖ ਅਬਦੁੱਲਾ ਨੂੰ ਮਿਲੇ। ਹਾਂਜੀ, ਤਾਂ ਉਹਨਾਂ ਨੇ ਕਸ਼ਮੀਰ ਨੂੰ ਬਹੁਤ ਵੱਡਾ ਇੱਕ ਇਸ਼ੂ ਸਮਝਿਆ ਕਿ ਵੀ ਇਹ ਬਹੁਤ ਵੱਡਾ ਹੈ, ਅਤੇ ਉਹਨਾਂ ਨੇ ਪਾਣੀ ਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਗੰਭੀਰਤਾ ਦਿੱਤੀ। ਉਹ ਵਾਪਸ ਜਦੋਂ ਗਏ, ਉਹਨਾਂ ਨੇ ਕੋਲੀਅਰ ਨਾਂ ਦੇ ਮੈਗਜ਼ੀਨ 'ਚ ਨੰਬਰ ਆਫ ਆਰਟੀਕਲਸ ਲਿਖੇ ਕਿ ਅਨਦਰ ਕੋਰੀਆ ਇਨ ਮੇਕਿੰਗ, ਆਰ ਵੀ ਲੂਜ਼ਿੰਗ ਇੰਡੀਆ, ਆਰ ਵੀ ਲੂਜ਼ਿੰਗ ਪਾਕਿਸਤਾਨ, ਇਹ ਜਿਹੇ ਕਈ ਲੇਖ ਲਿਖੇ। ਅਤੇ ਯੂਜੀਨ ਬਲੈਕ ਉਹਨਾਂ ਦਿਨਾਂ 'ਚ IMF ਦੇ, ਵਰਲਡ ਬੈਂਕ ਦੇ ਹੈੱਡ ਬਣੇ ਸੀਗੇ। ਉਹ ਕਿਤੇ ਟਰੈਵਲ ਕਰ ਰਹੇ ਸੀ, ਉਹਨੇ ਜੀਵਨ 'ਚ ਕਦੀ ਨਹੀਂ ਮੈਗਜ਼ੀਨ ਪੜ੍ਹਿਆ ਸੀ, ਉਹ ਇਕੱਲਾ ਮੈਗਜ਼ੀਨ ਇੱਕ ਵਾਰੀ ਉਹ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਸੀਗਾ, ਤਾਂ ਮੈਂ ਕਿਹਾ ਚੱਲ, ਕਹਿੰਦੇ ਵੀ ਕੁਛ ਪੜ੍ਹਨਾ ਤਾਂ ਮੈਗਜ਼ੀਨ ਕੋਲੀਅਰ ਨਾਂ ਦਾ ਮੈਗਜ਼ੀਨ ਲੈ ਕੇ ਪੜ੍ਹਨਾ ਸ਼ੁਰੂ ਕੀਤਾ। ਉਹਦੇ ਵਿੱਚ ਉਹਨਾਂ ਨੂੰ ਮਿਲਿਆ, ਉਹਨਾਂ ਨੇ ਹੀ ਇਮੀਡੀਏਟਲੀ ਰੈਂਗ ਅਪ, ਉਹਨਾਂ ਨੂੰ ਕਾਲ ਕੀਤੀ ਲੈਲੈਂਥੀਅਲ ਨੂੰ, ਉਹਨੂੰ ਕਿਹਾ ਵੀ ਤੂੰ ਦੁਬਾਰਾ ਜਾ ਸਕਦਾ ਅਤੇ ਆਪਾਂ ਇਸ ਮਸਲੇ ਨੂੰ ਹੱਲ ਕਰਨਾ। ਤਾਂ ਉੱਥੋਂ ਸ਼ੁਰੂਆਤ ਹੋਈ ਇਹਨਾਂ ਦੀ ਇੰਟਰਫੇਰੈਂਸ ਦੀ। ਦੂਜੇ ਪਾਸੇ ਕੀ ਹੈ ਕਿ ਵੀ ਲਗਾਤਾਰ ਜਿਹੜਾ ਲੈਫਟ ਦਾ ਪ੍ਰੈਸ਼ਰ ਸੀਗਾ ਉਹ ਵਧਣਾ ਸ਼ੁਰੂ ਹੋ ਗਿਆ, ਚੜ੍ਹਦਾ ਆ ਰਿਹਾ ਸੀ। ਦੁਨੀਆ ਦੇ ਅੰਦਰ ਸੋਵੀਅਤ ਯੂਨੀਅਨ ਦਾ ਪ੍ਰਭਾਵ ਵਧਦਾ ਆ ਰਿਹਾ ਸੀ। ਆਪਾਂ ਨੂੰ ਪਤਾ ਇਹ 17 ਤੋਂ ਸ਼ੁਰੂ ਹੋ ਜਾਂਦਾ ਗਾ, ਅਤੇ ਘੱਟੋ ਘੱਟ ਇਹ 56 ਤੱਕ ਤਾਂ ਬਹੁਤ ਵੱਧਦਾ ਤੱਕ, ਤੇ ਸਟਾਲਿਨ ਦੀ ਡੈਥ 56 ਚ ਹੁੰਦੀ ਹੈ। ਉਦੋਂ ਤੱਕ ਤਾਂ ਬਹੁਤ ਵੱਧਦਾ, 56 ਤੱਕ ਤੇ ਪੂਰੀ ਪਹੁੰਚ ਰਿਹਾ। ਉਸ ਤੋਂ ਬਾਅਦ ਬ੍ਰਿਜਨੇਵ ਖਰੁਸ਼ਚੋਵ ਵਾਲਾ ਦੌਰ ਆ ਗਿਆ। ਹਾਂਜੀ, 56 ਤੱਕ ਤਾਂ ਲੋਕੀ ਅਨੈਮਰਡ ਹੀ ਬੜੇ ਸੀ, ਲੋਕਾਂ ਨੂੰ ਐਂ ਲੱਗਦਾ ਸੀ ਵੀ ਇਹੀ ਹੱਲ ਹੀ ਇਹ ਆ। ਯੰਗਸਟਰ ਉੱਠ ਕੇ ਉਹਦੇ ਰੋਮਾਂਸ 'ਚ ਆ, ਇਹਨਾਂ ਨੂੰ ਡਰ ਲੱਗਦਾ ਸੀਗਾ ਕਿ ਸੋਵੀਅਤ ਯੂਨੀਅਨ ਕਿਤੇ ਭਾਰਤ 'ਚ ਵੀ ਇਨਕਲਾਬ ਨਾ ਹੋ ਜਾਏ, ਤੇ ਸਾਡਾ ਜਿਹੜਾ ਪ੍ਰਭਾਵ ਆ ਦੱਖਣੀ ਏਸ਼ੀਆ ਜਾਂ ਖਾਸ ਤੌਰ ਤੇ ਇਸ ਬੈਲਟ ਦੇ ਉੱਤੇ ਖਤਮ ਹੋ ਜੂ। ਹਾਂਜੀ, ਭਾਰਤ ਤੋਂ ਇਲਾਵਾ ਉਹਨਾਂ ਨੂੰ ਪਾਕਿਸਤਾਨ ਦਾ ਹੀ ਬੜਾ ਡਰ ਸੀ ਉਸ ਟਾਈਮ, ਕਿ ਛੋਟਾ ਜਿਹਾ ਕੰਟਰੀ ਆ, ਬੜਾ ਨੇੜੇ ਆ, ਜੋਗ੍ਰਾਫਿਕਲੀ ਨੇੜੇ ਆ, ਬਲਗੇਰੀਆ 'ਚ ਵੜ ਚੁੱਕਿਆ ਸੀਗਾ,
ਆਪਣਾ ਰੂਸ, ਤਾਂ ਉਹ ਜਾਂ ਬੀਅਰ ਹੱਗ ਹੀ ਨਾ ਕਰਕੇ ਇੱਥੇ ਵੜ ਜੇ, ਉਹਦੇ ਨਾਲ ਜੀਓਪੋਲੀਟੀਕਲੀ ਵੀ ਬੜਾ ਵੱਡਾ ਖਤਰਾ ਸੀ। ਇਕੱਲਾ ਲੈਫਟ 'ਚ ਹੀ ਨਹੀਂ ਜਾਂਦੇ ਸੀ ਉਹ, ਉਹਨਾਂ ਨੂੰ ਰਸ਼ੀਆ ਜਿਹਨੂੰ ਵਾਰਮ ਪੋਰਟ, ਗਰਮ ਸਮੁੰਦਰ ਨਹੀਂ ਲੱਗਦਾ ਸਾਰਾ ਸਾਲ ਵਾਲਾ, ਉਹਨੂੰ ਮਿਲਦਾ ਹੁਣ ਸੀ। ਆਪਾਂ ਬੜਾ ਮੁੱਦੇ ਤੇ ਆ ਜਾਈਏ ਕਿਉਂਕਿ ਬੰਦੇ ਪੰਜਾਬ ਵਾਲੇ ਫਿਰ ਆਪਾਂ ਨੂੰ ਗਾਲਾਂ ਕੱਢਣ ਲੱਗ ਨੇ, ਬ੍ਰੇਜ਼ਨੇਵ, ਖਰੁਸ਼ਚੋਵ, ਇਹ ਸਟਾਲਿਨ, ਨਵੇਂ ਨਾਂ ਆ ਰਹੇ ਨੇ, ਸਾਨੂੰ ਗੱਲ ਸਮਝ ਨਹੀਂ। ਹੁਣ ਆਪਾਂ ਗੱਲ ਤੇ ਆਈਏ, ਇਹ ਸਾਰੀ ਪੋਲਿਟਿਕਸ ਜਿਹੜੇ ਭਾਖੜਾ ਸਾਨੂੰ ਭਾਖੜਾ ਦੀ ਜਿਹੜੀ ਬਣਾਇਆ ਗਿਆ, ਜਿਹੜਾ ਬੇਸਿਕਲੀ ਡੈਮ ਨੇਗੇ ਜਿਹੜੇ, ਉਹ ਗੈਰ ਕੁਦਰਤੀ ਨੇ। ਪੂਰੀ ਦੁਨੀਆ ਚਰਚਾ ਹੋ ਰਹੀ ਹੈ ਕਿ ਡੈਮਾਂ ਦਾ ਬਣਨਾ ਕੁਦਰਤੀ ਨਹੀਂ ਆ, ਇਹ ਗੈਰ ਕੁਦਰਤੀ ਹੈ। ਬਿਲਕੁਲ। ਪਰ ਕਿਉਂਕਿ ਨਹਿਰੂ ਮਾਡਰਨਾਈਜੇਸ਼ਨ ਤੋਂ ਬਹੁਤ ਪ੍ਰਭਾਵਿਤ ਸੀ, ਮਾਡਰਨਾਈਜੇਸ਼ਨ ਨੇ ਦਿੱਤਾ ਬਹੁਤ ਕੁਛ ਆ ਦੁਨੀਆ ਨੂੰ, ਪਰ ਮਾਡਰਨਾਈਜੇਸ਼ਨ ਤਾਂ ਸਿਵਲਾਈਜੇਸ਼ਨ ਦੀ, ਮੈਨੂੰ ਇਹ ਲੱਗਦਾ ਵੀ ਸੱਭਿਅਤਾ ਦੇ ਖਾਤਮੇ ਦੀ ਕਹਾਣੀ ਵੀ ਲਿਖਦਾ ਗਾ। ਨਹੀਂ, ਆਧੁਨਿਕਤਾ ਕਿਸੇ ਸੱਭਿਅਤਾ ਦੇ ਖਤਮ ਹੋਣ ਦੀ ਕਹਾਣੀ ਵੀ ਲਿਖਦੀ ਹੈ। ਨਹਿਰੂ 'ਚ ਇੱਕ ਹੋਰ ਪ੍ਰੋਬਲਮ ਸੀ ਕਿ ਉਹਨੂੰ ਵੱਡੀਆਂ ਚੀਜ਼ਾਂ ਦੇ ਬੜੀ ਛਾਪ ਛੱਡ ਕੇ ਜਾਣਾ ਚਾਹੁੰਦਾ ਸੀਗਾ। ਉਹ ਅਮਰੀਕਾ ਗਿਆ, ਅਮਰੀਕਾ ਨਾਲ ਉਹਦੀ ਕੋਈ ਵੀ ਗੱਲ ਨਹੀਂ ਬਣੀ, ਪਰ ਉੱਥੋਂ ਇਹ ਟੈਨਸੀ ਵੈਲੀ ਦਾ ਪ੍ਰੋਜੈਕਟ ਉਹ ਲੈ ਕੇ ਆਇਆ। ਉਹਨੇ ਵੇਖਿਆ ਵੀ ਐਡਾ ਵੱਡਾ ਡੈਮ ਆ ਇੱਥੇ ਜੀ, ਜਿਹੜੀ ਆਪਣਾ ਮੱਕੀ ਆ ਉਹ ਮਸ਼ੀਨਾਂ ਨਾਲ ਕੱਟੀ ਜਾਂਦੀ ਆ, ਬੜਾ ਹੈਰਾਨ ਸੀਗਾ। ਅਤੇ ਉਹਨੇ ਆ ਕੇ ਜਿੱਥੇ ਭਿਲਾਈ ਦੇ ਕਾਰਖਾਨੇ ਤੇ ਹੋਰ ਲਾਏ, ਜਰਮਨੀ ਤੋਂ ਤੇ ਰਸ਼ੀਆ ਤੋਂ ਇਨਪੁਟ ਲੈ ਕੇ ਲਾਏ, ਰਾਊਟ ਕੇ ਲਾ ਰਸ਼ੀਆ ਜਿਹੜੀ ਭਾਰਤ ਹੈ, ਜਿਹੜੀ ਇਹ ਪੂਰੀ ਰਸ਼ੀਆ ਦਾ ਪ੍ਰੋਜੈਕਟ, ਰਸ਼ੀਆ ਦੇ ਹੈਲਪ ਨਾਲ ਆਏ। ਉਧਰੋਂ ਉਹਨੇ ਭਾਖੜਾ ਵਾਲਾ ਜਿਹੜਾ ਪ੍ਰੋਜੈਕਟ ਸੀ, ਸੇਮ ਟੂ ਸੇਮ ਪ੍ਰੋਜੈਕਟ ਭਾਰਤ 'ਚ ਬਹੁਤ ਸਾਰੇ ਲੱਗੇ, ਬਹੁਤ ਲੱਗੇ ਜੀ। ਉਹ ਸਟੀਲ ਅਥਾਰਟੀ ਆਫ ਇੰਡੀਆ ਟੋਟਲੀ ਉਹਨਾਂ ਦਾ ਹੀ ਪ੍ਰੋਜੈਕਟ ਸੀਗੇ। ਉਹਨਾਂ ਨੂੰ ਵੀ ਲੱਗਦਾ ਹੋਊਗਾ ਗੋਰਿਆਂ ਨੂੰ ਕਿ ਸਾਡੀ ਇੰਟਰਵੈਂਸ਼ਨ ਇਸੇ ਤਰੀਕੇ ਨਾਲ ਜ਼ਿਆਦਾ ਵਧੂਗੀ। ਇੱਕ ਪਾਸੇ ਭਾਰਤ ਸੋਵੀਅਤ ਪਾਸੇ ਝੁਕਿਆ ਪਿਆ, ਅਸੀਂ ਜੇ ਇਕਨੋਮਿਕਲੀ ਇਹਨਾਂ ਨੂੰ ਕੁਝ ਦੇਵਾਂਗੇ ਤਾਂ ਇਹ ਸਾਡੇ ਨਾਲ ਆਉਣਗੇ। ਤੇ ਨਹੀਂ, ਉਦੋਂ ਝੁਕਾਅ ਜ਼ਿਆਦਾ ਉਹਨਾਂ ਦਾ ਪਾਕਿਸਤਾਨ ਨਾਲ ਸੀਗਾ, ਤੇ ਉਹਨਾਂ ਨੇ ਫਿਰ ਜਿਹੜਾ ਫੋਰਸ ਕੀਤਾ ਇਹਨਾਂ ਨੂੰ ਕਿ ਵੀ ਤੁਸੀਂ ਇੰਡਸ ਵੈਲੀ ਟਰੀਟੀ ਕਰੋ। ਇੰਡਸ ਜਿਹੜੀ ਸਿੰਧ ਘਾਟੀ ਦੀ ਜਿਹੜੀ ਟਰੀਟੀ ਹੋਈ ਆ, ਉਹਦੇ ਵਿੱਚ ਮੋਟੇ ਤੌਰ 'ਤੇ ਜ਼ਿਆਦਾ ਹਿੱਸਾ ਜਿਹੜਾ ਕੁਛ ਦਰਿਆਵਾਂ ਦਾ, ਜਿਹੜਾ ਜਿਵੇਂ ਝਨਾਹ ਦੇ ਵਿੱਚੋਂ ਕੁਛ ਹਿੱਸਾ ਮਿਲਣਾ ਚਾਹੀਦਾ ਸੀਗਾ ਇੱਧਰ, ਮੈਂ ਛੋਟੀ ਸ਼ਾਰਟ ਕਰਦਾ ਪਿਆ ਗੱਲ ਨੂੰ, ਤਾਂ ਉਹ ਨਹੀਂ ਮਿਲਿਆ। ਅਤੇ ਉਹ ਨਾ ਮਿਲਣ ਕਰਕੇ ਜਿਹੜੀ ਪਾਣੀ ਦੀ ਇੱਥੇ ਜਿਹੜਾ ਪਾਣੀ 20,000 ਕਿਊਸਿਕ ਚੰਦਰਾ ਅਤੇ ਭਾਗਾ ਦੀ ਟ੍ਰਿਬਿਊਟਰੀ 'ਚੋਂ ਮਿਲਣਾ ਸੀਗਾ ਇਹਨੂੰ, ਉਹ ਨਹੀਂ ਮਿਲਿਆ, ਅਤੇ ਉਹ ਜਾਂਦਾ ਰਿਹਾ। ਉਹ ਦੇਣਾ ਸੀ ਉਹਨਾਂ ਨੇ ਰਾਜਸਥਾਨ ਕਨਾਲ ਥਰਾਈ, ਉਹ ਪੰਜਾਬ 'ਚੋਂ ਜਾਂਦਾ ਰਿਹਾ। ਪਰ ਉਹਨਾਂ ਦਿਨਾਂ 'ਚ ਵੱਡੀ ਗੱਲ ਇਹ ਹੈ, ਜਿਹੜੇ ਪੰਜਾਬ ਦੇ ਮਿਨਿਸਟਰ ਸੀ, ਲਹਿਰੀ ਸਿੰਘ ਇੱਕ ਮਿਨਿਸਟਰ ਸੀਗੇ, ਉਹਨਾਂ ਨੇ ਆਖਿਆ ਸੀਗਾ ਕਿ ਵੀ ਸਾਨੂੰ ਤਾਂ ਸਟੋਰੇਜ ਵਾਲੇ ਪਾਣੀ ਦੀ ਲੋੜ ਹੀ ਨਹੀਂ, ਜਿਹਨੂੰ ਆਪਾਂ ਭਾਖੜਾ ਕਹਿੰਦੇ ਹਾਂ, ਵੀ 7 ਮਿਲੀਅਨ ਏਕੜ ਫੁੱਟ ਜਿਹੜਾ ਪਾਣੀ ਆ ਇਹ ਸਟੋਰੇਜ ਦਾ, ਇਹਨੂੰ ਹੀ ਸਾਨੂੰ ਲੋੜ। ਪੰਜਾਬ ਦਾ ਜਿਹੜਾ ਮਸਲਾ ਹੈ ਉਹ 23 ਮਿਲੀਅਨ ਏਕੜ ਫੁੱਟ ਜਿਹੜਾ ਐਕਚੁਅਲ ਪਾਣੀ, ਫਲੋ ਦਾ ਪਾਣੀ ਹੈ, ਜਿਹੜਾ ਪਾਣੀ ਦਰਿਆਵਾਂ 'ਚ ਵਗਦਾ, ਉਹਦੇ ਨਾਲ ਹੀ ਸਾਡਾ ਮਸਲਾ ਹੱਲ ਹੋ ਜਾਂਦਾ ਹੈ। ਮਤਲਬ ਜੁਆਇੰਟ ਪੰਜਾਬ ਦਾ, ਪੰਜਾਬ ਅਤੇ ਹਰਿਆਣਾ ਪੈਪਸੂ ਇਕੱਠੇ ਪੰਜਾਬ ਦਾ ਹੱਲ ਹੋ ਜਾਂਦਾ, ਤਾਂ ਸਾਨੂੰ ਇਹਦੀ ਲੋੜ ਨਹੀਂ। ਸੋ ਮੋਟੇ ਤੌਰ 'ਤੇ ਜੇ ਅੱਜ ਉਦਣ ਵੀ ਜਿੱਦਣ ਭਾਖੜਾ ਬਣਿਆ ਅਤੇ ਅੱਜ ਵੀ ਇਹ ਪੰਜਾਬ ਦਾ ਕੋਈ ਪਰਪਸ ਸੋਲਵ ਨਹੀਂ ਕਰਦਾ। ਇਹ ਅੱਜ ਵੀ 7 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਇਹਦੇ ਵਿੱਚ ਪਿਆ ਹੁੰਦਾ, ਉਹ ਰਾਜਸਥਾਨ ਦਾ ਹੀ ਪਿਆ ਹੁੰਦਾ, ਆਪਣੇ ਵਾਸਤੇ ਕੁਛ ਨਹੀਂ ਸਟੋਰ ਕਰਦਾ। ਆਪਾਂ ਉਵੇਂ ਮੈਨ ਮੇਡ, ਸਗੋਂ ਪਹਿਲਾਂ ਤਾਂ ਹੜ੍ਹ ਆਉਂਦੇ ਸੀ ਤਾਂ ਆਪਾਂ ਨੂੰ ਪਤਾ ਹੁੰਦਾ ਸੀ ਵੀ ਹੈੱਡ ਵਰਕਸ ਤੋਂ ਖੁੱਲ੍ਹ ਜਾਣਾ, ਅੱਜ ਹੈੱਡ ਵਰਕਸ ਵੀ ਨਹੀਂ ਆਪਾਂ ਕੁਛ ਕਰ ਸਕਦੇ ਹੈ। ਜੇ ਹੈੱਡ ਵਰਕਸ ਨੇ ਜਿਹੜੇ ਉਹ ਪੰਜਾਬ ਦੇ ਅੰਡਰ ਨਹੀਂ ਆ, ਉਹ ਸੈਂਟਰ ਦੇ ਅੰਡਰ ਨੇ। ਪਾਣੀ ਖੁੱਲ੍ਹਣਾ ਕਿੱਥੇ ਆ, ਬੰਦ ਕਿੱਥੇ ਹੋਣਾ, ਪੰਜਾਬ 'ਚ ਲੱਗੇ ਹੋਏ ਨੇ, ਪਰ ਪੰਜਾਬ ਉਹਨਾਂ ਦੇ ਗੇਟ ਨਹੀਂ ਖੋਲ੍ਹ ਸਕਦਾ। ਨਹੀਂ, ਅੱਜ ਆਪਾਂ ਰਾਜਸਥਾਨ ਕਨਾਲ ਦਾ ਪਾਣੀ ਜੇ ਖੋਲ੍ਹਣਾ ਚਾਹੀਏ, ਜੇ ਪੰਜਾਬ ਦਾ CM ਵੀ ਸੋਚ ਲਏ ਮੈਂ ਖੋਲ੍ਹਣਾ, ਉਹ ਨਹੀਂ ਖੋਲ੍ਹ ਸਕਦਾ। ਸੈਕਸ਼ਨ 78 ਪੈ ਰਿਹਾ ਜੀ ਰਾਜਸਥਾਨ ਕਨਾਲ ਕਿਉਂ ਨਹੀਂ ਛੱਡਿਆ ਜਾ ਰਿਹਾ, ਉਹ ਨਹੀਂ, ਕਿਉਂ ਨਹੀਂ ਛੱਡਿਆ ਜਾ ਰਿਹਾ, ਉਹ ਜਵਾਬ ਕਿਉਂ ਨਹੀਂ ਦੇ ਰਹੇ ਮੈਨੂੰ ਨਹੀਂ ਪਤਾ, ਪਰ ਉਹਨਾਂ ਦੇ ਐਕਚੁਅਲੀ ਹੱਥ 'ਚ ਹੀ ਹੈ ਨਹੀਂ ਹੈ। ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਸੈਕਸ਼ਨ 78, 79, 80 ਦੇ ਵਿੱਚ ਹੈੱਡ ਵਰਕਸ ਤੱਕ ਜਿਹੜੇ ਪੰਜਾਬ ਦੇ ਹੈਗੇ ਆ, ਉਹ ਵੀ ਸੈਂਟਰ ਦੇ ਅੰਦਰ, BBMB ਦੇ ਅੰਦਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਡਰ। ਅਤੇ ਹੁਣ ਲੇਟਲੀ ਤਾਂ ਤੁਹਾਨੂੰ ਪਤਾ ਹੀ ਆ, BBMB ਜਿਹੜਾ ਉਹਨਾਂ ਤੋਂ ਵੀ ਖੋਹ ਲਿਆ, ਪੰਜਾਬ ਤੋਂ ਵੀ ਉਹਦਾ, ਹਾਂ, ਚੇਅਰਮੈਨ ਵੀ ਆਪਣਾ ਨਹੀਂ ਗਾ ਉਹਦੇ ਵਿੱਚ, ਸੋ ਨਹੀਂ ਕਰ ਸਕਦੇ। ਤਾਂ ਜਦੋਂ ਇਹ ਪਾਣੀ ਆ ਰਹੇ ਸੀਗੇ ਸਾਰੀ, ਜਦੋਂ ਇਹ ਇੰਡਸ ਵਾਟਰ ਟਰੀਟੀ ਹੋ ਰਹੀ ਸੀ ਜਾਂ ਭਾਖੜਾ ਵਾਲਾ ਪ੍ਰੋਜੈਕਟ ਲੱਗ ਰਿਹਾ ਸੀਗਾ, ਉਦੋਂ ਪਹਿਲਾਂ ਪਾਣੀ ਦੀ ਕਹਾਣੀ ਜਿਹੜੀ ਪੰਜਾਬ 'ਚ ਹੋਰ ਤਰ੍ਹਾਂ ਦੀ ਸੀ, ਉਹ ਤੋਂ ਬਾਅਦ ਬਦਲ ਗਈ। ਜਿਵੇਂ ਬਾਕੀਆਂ ਨੂੰ ਪਾਣੀ ਦੇਣ ਦਾ, ਜਦੋਂ ਰਾਜਸਥਾਨ ਤੋਂ ਪਹਿਲਾਂ ਆਪਾਂ ਰਾਇਲਟੀ ਕਹਿੰਦੇ ਆਉਂਦੀ ਹੁੰਦੀ ਸੀ, ਹਾਂਜੀ, ਮਹਾਰਾਜਿਆਂ ਦੇ ਰਾਜ ਵੇਲੇ, ਚਾਹੇ ਮਹਾਰਾਜਾ ਭੁਪਿੰਦਰ ਸਿੰਘ ਦਾ ਰਾਜ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਇਹ ਵੀ ਕਹਾਣੀ ਬਦਲੀ ਇਹਦੇ ਨਾਲ। ਇਹ ਦੇਖੋ, ਜਿੰਨੀ ਵੀ ਪਾਣੀ ਦੀ ਲੁੱਟ ਹੋਈ ਆ ਜਾਂ ਆਪਣੀ ਹੋਈ ਹੈ, ਜਦੋਂ ਅੰਗਰੇਜ਼ ਦੇ ਆਉਣ ਤੋਂ ਬਾਅਦ ਹੋਈ ਆ, ਉਹ ਸਾਰੀ ਬਸਤੀਵਾਦੀ ਲੁੱਟ ਆ। ਜਿਵੇਂ ਗੰਗਾ ਸਿੰਘ ਨੂੰ ਜਿਹੜਾ ਪਾਣੀ ਦਿੱਤਾ, ਮਹਾਰਾਜਾ ਗੰਗਾ ਸਿੰਘ ਨੂੰ ਪਾਣੀ ਦਿੱਤਾ, ਉਹ ਪਹਿਲਾਂ ਨਹੀਂ ਦੇ ਰਹੇ ਸੀ। 1895 'ਚ ਉੱਥੇ ਕਾਲ ਪਿਆ ਸੀ ਬਹੁਤ ਜ਼ਿਆਦਾ, ਆਪਣੇ ਵੀ ਹਿਸਾਰ ਦੇ ਇਲਾਕੇ 'ਚ ਬਹੁਤ ਵੱਡਾ ਕਾਲ ਪਿਆ ਸੀ। ਕੋਈ ਵੀ ਸਾਧਨ ਜਾਂਦਾ ਸੀ ਤਾਂ ਉਹਦਾ ਪੈਸਾ ਹੁੰਦਾ ਸੀ, ਉਹਦੀ ਰੈਲਿਟੀ ਹੁੰਦੀ ਸੀ। ਪੈਸਾ ਨਹੀਂ, ਸਾਧਨ ਗਿਆ, ਪਹਿਲਾਂ ਪੈਸਾ ਸਾਧਨ ਵੀ ਨਹੀਂ ਗਿਆ ਸੀਗਾ। ਉਦੋਂ ਬਾਅਦ ਜਦੋਂ ਪਹਿਲੀ ਜੰਗ ਲੱਗੀ ਅਤੇ ਮਹਾਰਾਜਾ ਬੀਕਾਨੇਰ ਨੇ ਬਹੁਤ ਜ਼ਿਆਦਾ ਮਦਦ ਕੀਤੀ ਅੰਗਰੇਜ਼ ਦੀ, ਅਤੇ ਲਾਰਡ ਇਰਵਿਨ ਉਦੋਂ ਵਾਇਸਰੋਏ ਸੀਗੇ। ਉਹਨਾਂ ਨੂੰ ਜਦੋਂ 1919 ਦੇ ਵਿੱਚ ਵਰਸੇਲਸ ਦੀ ਜਿਹੜੀ ਟਰੀਟੀ ਸਾਈਨ ਹੋਈ ਹੈ ਫਰਾਂਸ ਦੇ ਵਿੱਚ, ਉਹਦੇ ਸਿਗਨੇਟਰੀ ਸੀਗਾ ਮਹਾਰਾਜਾ ਗੰਗਾ ਸਿੰਘ, ਇੰਨਾ ਜ਼ਰੂਰੀ ਸੀ ਉਹਨਾਂ ਵਾਸਤੇ ਉਹ। ਤਾਂ ਉਹਨੇ ਵਾਰ ਕੈਬਨਿਟ ਦਾ ਹਿੱਸਾ ਸੀ, ਉਹ ਪਹਿਲੀ ਜੰਗ 'ਚ ਉਹਨੇ ਬੰਦੇ ਵੀ ਦਿੱਤੇ, ਤੋਪਾਂ ਵੀ ਦਿੱਤੀਆਂ, ਸਮਾਨ ਵੀ ਦਿੱਤਾ। ਤਾਂ ਉਹਦੇ ਬਦਲੇ ਉਹਨੇ ਮੰਗ ਕੀਤੀ ਕਿ ਵੀ ਮੈਨੂੰ ਪਾਣੀ ਦਿਓ ਪੰਜਾਬ ਦਾ।
ਤਾਂ 2100 ਕਿਊਸੈਕ ਦਾ ਪਾਣੀ ਮਨਜ਼ੂਰ ਹੋਇਆ ਸੀ। ਬਹਾਵਲਪੁਰ ਸਟੇਟ ਨੇ ਇਤਰਾਜ਼ ਉਠਾਇਆ ਸੀ। ਫਿਰ ਉਦੋਂ ਇੱਕ ਕਲੌਡ ਹਿੱਲ ਨਾਂ ਦੀ ਕਮੇਟੀ ਬਣੀ ਸੀ ਜਿਹਦੇ 'ਚ ਆਖਿਆ ਸੀਗਾ ਕਿ ਹਾਂ ਜੇ ਜ਼ਰੂਰਤ ਹੋਵੇ ਦਿੱਤਾ ਜਾ ਸਕਦਾ। ਸੋ ਉਹ ਪਹਿਲੀ ਵਾਰ ਪੰਜਾਬ ਦੇ ਪਾਣੀ ਦੀ ਲੁੱਟ ਹੋਈ। ਉਦੋਂ ਜਿਹੜਾ ਪੰਜਾਬ ਦਾ ਪਾਣੀ ਪਹਿਲੀ ਵਾਰ ਪੰਜਾਬ ਤੋਂ ਬਾਹਰ ਗਿਆ, ਜਿਹੜਾ ਕਿ ਰਿਪੇਰੀਅਨ ਏਰੀਏ ਤੋਂ ਬਾਹਰ ਚਲਾ ਗਿਆ, ਬੇਸਿਨ 'ਚੋਂ ਵੀ ਬਾਹਰ ਚਲਾ ਗਿਆ। ਹਾਲਾਂਕਿ ਉਹ ਜਿਹੜਾ ਇਹ ਕਹਿੰਦੇ ਆ ਰਾਇਲਟੀ ਦੇ ਵਿੱਚ ਥੋੜ੍ਹੇ ਜਿਹੇ ਡਾਊਟ ਸੀਗੇ ਆ, ਉਹ ਐਕਚੁਅਲੀ ਸੀਨਰੇਜ ਨਾਂ ਦੀ ਚੀਜ਼ ਸੀ ਜਿਹਦੇ ਨਾਲ ਆਪਣੇ ਲਾਸਿਸ ਕਵਰ ਹੁੰਦੇ ਸੀ, ਨਾ ਕਿ ਕੋਈ ਇਸ ਤਰੀਕੇ ਦਾ ਮੁਆਵਜ਼ਾ ਮਿਲਿਆ ਪੰਜਾਬ ਨੂੰ ਕਦੀ ਵੀ ਕਿ ਜਿਹੜੇ ਹਰਿਆਣਾ ਰਾਜਸਥਾਨ ਨਾਲ ਦਿੱਲੀ ਨਾਲ ਰੌਲੇ ਚੱਲ ਰਹੇ ਨੇ ਪੰਜਾਬ ਦੇ ਪਾਣੀ ਦੀ, ਉਹਦੀ ਨੀਂਹ ਅੰਗਰੇਜ਼ਾਂ ਨੇ ਧਰੀ। ਉਹਦੀ ਨੀਂਹ ਅੰਗਰੇਜ਼ ਨੇ ਧਰੀ, ਗੰਗ ਕਨਾਲ ਨੇ ਉਹਦੀ ਨੀਂਹ ਧਰਤੀ। ਗੰਗ ਕਨਾਲ ਸਭ ਤੋਂ ਪਹਿਲੀ ਕਨਾਲ ਪੰਜਾਬ ਤੋਂ ਬਾਹਰ ਗਈ। ਉਹਦਾ ਵਿਰੋਧ ਨਹੀਂ ਹੋਇਆ। ਉਹਦਾ ਵਿਰੋਧ ਬਹਾਵਲਪੁਰ ਸਟੇਟ ਨੇ ਬਹੁਤ ਕੀਤਾ, ਪੰਜਾਬ ਦੇ ਆਫੀਸ਼ੀਅਲਸ ਨੇ ਵੀ ਬਹੁਤ ਕੀਤਾ ਉਦੋਂ, ਕਿਉਂਕਿ ਅੰਗਰੇਜ਼ ਅਫਸਰ ਸੀਗੇ। ਆਮ ਬੰਦੇ ਨੂੰ ਤਾਂ ਇੰਨਾ ਵਿਰੋਧ, ਆਮ ਲੋਕਾਂ ਨੇ ਤਾਂ ਈਵਨ ਰਾਜਸਥਾਨ ਕਨਾਲ ਦਾ ਵੀ ਵਿਰੋਧ ਨਹੀਂ ਕੀਤਾ ਸੀ। ਅਤੇ ਉਹਨਾਂ ਦਿਨਾਂ 'ਚ ਇੰਨੀ ਜਾਗਰੂਕਤਾ ਨਹੀਂ ਸੀ ਜਾਂ ਇਨਫੋਰਮੇਸ਼ਨ ਅਵੇਲੇਬਲ ਨਹੀਂ ਹੁੰਦੀ ਸੀਗੀ। ਅਤੇ ਉਹਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਕੀਤਾ ਸੀ, ਤਾਂ ਉਹਦੀ ਕਮੇਟੀ ਬਣੀ ਜਿਹਦੇ ਵਿੱਚ ਸਰ ਕਲੌਡ ਹਿੱਲ ਜਿਹੜੇ ਸੀਗੇ ਉਹਨਾਂ ਨੇ ਇੱਕ ਟੈਕਸ ਦਿੱਤਾ ਕਿ ਵੀ ਜਨਤਕ ਲੋੜ ਵਾਸਤੇ ਦਿੱਤਾ ਜਾ ਸਕਦਾ। ਪਰ ਉਦੋਂ ਬਾਅਦ ਦੁਬਾਰਾ ਜਦੋਂ ਉਹਨਾਂ ਨੇ ਫੇਰ ਮੰਗਿਆ ਕਿ ਵੀ ਸਾਨੂੰ ਇਹਦੇ ਵਿੱਚ ਦਿੱਤਾ ਜਾਵੇ, ਰਾਜਸਥਾਨ ਕਨਾਲ ਬਣਾਈ ਜਾਵੇ, ਅੰਗਰੇਜ਼ਾਂ ਵੇਲੇ ਵੀ ਇਹ ਡਿਮਾਂਡ ਉੱਠੀ ਸੀਗੀ ਕਿ ਸਾਨੂੰ ਹੋਰ ਪਾਣੀ ਦਿੱਤਾ ਜਾਵੇ, ਤਾਂ ਉਦੋਂ ਇੱਕ ਐਂਡਰਸਨ ਕਮੇਟੀ ਬਣੀ ਸੀ ਜਿਹਦੇ ਵਿੱਚ ਬਿਲਕੁਲ ਟਰਨ ਡਾਊਨ ਕਰਦਾ ਸੀ ਅੰਗਰੇਜ਼ ਨੇ ਕਿ ਇਹ ਨਹੀਂ ਹੋ ਸਕਦਾ। ਇਹ ਫਿਰ 1947 ਤੋਂ ਬਾਅਦ ਹੋਇਆ। 1954 ਦੇ ਵਿੱਚ ਪਹਿਲੀ ਵਾਰ ਚੀਫ ਇੰਜੀਨੀਅਰਸ ਦੀ ਮੀਟਿੰਗ 'ਤੇ ਹੋਇਆ। ਪਰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ ਤੁਹਾਨੂੰ ਕਿ ਜਿਹੜਾ ਵੀ ਕੋਈ ਜ਼ਿਮੀਂਦਾਰ ਕਲਾਸ 'ਚੋਂ ਆਇਆ ਜਾਂ ਪੇਂਡੂ ਕਲਾਸ 'ਚੋਂ ਮਿਨਿਸਟਰ ਆਇਆ ਜਾਂ ਕੁਛ ਹੈ, ਉਹਨੇ ਪਾਣੀ ਦੇਣ ਤੋਂ ਬਹੁਤ ਹਿਚਕਚਾਹਟ ਕੀਤੀ, ਉਹਨੇ ਰੁਕਵਾਇਆ। ਲਹਿਰੀ ਸਿੰਘ ਮਿਨਿਸਟਰ ਸੀਗੇ ਆਪਣੇ, ਉਹ ਹੁਣ ਮੌਜੂਦਾ ਹਰਿਆਣੇ ਦੇ ਇਲਾਕੇ 'ਚੋਂ ਸੀਗੇ। ਜਦੋਂ ਛੋਟੂ ਰਾਮ ਵੀ ਸਰ ਛੋਟੂ ਰਾਮ ਤੋਂ ਪਹਿਲਾਂ ਹੋਇਆ। ਲਹਿਰੀ ਸਿੰਘ ਨੇ ਜਦੋਂ ਉੱਥੇ ਹੋਈ ਗੱਲ ਹੈ ਨਾ, ਜਦੋਂ ਕਿ ਪਾਣੀਆਂ ਦੀ ਐਂ ਵੰਡ ਹੋਣੀ ਆ, ਅਤੇ ਉਹਨਾਂ ਨੇ ਜਵਾਬ ਦੇ ਦਿੱਤਾ ਇਸ ਗੱਲ ਤੋਂ ਕਿ ਵੀ ਇਹ ਵੰਡ ਠੀਕ ਨਹੀਂ ਗੀ। ਉਦੋਂ ਇੱਕ ਉਹਦੇ ਵਿੱਚ ਕਲੌਜ਼ ਵੀ ਸੀਗਾ, ਬਹੁਤ ਖਤਰਨਾਕ ਕਲੌਜ਼ ਸੀਗਾ ਕਿ ਵੀ ਜਿਹੜਾ ਹਾੜੀ ਸੌਣੀ ਦੇ ਵਿੱਚ ਪਾਣੀ ਕਿਵੇਂ ਵੰਡਿਆ ਜਾਣਾ ਇਹਦਾ ਬਾਅਦ 'ਚ ਸੋਚਾਂਗੇ, ਜਿਹੜਾ ਅੱਜ ਤੱਕ ਆਪਾਂ ਨੂੰ ਪ੍ਰੋਬਲਮ ਕਰ ਰਿਹਾ। ਕਿ ਅੱਜ ਵੇਖੋ ਉੱਥੇ ਫਲੱਡ ਆਏ ਹੋਏ ਆ, ਪਾਣੀ ਬਹੁਤ ਜ਼ਿਆਦਾ, ਆਪਾਂ ਰਾਜਸਥਾਨ ਕਨਾਲ ਨੂੰ ਪਾਣੀ ਨਹੀਂ ਦੇ ਸਕਦੇ, ਕਿਉਂਕਿ ਜਿਹੜਾ ਇਹ ਆ ਕਿ ਪਾਣੀ ਉਹਨੇ ਕਿਵੇਂ ਲੈਣਾ ਇਹ ਉਹਨਾਂ ਦੇ ਹੱਥ 'ਚ ਆ। ਇਹਦੇ 'ਤੇ ਵੀ ਲਹਿਰੀ ਸਿੰਘ ਨੇ ਇਤਰਾਜ਼ ਉਠਾਇਆ ਸੀਗਾ। ਅਤੇ ਲਹਿਰੀ ਸਿੰਘ ਖੁਦ ਫਾਰਮਿੰਗ ਕਮਿਊਨਿਟੀ 'ਚੋਂ ਸੀ, ਉਹਨਾਂ ਨੂੰ ਪਤਾ ਸੀਗਾ ਕਿ ਵੀ ਪਾਣੀ ਦੀ ਕੀਮਤ ਕੀ ਆ। ਫਿਰ ਉਹਨਾਂ ਨੇ ਇਹ ਵੀ ਲਿਖਿਆ ਸੀਗਾ ਵੀ ਇਹ ਪਾਣੀ ਦੀ ਵੰਡ ਗਲਤ ਹੋ ਰਹੀ ਆ, ਸਾਡੇ ਨਾਲ ਤੁਸੀਂ ਜੇ ਪਾਣੀ ਦੀ ਵੰਡ ਕਰਨੀ ਹੈ ਇਸੇ ਰੇਸ਼ੋ 'ਚ ਸਿਰਫ 7 ਮਿਲੀਅਨ ਏਕੜ ਫੁੱਟ ਦੀ ਕਰੋ, ਜਿਹੜਾ ਬਾਕੀ 23 ਆ ਉਹ ਤਾਂ ਪੰਜਾਬ ਦਾ ਸਾਡਾ, ਉਹ ਤਾਂ ਅਸੀਂ ਦੇਣਾ ਨਹੀਂ ਤੁਹਾਨੂੰ। ਸੋ ਉਹਨਾਂ ਨੇ ਇਤਰਾਜ਼ ਉਠਾਏ ਸੀ, ਡੈਮਾਂ 'ਤੇ ਵੀ ਇਤਰਾਜ਼ ਉੱਠੇ ਸੀ। ਪਰ ਇਹ ਆ ਕਿ ਵੀ ਇਹਨੂੰ ਕਦੀ ਉਜਾਗਰ ਨਹੀਂ ਕੀਤਾ ਜਾਂਦਾ। ਰਾਦਰ ਉਹਨਾਂ ਦਿਨਾਂ 'ਚ ਗਾਣੇ ਬਣੇ। ਇੱਕ ਸ਼ਾਇਦ ਤੁਹਾਨੂੰ ਪਤਾ ਹੋਵੇ ਇੱਕ ਟੈਕਸ ਵੀ ਲਾਇਆ ਗਿਆ ਕਿ ਖੁਸ਼ਕਿਸਮਤ ਟੈਕਸ ਨੂੰ ਲੈਫਟ ਨੇ ਅਗਾਂਹ ਬਹੁਤ ਉਹਦੀ ਸਟਰਗਲ ਕੀਤੀ ਕਿ ਇਹਦੇ ਨਾਲ ਤੁਹਾਡੇ ਭਾਖੜਾ ਨਾਲ ਹੋਰ ਇੱਥੇ ਮਤਲਬ ਪ੍ਰੋਸਪੈਰਿਟੀ ਦੇ ਉੱਤੇ ਟੈਕਸ ਲੱਗਿਆ, ਜਿਹੜਾ ਬੜੀ ਮੁਸ਼ਕਲ ਮੜਵਾਇਆ ਲੋਕਾਂ ਨੇ। ਸੋ ਇਹ ਕੋਈ ਮਤਲਬ ਐਡਵਾਂਟੇਜ ਨਹੀਂ ਹੋਇਆ। ਅਤੇ ਡੈਮਸ ਹੁਣ ਤਾਂ ਵਰਲਡ ਓਵਰ ਨੋਨ ਹੀ ਆ ਕਿ ਵੀ ਇਹ ਵੱਡੇ ਡੈਮਸ ਦੇ ਪ੍ਰੋਜੈਕਟਸ ਫੇਲ ਹੋਏ ਆ, ਅਤੇ ਲਾਈਫ ਵੀ ਭਾਖੜਾ ਦੀ ਖਤਮ ਹੋ ਗਈ ਆ। ਇਹਦਾ ਕੋਈ ਹੱਲ ਹੋਰ ਨਿਕਲਣੇ ਚਾਹੀਦੇ ਕਿ ਜਦੋਂ ਪੰਜਾਬ ਦੇ ਅੰਦਰ ਇਹ ਸਾਰੀਆਂ ਗੱਲਾਂ ਹੋ ਰਹੀਆਂ, ਸਾਡੀ ਮਾਡਰਨ ਜਿਹੜੀ ਲੀਡਰਸ਼ਿਪ ਆ ਗਈ, ਜਿਹੜੇ ਸਾਡੇ ਮਾਡਰਨ ਲੀਡਰ ਸੀਗੇ ਆਜ਼ਾਦੀ ਤੋਂ ਬਾਅਦ, ਬੜੇ ਵੱਡੇ ਨਾਂ ਲਏ ਜਾਂਦੇ, ਪ੍ਰਤਾਪ ਸਿੰਘ ਕਾਰੋਂ ਦਾ, ਹੋਰ ਦਾ, ਕਦੇ ਇਹਨਾਂ ਦੇ ਅੰਦਰ ਇਸ ਲੈਵਲ ਦੀ ਕੋਈ ਗਹਿਨ ਚਰਚਾ ਨਹੀਂ ਹੋਈ ਪੰਜਾਬ ਨਾਲ ਕੀ ਹੋ ਗਿਆ, ਜੇ ਇਹਦੇ 'ਤੇ ਅੱਗੇ ਰੀਥਿੰਕ ਕਰਵਾਇਆ ਜਾਵੇ, ਜਾਂ ਫਿਰ ਉਹ ਪ੍ਰੋਸੈਸ ਹੁੰਦਾ ਆਪਾਂ ਦੇਖਦੇ ਹਾਂ ਉਹ ਕਿਵੇਂ ਇੱਕ ਅੱਗੇ ਵੱਧਦਾ ਗਾ, ਕਿਵੇਂ ਫਿਰ ਉਹ 'ਚ ਇੱਕ ਲਹਿਰ ਤੱਕ ਪੈਦਾ ਹੋ ਜਾਂਦੀ ਹੈਗੀ। ਜਿਹੜੇ ਤਾਂ ਪ੍ਰਤਾਪ ਸਿੰਘ ਕੈਰੋਂ ਸੀ ਉਹ ਵੈਸੇ ਖੈਰ ਚਲੋ ਉਹਨਾਂ ਨੇ ਇੰਡਸਟਰੀਅਲ ਡਿਵੈਲਪਮੈਂਟ ਵੀ ਬਹੁਤ ਕਰਾਈ, ਉਹਨਾਂ ਦੀ ਐਡਮਿਨਿਸਟ੍ਰੇਸ਼ਨ 'ਚ ਵੀ ਸੀ, ਹੋਰ ਵੀ ਉਹਨਾਂ ਨੇ ਬਹੁਤ ਕੰਮ ਕੀਤਾ, ਜਿਵੇਂ ਮੁਰੱਬੇਬੰਦੀ ਕਰਾਈ ਅਤੇ ਹੋਰ ਰਿਫੋਰਮਸ ਵੀ ਐਗਰੀਕਲਚਰ ਕੀਤੇ। ਉਹ 'ਚ ਆਪਾਂ ਉਹਨਾਂ ਦੀ ਕੰਟਰੀਬਿਊਸ਼ਨ ਮਤਲਬ ਡਿਨਾਈ ਨਹੀਂ ਕਰ ਰਹੇ। ਮੈਂ ਕਹਿ ਰਿਹਾ ਕਿ ਇੰਨਾ ਸੀਰੀਅਸ ਇਸ਼ੂ, ਪਰ ਪਾਣੀ ਦੇ ਮਸਲੇ ਇਹਦੇ 'ਚ ਏਡੇ ਆਪਾਂ ਨਾਂ ਲੈਂਦੇ ਹਾਂ ਪੰਜਾਬ ਦੇ ਪੋਲੀਟੀਸ਼ੀਅਨਾਂ ਦੇ, ਜਦੋਂ ਬਾਰ-ਬਾਰ ਕਿ ਹੈ ਨਾ, ਮੈਂ ਸਾਰਿਆਂ ਦੀ ਗੱਲ ਕਰਦਾ, ਉਹਨਾਂ ਨੇ ਕੋਈ ਇਹਦਾ ਗਹਿਨ ਅਧਿਐਨ ਕੀਤਾ, ਉਹਨਾਂ ਨੇ ਕੋਈ ਇਹਦੇ 'ਤੇ ਰੀਥਿੰਕ ਕਰਨ ਦਾ ਸੋਚਿਆ ਕਿ ਯਾਰ ਇਹਦੇ 'ਤੇ ਕੋਈ ਆਪਾਂ ਪ੍ਰੋਟੈਸਟ ਕਰੀਏ, ਕੋਈ ਇਹਦੇ 'ਤੇ ਆਪਾਂ ਪੋਲੀਟਿਕਸ ਖੜੀ ਕਰੀਏ ਤਾਂ ਕਿ ਇਹ ਨਾ ਹੋਵੇ। ਨਹੀਂ, ਪ੍ਰਤਾਪ ਸਿੰਘ ਕੈਰੋਂ ਤਾਂ ਪਾਣੀ ਦੇ ਮਸਲੇ 'ਚ ਬਿਲਕੁਲ ਉਲਟ ਭੁਗਤੇ ਕਿ ਜਦੋਂ ਸਿੰਧ ਘਾਟੀ ਦੀ ਟਰੀਟੀ ਹੋ ਗਈ ਤਾਂ ਨਹਿਰੂ ਬਹੁਤ ਪ੍ਰੈਸ਼ਰ 'ਚ ਆ ਗਿਆ, ਕਿਉਂਕਿ ਪਾਰਲੀਮੈਂਟ 'ਚ ਅਟਲ ਬਿਹਾਰੀ ਵਾਜਪਾਈ ਨੇ ਅਤੇ ਇੱਕ ਹਰੀਸ਼ ਪੰਥ ਕੀ ਨਾਂ ਦੇ ਮਿਨਿਸਟਰ ਸੀਗੇ, ਹਰੀਸ਼ ਪੂਨੀਆ ਨਾਂ ਦੇ ਮਿਨਿਸਟਰ ਸੀਗੇ, ਆਪਣਾ MP ਸੀਗੇ, ਜਿਹੜੇ ਉਹਨਾਂ ਨੇ ਸਵਾਲ ਉਠਾਇਆ, ਉਹ ਉੱਥੋਂ ਪਾਲੀ ਤੋਂ ਖੜੇ ਹੁੰਦੇ ਸੀਗੇ, ਉਹਨਾਂ ਨੇ ਸਵਾਲ ਉਠਾਇਆ ਕਿ ਵੀ ਹੁਣ ਰਾਜਸਥਾਨ ਨੂੰ ਪਾਣੀ ਕਿੱਥੋਂ ਮਿਲੂਗਾ, ਵੀ ਪਾਣੀ ਤਾਂ ਤੁਸੀਂ ਪਾਕਿਸਤਾਨ ਨੂੰ ਵੱਧ ਦੇਤਾ। ਅਤੇ ਉਹਦੇ ਵਿੱਚ ਜਦੋਂ ਉਹ ਸਟੇਟਮੈਂਟ ਦਿੱਤੀ ਸੀ, ਕਿਉਂਕਿ ਅਯੂਬ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਕਿ ਬਾਜਵਾ ਦੀ ਕਿਤਾਬ 'ਚ ਲਿਖਦਾ ਫਰੈਂਡਸ ਨਾਟ ਮਾਸਟਰਸ ਦੇ ਵਿੱਚ ਕਿ ਵੀ ਨਹਿਰੂ ਬਹੁਤ ਜੈਨਰਸ ਸੀ, ਮੈਨੂੰ ਬਹੁਤ ਜ਼ਿਆਦਾ ਪਾਣੀ ਦੇ ਗਿਆ ਲੋੜ ਤੋਂ, ਠੀਕ ਹੈ ਜੀ। ਅਤੇ ਜਦੋਂ ਇਹ ਗੱਲਾਂ ਉੱਠਣ ਲੱਗੀਆਂ
ਤਾਂ ਉਹਨਾਂ ਨੇ ਸਵਾਲ ਉਠਾਏ ਪਾਰਲੀਮੈਂਟ 'ਚ। ਤਾਂ ਜਦੋਂ ਕਾਂਗਰਸ ਰੂਲਡ ਸਟੇਟ ਸੀਗੀ, ਉਧਰੋਂ 57 ਦੇ ਇਲੈਕਸ਼ਨ ਹੋ ਕੇ ਹਟੇ ਸੀਗੇ, ਅਤੇ ਉਧਰੋਂ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਸੀਗੀ ਕਿ ਨਹਿਰੂ ਦਾ ਜਿਹੜਾ IMF ਤੋਂ ਉਹਨੂੰ ਲੋਨ ਚਾਹੀਦਾ ਸੀ। ਪਹਿਲੀ ਵਾਰ ਇੰਡੀਆ ਕ੍ਰਾਈਸਿਸ ਫੇਸ ਕਰ ਰਿਹਾ ਸੀਗਾ, ਫਿਸਕਲ ਕ੍ਰਾਈਸਿਸ, ਬੈਲੈਂਸ ਆਫ ਪੇਮੈਂਟ ਦਾ। ਡਾਲਰ ਉਹ ਤੋਂ ਜ਼ੋਰ ਪਾ ਰਹੇ ਸੀਗੇ ਕਿ ਡੀਵੈਲਿਊ ਕਰੋ ਕਰੰਸੀ, ਮਤਲਬ ਕਈ ਪਾਸੋਂ ਘਿਰ ਗਿਆ ਸੀ ਨਹਿਰੂ। ਤਾਂ ਉਹਦੇ ਵਿੱਚ ਫਿਰ ਉਹਨੇ ਉਦੋਂ ਪ੍ਰਤਾਪ ਸਿੰਘ ਕੈਰੋਂ ਨੇ ਉਹਨੂੰ ਕੱਢਿਆ ਇਸ ਪ੍ਰੋਬਲਮ 'ਚੋਂ, ਅਤੇ ਉਹਨੇ ਨਹਿਰ ਸ਼ੁਰੂ ਕਰਵਾਈ। ਇੱਥੋਂ ਤੱਕ ਕਿਹਾ ਜਾਂਦਾ, ਇੱਕ ਗੱਲਬਾਤ ਆ ਕਿ ਉਤੋਂ ਦੇ ਚੀਫ ਇੰਜੀਨੀਅਰ ਨੇ ਕਿਹਾ ਸੀਗਾ ਪੰਜਾਬ ਦੇ ਨੇ ਕਿ ਇਹ ਨਹਿਰ ਵਾਇਬਲ ਨਹੀਂ ਗੀ ਜੀ, ਇਹਦਾ ਫਰਸ਼ ਖਰਾਬ ਕਰੂਗਾ, ਇਹ ਸੇਮ ਵੀ ਲਿਆਊਗੀ, ਹੋਰ ਪ੍ਰੋਬਲਮਸ ਵੀ ਕਰੂਗੀ, ਨੈਚੁਰਲ ਨਹੀਂ ਗੀ। ਤਾਂ ਉਹਨੇ ਕਿਹਾ ਸੀ ਕਿ ਫਰਸ਼ ਚਾਹੇ ਪਲੈਟੀਨਮ ਦਾ ਵੀ ਪਾਉਣਾ ਪੈ ਜੇ, ਇਹ ਪਾਉਣਾ। ਪਰ ਉੱਥੇ ਕੁਛ ਥੋੜ੍ਹਾ ਜਿਹਾ ਇੱਕ ਲਾਲਚ ਜ਼ਰੂਰ ਸੀਗਾ ਪੰਜਾਬ ਦੇ ਸਿਆਸਤਦਾਨਾਂ ਨੂੰ, ਕਿਉਂਕਿ ਉਹਨਾਂ ਨੇ ਪਾਸਟ ਦੇ ਵਿੱਚ ਕਨਾਲ ਕਲੋਨੀਜ਼ ਵੱਸਦੀਆਂ ਵੇਖੀਆਂ ਸੀ। ਭਾਰਤ ਨੇ ਵੀ ਕਲੇਮ ਜਦੋਂ ਦਿੱਤਾ ਸੀਗਾ UN ਵਰਲਡ ਬੈਂਕ ਨੂੰ ਕਿ ਸਾਨੂੰ ਕਿਉਂ ਪਾਣੀ ਵੱਧ ਚਾਹੀਦਾ, ਤਾਂ ਉਹਨਾਂ ਨੇ ਆਖਿਆ ਸੀਗਾ ਕਿ ਸਾਨੂੰ ਕਨਾਲ ਕਲੋਨੀਜ਼ ਦੇ ਜਿਹੜੇ ਉਜੜੇ ਲੋਕ ਆਏ ਆ ਉਹਨਾਂ ਨੂੰ ਇੱਥੇ ਵਸਾਉਣਾ ਆ ਸੀ। ਤਾਂ ਇਹ ਲਾਲਚ ਸੀਗਾ ਕਿ ਸ਼ਾਇਦ ਇਹਨਾਂ ਏਰੀਆ 'ਚ ਸਾਡੀ ਪੰਜਾਬ ਦੀ ਵਸੋਂ ਵਸ ਜੇ ਅਤੇ ਜ਼ਮੀਨਾਂ ਵੱਧ ਬਣ ਜਾਣ। ਪਰ ਇਹ ਅਨਰਿਟਨ ਗੱਲਾਂ ਹੈ, ਪਰ ਇਹ ਹੋਇਆ ਨਹੀਂ, ਅਤੇ ਇਹ ਇੱਕ ਤਰ੍ਹਾਂ ਦਾ ਧੋਖਾ ਹੀ ਹੋਇਆ ਪੰਜਾਬ ਨਾਲ। ਰਹੀ ਗੱਲ ਪੰਜਾਬ ਦੇ ਕਦੀ ਸਿਆਸਤਦਾਨਾਂ ਨੇ ਗੰਭੀਰ ਸੋਚੀ ਹੋਵੇ, ਮੇਰਾ ਖਿਆਲ ਪੰਜਾਬ ਦੇ ਵਿੱਚ ਹਮੇਸ਼ਾ ਚਾਹੇ ਅਕਾਲੀ ਹੈ ਜੀ, ਚਾਹੇ ਉਹ ਕਾਂਗਰਸੀ ਆ, ਸਾਰਿਆਂ ਨੇ ਇੱਕ ਸ਼ਾਰਟ ਟਰਮ ਪੋਲੀਟਿਕਸ ਕੀਤੀ ਪਾਣੀ 'ਤੇ। ਕਿਸੇ ਨੇ ਉਹਨੂੰ ਰਾਜ ਹਥਿਆਉਣ ਵਾਸਤੇ ਵਰਤਣ ਦੀ ਕੋਸ਼ਿਸ਼ ਕੀਤੀ, ਰੌਲਾ ਪਾਇਆ। ਕਿਸੇ ਨੇ ਉਹਨੂੰ ਦੇਣ ਕੇ ਅਤੇ ਉਤਾਂ ਵਾਲੇ ਮਾਸਟਰਸ ਨੂੰ ਖੁਸ਼ ਕੀਤਾ ਹੈ। ਇੱਥੋਂ ਤੱਕ ਕਿ ਕੈਪਟਨ ਸਾਹਿਬ ਨੇ ਉਦੋਂ ਜੋ 2004 'ਚ ਇੱਕ ਲਾਅ ਲਿਆਂਦਾ ਹੈ, ਉਹ ਬਿਲਕੁਲ ਪੰਜਾਬ ਦੇ ਉਲਟ ਭੁਗਤਦਾ ਸੀਗਾ, ਉਹ ਸਭ ਨੂੰ ਅੱਜ ਪਤਾ ਹੈਗਾ। ਅਤੇ ਉਦੋਂ ਬਾਅਦ ਪਾਣੀਆਂ ਦੇ ਰਾਖੇ ਵੀ ਬਣ ਉਹ ਰਾਣੀਆਂ ਦੇ ਰਾਖੇ ਵੀ ਬਣ ਗਏ, ਹੈ ਨਾ। ਜਿਹੜਾ ਹੋਇਆ ਪਾਣੀਆਂ ਦੇ ਰਾਖੇ, ਮਤਲਬ ਰਣਨੀਤਿਕ ਕੋਈ ਕਿਸੇ ਨੇ ਸੋਚ ਨਹੀਂ ਸੋਚੀ। ਇਹ ਨਹੀਂ ਸੋਚਿਆ ਕਿ ਅਸੀਂ ਕੋਈ ਕੋਆਪਰੇਸ਼ਨ ਨਾਲ, ਜਿਵੇਂ ਅੱਜ ਹਰਿਆਣੇ ਜਾਂ ਰਾਜਸਥਾਨ ਪਾਣੀ ਜਾ ਰਿਹਾ, ਉਹਨੂੰ ਕਿਵੇਂ ਅਸੀਂ ਹੱਲ ਕਰ ਸਕਦੇ ਹਾਂ, ਸਾਡੀਆਂ ਨੀਡਸ ਕੀ ਆ, ਉਹਨੂੰ ਕਿਵੇਂ ਤਰੀਕੇ ਨਾਲ ਮਾਲਕੀ ਅਸੀਂ ਕਿਵੇਂ ਆਪਦੀ ਦੁਬਾਰਾ ਅਸਰਟ ਕਰ ਸਕਦੇ ਹਾਂ। ਕੋਈ ਸਟ੍ਰੈਟਜਿਕ ਪਲਾਨ ਬਣਾ ਕੇ ਕੋਈ ਵੀ ਨਹੀਂ ਚੱਲੇ। ਇੱਕ ਜਿਹੜੀ ਇਹ ਗੱਲ ਚੱਲਦੀ ਹੈਗੀ ਕਿ ਵਾਰ-ਵਾਰ, ਕਿਉਂਕਿ PM ਆਏ, ਉਹਨਾਂ ਨੇ ਵੀ ਸਟੇਟਮੈਂਟ ਦੇਤੀ, BJP ਦੇ ਹੋਰ ਲੀਡਰ ਵੀ ਇੰਡਸ ਵਾਟਰ ਟਰੀਟੀ ਦਾ ਤਾਂ ਕਿਸੇ ਨੂੰ ਪਤਾ ਨਹੀਂ। ਆਪਣੇ ਕਹਿੰਦੇ ਵੀ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਇਹ ਰੋਕ ਲਓ। ਪਾਣੀ ਦਾ ਕੀ ਰੌਲਾ ਲੈ, ਹਰਿਆਣੇ ਨੂੰ ਕਿੰਨਾ ਕੁ ਪਾਣੀ ਚਾਹੀਦਾ, ਉਹਨੂੰ ਕਿ ਪਾਕਿਸਤਾਨ ਨੂੰ ਵਾਧੂ ਪਾਣੀ ਜਾ ਰਿਹਾ, ਪਾਕਿਸਤਾਨ ਦਾ ਪਾਣੀ ਇਹ ਕਾਨੂੰਨੀ ਤੌਰ 'ਤੇ ਰੋਕਿਆ ਜਾ ਸਕਦਾ। ਇੰਡਸ ਵਾਟਰ ਟਰੀਟੀ ਜੇ ਹੋਈ ਹੈ, ਇਹ ਸੰਧੀਆਂ ਟੁੱਟਦੀਆਂ ਨੇਗੀਆਂ, ਇਹ ਸੰਧੀ ਤੋੜੀ ਜਾ ਸਕਦੀ ਹੈ। ਪਹਿਲੀ ਗੱਲ ਤਾਂ ਜੀ, ਪੇਪਰ ਦੇ ਉੱਤੇ ਇਹ ਸੰਧੀ ਜਿਹੜੀ ਹੋਈ ਹੈ ਬਿਲਕੁਲ ਤੋੜੀ ਨਹੀਂ ਜਾ ਸਕਦੀ, ਕਿਉਂਕਿ ਇਹ ਸੰਧੀ ਸੈਨੇਟ ਦੇ ਵਿੱਚ ਵੀ ਉਹਨਾਂ ਦੇ ਉਸ ਟਾਈਮ 1960 'ਚ ਉਹਨਾਂ ਨੇ ਇਨਫੋਰਮ ਕਰਕੇ ਅਤੇ ਸਿਕਿਉਰਿਟੀ ਦੇ ਵਿੱਚ ਪਾਸ ਕੀਤੀ। ਜੇ ਸੰਧੀ ਟੁੱਟੂ ਤਾਂ ਜੰਗ ਹੀ ਲੱਗੂ। ਦੂਸਰੀ ਗੱਲ ਹੈ, ਪੈਂਟਾਗਨ ਨੇ ਇਹਨੂੰ ਸੰਧੀ ਨੂੰ ਆਪਦਾ ਸਿਕਿਉਰਿਟੀ ਰਿਸਕ ਕਿਹਾ ਗਿਆ। ਉਹਨਾਂ ਦੀ ਰਿਪੋਰਟ ਆ 2005 ਦੀ, ਜਿਹੜੀ ਉਹਨੇ 2011 'ਚ ਡੀਕਲਾਸੀਫਾਈ ਕੀਤੀ ਆ। ਉਹ ਕਹਿੰਦੇ ਵੀ ਜੇ ਇੰਡਸ ਵਾਟਰ ਟਰੀਟੀ ਦੇ ਵਿੱਚ ਸਿੰਧ ਦਰਿਆ ਦੇ ਸਿਸਟਮ ਦੇ ਵਿੱਚ ਕੋਈ ਤੋੜ ਮਰੋੜ ਹੁੰਦੀ ਹੈ, ਇਸ ਤੋਂ ਬਾਅਦ ਪਾਣੀ ਕਿੱਧਰੋਂ ਕਿੱਧਰ ਲਿਜਾਇਆ ਜਾਂਦਾ ਹੈ ਤਾਂ ਉਹ ਅਮਰੀਕਾ ਆਪਦਾ ਸਿਕਿਉਰਿਟੀ ਰਿਸਕ ਗਿਣੂਗਾ। ਪੈਂਟਾਗਨ ਐਂਟਰ ਮਾਰ, ਹਾਂ, ਮਤਲਬ ਐਂਟਰ ਕਰੂਗਾ। ਇਹੀ ਮਤਲਬ ਹੋਇਆ ਨਾ ਜੀ, ਜਦੋਂ ਇੰਨਾ ਉਹਨਾਂ ਨੇ ਆਪਦਾ ਕੀਤਾ। ਹੈਰਾਨੀ ਦੀ ਤੁਸੀਂ ਇਹਦਾ ਤੁਸੀਂ ਕਿੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਐਕਚੁਅਲੀ ਜਦੋਂ ਫਿਰ 1999 ਦੇ ਵਿੱਚ ਜਿਹੜੀ ਆਪਾਂ ਭਾਰਤ ਨੇ ਆਪਦੀ ਇੰਟਰਲਿੰਕਿੰਗ ਆਫ ਵਾਟਰ ਰਿਵਰਸ ਦੀ ਜਿਹੜੀ ਨਕਸ਼ਾ ਬਣਾਇਆ, ਜੋ ਸਾਰੇ ਨਕਸ਼ੇ ਨੂੰ ਤੁਸੀਂ ਵੇਖੋ ਤਾਂ ਉਹਦੇ ਵਿੱਚ ਕੋਈ ਦਰਿਆ ਵੀ ਇਹਨਾਂ ਦਰਿਆਵਾਂ ਦੇ ਸਿਸਟਮ ਤੋਂ ਬਾਹਰ ਜਾਂਦਾ ਨਹੀਂ ਵਿਖਾਇਆ। ਈਵਨ SYL ਨਹਿਰ ਵੀ ਨਹੀਂ ਵਿਖਾਈ ਵੀ ਉਹਦੇ ਵਿੱਚ। ਤਾਂ ਇਹ ਰਿਟੋਰਿਕ ਹੈਗਾ, ਇਹ ਬੋਲਦੇ ਆ ਕੁਛ ਆ, ਆਪਾਂ ਨੂੰ ਪੋਲੀਟੀਸ਼ੀਅਨਸ ਆਪਣੇ ਕੁਛ ਵਿਖਾਉਂਦੇ ਆ, ਐਕਚੁਅਲ ਗਰਾਊਂਡ 'ਤੇ ਸਿਚੁਏਸ਼ਨ। ਤਾਂ ਜੇ ਹੁਣ ਮੰਨ ਲਓ ਜਿਵੇਂ ਰੀਥਿੰਕ ਹੋ ਰਿਹਾ ਪੂਰੀ ਦੁਨੀਆ ਦੇ ਅੰਦਰ ਵੀ ਜਿਹੜੇ ਚੈੱਕ ਡੈਮ ਟਾਈਪ ਬਣਨੇ ਚਾਹੀਦੇ ਹੈਗੇ ਨਾ, ਵੱਡੇ ਡੈਮ ਨਹੀਂ ਬਣਨੇ ਚਾਹੀਦੇ, ਹੈ ਨਾ। ਚੈੱਕ ਡੈਮ ਬਣ ਜਾਣ, ਜੇ ਡੈਮ ਬਣਾਓ ਕੋਈ ਮਸਲਾ ਨਹੀਂ, ਪਰ ਡੈਮ ਦਾ ਨੇਚਰ ਨਾਲ ਰਿਸ਼ਤਾ, ਸਸਟੇਨੇਬਲ ਡਿਵੈਲਪਮੈਂਟ ਦਾ ਮਾਡਲ ਜਿਹੜਾ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ ਕਿ ਉਹ ਕਿਵੇਂ ਪ੍ਰੋ ਨੇਚਰ ਹੋਵੇ, ਕਿਵੇਂ ਉਹ ਪ੍ਰੋ ਹਿਊਮਨ ਹੋਵੇ, ਕਿਵੇਂ ਉਹ ਪ੍ਰੋ ਸੁਸਾਇਟੀ ਹੋਵੇ। ਜੋ ਵੀ ਡਿਵੈਲਪਮੈਂਟ ਕਰਨੀ ਹੈ ਉਹਦਾ ਵਿਕਾਸ ਦਾ ਮਾਡਲ ਮਨੁੱਖ ਪੱਖੀ, ਲੋਕ ਪੱਖੀ ਅਤੇ ਸਮਾਜ ਪੱਖੀ ਅਤੇ ਕੁਦਰਤ ਪੱਖੀ ਹੋਣਾ ਚਾਹੀਦਾ ਗਾ। ਐਂ ਕੁਛ ਹੋ ਸਕਦਾ ਪੰਜਾਬ 'ਚ? ਦੇਖੋ, ਪਹਿਲੀ ਗੱਲ ਜਿਹੜਾ ਮੈਂ ਕਹਿਣਾ ਗਾ ਕਿ ਉਹ ਜੱਟ ਦਾ ਜਿਹਦੇ ਕੋਲ ਰਾਈਟ ਹੁੰਦਾ ਸੀਗਾ ਕਿ ਉਹ ਅੱਕ ਕੇ ਰੱਬ ਨੂੰ ਵੀ ਗਾਲ ਕੱਢਦਾ ਸੀ ਅਤੇ ਰੱਬ ਗੁੱਸੇ ਨਹੀਂ ਹੁੰਦਾ ਸੀ। ਨਹੀਂ, ਹੁਣ ਰੱਬ ਗੁੱਸੇ ਹੋ ਰਿਹਾ ਉਹਦੇ ਨਾਲ ਵਾਰ-ਵਾਰ। ਹਾਂ, ਵੇਖੋ, ਜੋ ਵੀ ਕੁਛ ਚਾਹੇ ਇਨਸਾਨ ਕਰੇ, ਚਾਹੇ ਕੁਛ ਵੀ ਕਰੇ, ਉਹ ਕੁਦਰਤੀ ਤਾਂ ਹੁੰਦਾ। ਮਤਲਬ ਇਹ ਕਹਿਣਾ ਕਿ ਕੋਈ ਚੀਜ਼ ਗੈਰ ਕੁਦਰਤੀ ਆ, ਉਹ ਤਾਂ ਨੇਚਰ 'ਚ ਹੋ ਹੀ ਨਹੀਂ ਸਕਦੀ, ਹੈ ਨਾ। ਅਤੇ ਇਹ ਕੋਈ ਸਰਕਾਰ ਦਾ ਕਾਨੂੰਨ ਤਾਂ ਹੈ ਨਹੀਂ ਕਿ ਰੈੱਡ ਲਾਈਟ ਕ੍ਰਾਸ ਕਰਨੀ। ਜੇ ਆਪਾਂ ਪਹਾੜ ਦੇ ਪੁੱਠਾ ਪਾਣੀ ਵੀ ਚੜ੍ਹਾ ਦਿੰਦੇ ਹਾਂ ਤੁਹਾਨੂੰ, ਤਾਂ ਉਹ ਕੁਦਰਤ ਦੇ ਕੁਛ ਲੌਜ਼ ਨੂੰ, ਨਿਯਮਾਂ ਨੂੰ ਵਰਤ ਕੇ ਹੀ ਚੜ੍ਹਾ ਰਹੇ ਹਾਂ ਨਾ। ਤਾਂ ਕੁਦਰਤੀ ਗੈਰ ਕੁਦਰਤੀ ਵਾਲੀ ਗੱਲ ਤਾਂ ਚਲੋ ਆਪਾਂ ਨਹੀਂ ਕਰ ਸਕਦੇ। ਆਪਾਂ ਸਸਟੇਨੇਬਲ ਦੀ ਗੱਲ ਕਰ ਸਕਦੇ ਵੀ ਕਿ ਸਾਡੇ ਜੋ ਮੀਨਸ ਆ, ਸਾਡੇ ਜੋ ਸਾਇੰਸ ਲੱਗਦਾ ਡੈਮ ਬਣਨੇ ਗੈਰ ਕੁਦਰਤੀ ਨਹੀਂ। ਮੈਂ ਕਹਿਣਾ ਵੀ ਮੈਂ ਤੁਹਾਨੂੰ ਕੁਦਰਤੀ ਤੇ ਗੈਰ ਕੁਦਰਤੀ ਪਾਣੀਆਂ ਨੂੰ ਜੋੜਨ ਦੀ ਗੱਲ ਹੋ ਰਹੀ ਸੀ ਵਾਜਪਾਈ ਵਾਲੇ ਦਾ। ਹਾਂ, ਮੈਂ ਚੈੱਕ ਉਹਨੂੰ ਲੋਕਾਂ ਨੇ ਕਿਹਾ ਗੈਰ ਕੁਦਰਤੀ ਆ, ਦੁਨੀਆ ਦੇ ਵੱਡੇ ਸਾਇੰਟਿਸਟ ਨਹੀਂ, ਉਹ ਰੁਕੇ ਨਹੀਂ ਹਲੇ ਵੀ। এনवायरमेंट ਕੀ ਹਾਂਜੀ, ਰੁਕਣ ਦਾ ਗੱਲ ਅਲੱਗ ਆ ਕਿ ਜਿਹੜੇ ਦਰਿਆ ਜੋੜਨੇ ਆਗੇ,
ਜਿਹੜਾ ਪਾਣੀ ਜੋੜਨਾ ਗਾ ਜਿੱਥੋਂ ਵਹਿ ਰਿਹਾ ਹੈਗਾ। ਨਹੀਂ, ਮੈਂ ਉਸ ਗੱਲ ਤੇ ਆਉਣਾ ਕਿ ਕੁਦਰਤੀ ਤੇ ਗੈਰ ਕੁਦਰਤੀ ਦੀ ਜਿਹੜੀ ਡੈਫੀਨੇਸ਼ਨ ਹੈ ਇਹ ਬਹੁਤ ਬਚਕਾਨਾ ਡੈਫੀਨੇਸ਼ਨ ਹੈਗੀ ਆ। ਕੁਛ ਵੀ ਧਰਤੀ ਤੇ ਹੁੰਦਾ ਹੈ, ਧਰਤੀ ਤੇ ਕਿ ਦੁਨੀਆ 'ਚ ਕਿਤੇ ਵੀ ਮਤਲਬ ਇਸ ਕਾਇਨਾਤ 'ਚ ਕਿਤੇ ਵੀ ਕੁਛ ਕੀਤਾ ਜਾਂਦਾ ਹੈ, ਠੀਕ ਹੈ ਨਾ। ਚਾਹੇ ਪੱਥਰ ਇੱਥੋਂ ਚੱਕ ਕੇ ਉੱਤੇ ਲਿਜਾਨੇ ਆ, ਉਹ ਗੈਰ ਕੁਦਰਤੀ ਤਾਂ ਨਹੀਂ ਨਾ ਹੋਏ। ਜੇ ਉਹ ਗੈਰ ਕੁਦਰਤੀ ਹੋਏ ਤਾਂ ਕੁਦਰਤ ਨੂੰ ਕਰਨ ਹੀ ਨਹੀਂ ਦਿਓਗੇ, ਠੀਕ ਹੈ। ਜੇ ਆਪਾਂ ਫੋਰਸ ਲਾਉਣੇ ਆ ਤਾਂ ਹੀ ਜਾਂਦਾ। ਸੋ ਮੈਂ ਗੈਰ ਕੁਦਰਤੀ ਤੇ ਕੁਦਰਤੀ ਨੂੰ ਪਾਸੇ ਰੱਖੀ ਆ ਆਪਾਂ ਗੱਲ ਨੂੰ। ਆਪਾਂ ਮੇਨ ਇਹ ਕਹੀਏ ਵੀ ਸਸਟੇਨੇਬਲ ਹੈ ਕਿ ਨਹੀਂ ਹੈ। ਨਹੀਂ, ਮੈਂ ਕਹਿ ਰਿਹਾ ਜਿਹੜੀ ਮਾਡਰਨਿਟੀ ਦਾ ਜਾਂ ਸਾਇੰਸ ਦਾ ਰਿਸ਼ਤਾ ਗਾ, ਜਦੋਂ ਮੈਂ ਇਹ ਗੱਲ ਕਰਦਾ ਕਿ ਓਵਰਆਲ ਹੀ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਦੁਨੀਆ 'ਚ, ਜਦੋਂ ਤੱਕ ਮਨੁੱਖ ਦਾ ਰਿਸ਼ਤਾ ਜਾਂ ਦਾ ਕੁਦਰਤ ਦੇ ਨਾਲ ਜਿਹੜਾ ਰਿਸ਼ਤਾ ਸੀ ਉਹ ਬੜਾ ਕੋਐਗਜ਼ਿਸਟੈਂਸ ਵਾਲਾ ਸੀਗਾ, ਉਦੋਂ ਤੱਕ ਕੋਈ ਜ਼ਿਆਦਾ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਸੀ। ਜਦੋਂ ਤੋਂ ਜਿਵੇਂ ਸਾਇੰਸ ਦਾ ਰਿਸ਼ਤਾ ਵੀ ਟਕਰਾਅ ਵਾਲਾ ਰਿਸ਼ਤਾ ਬਣ ਗਿਆ। ਨਹੀਂ, ਆਏ ਨਹੀਂ ਸੀ। ਵੇਖੋ, ਪੇਨ ਸੀਗੇ ਇਹ ਹੁਣ ਅੱਜ, ਕਿਉਂਕਿ ਅੱਜ ਆਪਾਂ ਇਸ ਸਮੇਂ 'ਚ ਬੈਠੇ ਹਾਂ ਕਿ ਸਾਨੂੰ ਉਹ ਚੀਜ਼ਾਂ ਭੁੱਲ ਗਈਆਂ, ਆਪਾਂ ਨੂੰ ਉਹਦੇ ਚੰਗਾ ਚੰਗਾ ਯਾਦ ਆ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਨਹਿਰਾਂ ਨਹੀਂ ਨਿਕਲੀਆਂ ਸੀਗੀਆਂ ਤਾਂ ਸਾਡੇ ਜਿਹੜਾ ਪੁਰਾਣਾ ਪਿੰਡ ਆ ਮੁਕਤਸਰ ਕੋਲੇ ਗੁਲਾਬੇ ਵਾਲਾ, ਉੱਥੇ ਪਾਣੀ ਖਾਰੇ ਸੀਗੇ, ਬਹੁਤ ਡੂੰਘੇ ਪਾਣੀ ਸੀਗੇ, ਖਾਰੇ ਪਾਣੀ ਸੀਗੇ, ਠੀਕ ਆ। ਉਹਦੇ ਨਾਲ ਡੰਗਰ ਨਵਾਇਆ ਜਾ ਸਕਦਾ ਸੀ, ਭਾਂਡੇ ਧੋਤੇ ਜਾ ਸਕਦੇ, ਪੀਤਾ ਨਹੀਂ ਜਾ ਸਕਦਾ ਸੀ। ਫਿਰ ਜਦੋਂ ਮੀਂਹ ਪੈਂਦਾ ਸੀ, ਠੀਕ ਹੈ ਜੀ, ਅਤੇ ਮੀਂਹ ਪੈਣ ਨਾਲ ਜਿਹੜੀ ਢਾਬ ਬਣਦੀ ਸੀ ਉਹਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਸੀ, ਅਤੇ ਔਰਤਾਂ, ਬੰਦੇ, ਪਸ਼ੂ ਸਾਰੇ ਭੱਜਦੇ ਸੀ ਉਸ ਢਾਬ ਵੱਲ ਕਿ ਵੀ ਢਾਬ ਤੋਂ ਗਾਗਰਾਂ ਭਰ ਲਿਆਈਏ, ਹੈ ਉਹ ਪਾਣੀ ਲਈਏ। ਮੈਂ ਆਪਦੀ ਲਾਈਫ ਦੇ ਵਿੱਚ, ਮਤਲਬ ਬਚਪਨ ਦੇ ਵਿੱਚ ਜਦੋਂ ਅਸੀਂ ਪਿੰਡ ਜਾਂਦੇ ਸੀ ਰਾਜਸਥਾਨ ਵਾਲੇ, ਇਹ ਵੇਖਿਆ ਹੋਇਆ ਕਿ ਵੀ ਡਿੱਗੀ 'ਚੋਂ ਜਿਹੜਾ ਪਾਣੀ ਆਉਂਦਾ ਸੀ ਉਹ ਮੱਡੀ ਵਾਟਰ ਆਉਂਦਾ ਹੁੰਦਾ ਸੀ, ਉਹਨੂੰ ਫਟਕੜੀ ਲਾ ਕੇ ਜਾਂ ਪੁਣ ਕੇ ਪੀਣਾ ਪੈਂਦਾ ਸੀ, ਠੀਕ ਆ। ਉਹ ਡੈਮੇਜਸ ਵੀ ਕਰਦਾ ਸੀ, ਲਾਈਫ ਸਪੈਨਸ ਵੀ ਘੱਟ ਸੀ। ਸੋ ਇੱਕੋ ਪਾਸੇ ਮਾਡਰਨਿਟੀ ਨੂੰ ਨਿੰਦ ਦੇਣਾ ਕਿ ਇਹ ਸਾਰਾ ਕੁਛ ਹੀ ਉਹਦੇ ਕਰਕੇ ਹੋ ਰਿਹਾ, ਇਹ ਗੱਲ ਨਹੀਂ ਗੀ। ਦੂਜੇ ਪਾਸੇ ਜਿਵੇਂ ਹੁਣ ਕਹਿੰਦੇ ਵੀ ਵੱਡੇ ਡੈਮ ਨਾ ਹੋਣ, ਛੋਟੇ ਡੈਮ ਹੋਣ, ਆਹ ਚੈੱਕ ਡੈਮਸ ਦਾ ਹੀ ਤਮਾਸ਼ਾ ਵੇਖ ਰਹੇ ਹਾਂ ਆਪਾਂ। ਸੀਸਵਾਂ 'ਤੇ ਚੈੱਕ ਡੈਮ ਆ, ਮਿਰਜ਼ਾਪੁਰ 'ਤੇ ਚੈੱਕ ਡੈਮ ਆ, ਅੱਗੇ ਡੈਮ ਆ, ਅਤੇ ਹੇਠਲੀਆਂ ਨਦੀਆਂ ਸਾਰੀਆਂ ਦੀਆਂ ਰਜਿਸਟਰੀਆਂ ਹੋ ਗਈਆਂ ਅਤੇ ਕਲੋਨੀਆਂ ਕੱਟੀਆਂ ਗਈਆਂ। ਜੇ ਉਹ ਚੈੱਕ ਡੈਮ ਨਾ ਹੁੰਦੇ ਤਾਂ ਆਪਾਂ ਕਹਿੰਦੇ ਵੀ ਪਾਣੀ ਵਗਦਾ ਨਹੀਂ, ਉਹਦੇ ਵੀ ਡੈਮ ਨੁਕਸਾਨ ਸੀ। ਸੋ ਕਿਤੇ ਨਾ ਕਿਤੇ ਜਿਹੜੀ ਨੇਚਰ ਕਹਿ ਲਓ, ਜਾਂ ਨੇਚਰ ਨੇ ਤਾਂ ਵਗਦੇ ਹੀ ਰਹਿਣਾ, ਚਾਹੇ ਤੁਸੀਂ ਸਾਰੀ ਤਬਾਹ ਕਰ ਦੋਗੇ, ਉਹਨੇ ਕੋਈ ਹੋਰ ਫਾਰਮ 'ਚ ਇੱਥੇ ਲਾਈਫ ਨੂੰ ਲੈ ਆਉਣਾ ਹੈਗਾ। ਆਪਾਂ ਨੂੰ ਦਰਦ ਨਾ ਹੋਵੇ, ਇਨਸਾਨ ਨੂੰ ਦਰਦ ਨਾ ਹੋਵੇ, ਤਾਂ ਆਪਾਂ ਨੂੰ ਕਿਤੇ ਮੋਡਰੇਸ਼ਨ ਜਾਂ ਬੈਲੈਂਸ ਦੀ ਲੋੜ ਆ ਕਿ ਬੈਲੈਂਸ ਕੀ ਹੋਵੇ। ਹਾਂ, ਉਹ ਬੈਲੈਂਸ ਕੀ ਹੋਵੇ, ਇਹ ਆਪਾਂ ਨੂੰ ਵੇਖਣ ਦੀ ਲੋੜ ਆ ਕਿ ਇਹ ਬੈਲੈਂਸ ਤਾਂ ਬਿਲਕੁਲ ਠੀਕ ਨਹੀਂ ਨਾ। ਇਹ ਤਾਂ ਹੁਣ ਵੇਖੋ, ਇਹ ਬੈਲੈਂਸ ਜਿਹੜਾ ਅੱਜ ਦਾ ਬੈਲੈਂਸ ਆ, ਉਹ ਰਾਜਸਥਾਨ 'ਚ ਤਾਂ ਜੀਵਨ ਚੰਗਾ ਕਰ ਰਿਹਾ, ਠੀਕ ਹੈ ਜੀ। ਮਤਲਬ ਉੱਥੇ ਤਾਂ ਜੇ ਆਪਾਂ ਵੇਖੀਏ ਤਾਂ ਬਹੁਤ ਚੰਗੀ ਹੋਈ, ਮਾਡਰਨਿਟੀ ਵੀ ਬੜਾ ਸੋਹਣਾ, ਉੱਥੇ ਪਾਣੀ ਮਿਲਣ ਲੱਗ ਗਿਆ, ਬੁਰਾ ਹਾਲ ਸੀ ਉੱਥੇ, ਬਰਬਰ ਉੱਡਦੀ ਸੀ, ਰੋਟੀ ਦੇ ਕਿਨਾਰੇ ਹੋ ਗਏ। ਉਸੇ ਬੈਲੈਂਸ ਨੇ ਪੰਜਾਬ ਨੂੰ ਤਬਾਹ ਕਰਤਾ, ਉਸੇ ਮਾਡਰਨਿਟੀ ਨੇ। ਸੋ ਇਹ ਬੈਲੈਂਸ ਤਾਂ ਇਹ ਹੈਗਾ ਕਿ ਤੁਹਾਡੀਆਂ ਰਾਈਟਸ ਦੇ ਉੱਤੇ ਤੁਸੀਂ ਫਾਈਟ ਕਰੋ। ਬਿਲਕੁਲ ਇਹ ਗੱਲ ਕਹਿਣ ਲੱਗ ਜਾਓ ਕਿ ਨਹੀਂ ਆਪਾਂ ਬੈਕ ਨੂੰ ਜਾਣ ਲਈ ਤਾਂ ਆਪਾਂ ਕਿੱਥੇ ਪਿੱਛੇ ਜਾਵਾਂਗੇ, ਕਿ ਆਪਾਂ ਫਿਰ ਐਗਰੀਕਲਚਰ ਵੀ ਅੱਜ ਦੀ ਸਾਇੰਸ ਦੇ ਹਿਸਾਬ ਨਾਲ ਤਾਂ ਐਗਰੀਕਲਚਰ ਕਾਰਨ ਆ ਬਹੁਤ ਬਿਮਾਰੀਆਂ ਦਾ। ਐਗਰੀਕਲਚਰ ਮੋਡ ਤੋਂ ਨਿਕਲ ਕੇ ਕਿ ਆਪਾਂ ਜੰਗਲਾਂ 'ਚ ਮਤਲਬ ਸ਼ਿਕਾਰ ਦੇ ਜਾਵਾਂਗੇ। ਕੈਂਸਰ ਦੀਆਂ ਜਿਹੜੀਆਂ ਹੋਰ ਬਿਮਾਰੀਆਂ, ਇਹਦੀ ਸਾਰੀ ਤਬਾਹੀ ਉਹਦੇ 'ਚ ਆਈ ਹੋਈ ਹੈ। ਇਹ ਇਕੱਲੇ ਗ੍ਰੀਨ ਰੈਵੋਲੂਸ਼ਨ 'ਚ ਨਹੀਂ ਆਈ, ਉਦੋਂ ਪਹਿਲਾਂ ਜਿਹੜੇ ਬੈਕਟੀਰੀਆਜ਼ ਆ, ਪੈਸਟਸ ਆ, ਉਹ ਸਾਰੇ ਐਗਰੀਕਲਚਰ 'ਚੋਂ ਆਏ ਹੋਏ ਆ। ਮਤਲਬ ਇਹ ਵੀ ਇੱਕ ਸੋਚ ਹੈਗੀ ਆ ਕਿ ਜੇ ਐਗਰੀਕਲਚਰ ਨਾ ਹੁੰਦਾ, ਜੰਗਲਾਂ 'ਚੋਂ ਹੀ ਆਪਾਂ ਇਕੱਠੇ ਕਰਦੇ ਹੁੰਦੇ, ਆਪਾਂ ਹੋਰ ਹੈਲਦੀ ਰਹਿਣਾ ਸੀਗਾ। ਪਰ ਕੀ ਆਪਾਂ ਉੱਥੇ ਜਾਣ ਨੂੰ ਤਿਆਰ ਆ? ਸੋ ਇਹ ਕਿਤੇ ਨਾ ਕਿਤੇ ਆਪਾਂ ਨੂੰ ਇੱਕ ਬੈਲੈਂਸ ਬਣਾਉਣਾ ਪਊਗਾ। ਤਾਂ ਡਿਵੈਲਪਮੈਂਟ ਦੇ ਮਾਡਲ ਦੀ ਜੇ ਗੱਲ ਕਰਨੀ ਹੈਗੀ, ਬਹੁਤ ਸਾਰੇ ਤਰੀਕਿਆਂ ਨਾਲ ਗੱਲ ਹੋਈ ਹੈ। ਗੁਰਬਾਣੀ 'ਚ ਆਪਣੇ ਤਰੀਕੇ ਦੇ ਨਾਲ ਇੱਕ ਮਾਡਲ ਹੈਗਾ, ਹੈ ਨਾ। ਕੋਈ ਗੁਰਬਾਣੀ ਤਾਂ ਸਾਰੇ ਕੱਸਦੀ ਮਾਡਲ ਨੇਗੇ, ਹੋਰ ਵੱਡੇ ਵੱਡੇ ਚਿੰਤਕਾਂ ਨੇ। ਜਿਵੇਂ ਤੁਸੀਂ ਪ੍ਰੀ ਸੁਸਾਇਟੀ 'ਚ ਕਿਹਾ ਹੈਗਾ ਕਿ ਚਲੇ ਜਾਂ ਪ੍ਰਿਮਿਟਿਵ ਸੁਸਾਇਟੀ ਜਿਹੜੀ ਆਪਾਂ ਕਹਿ ਦਈਏ, ਜਿੱਥੋਂ ਆਦ ਸਮਾਜ ਸ਼ੁਰੂ ਹੁੰਦਾ ਹੈਗਾ, ਤਾਂ ਮਾਰਕਸ ਵੀ 6 ਸਟੇਜਾਂ ਲੈ ਕੇ ਆਉਂਦਾ ਗਾ। ਉਹ ਕਹਿੰਦਾ ਜਿੱਥੇ ਆਦ ਸਮਾਜ ਸੀ ਅਤੇ ਜਿੱਥੇ ਜਾ ਕੇ ਉਹ ਦੁਨੀਆ ਦੀ ਡਿਵੈਲਪਮੈਂਟ ਨੂੰ ਰੋਕਦਾ ਗਾ, ਹੈ ਨਾ। ਹਾਲਾਂਕਿ ਉਹ ਸੰਭਵ ਨਹੀਂ ਹੋ ਪਾਇਆ, ਉਹਦੇ ਤਾਂ ਆਪਦੇ ਇਨਕਲਾਬ ਸਾਰੇ ਫੇਲ ਹੋ ਗਏ ਜਿੰਨੇ ਉਹਨਾਂ ਨੇ ਇਨਕਲਾਬ ਕੀਤੇ। ਚਲੋ, ਹਾਂ, ਉਹ ਅਗਲੀ ਜਿੱਥੇ ਸਾਮਵਾਦ 'ਤੇ ਜਿੱਥੇ ਲੈ ਕੇ ਆਉਂਦਾ, ਉਹ ਸਾਮਵਾਦ 'ਤੇ ਉਸੇ ਥਾਂ 'ਤੇ ਲੈ ਕੇ ਜਾ ਰਿਹਾ ਨਾ ਉਹ, ਜਿੱਥੇ ਜਿੱਥੇ ਸਟੇਟਲੈਸ ਸੁਸਾਇਟੀ ਹੋਊਗੀ, ਕਲਾਸਲੈਸ ਅਤੇ ਸਟੇਟਲੈਸ। ਨਹੀਂ, ਸਟੇਟਲੈਸ ਜਾਂ ਕਲਾਸਲੈਸ ਹੋਣ ਦਾ ਇਹ ਮਤਲਬ ਨਹੀਂ ਕਿ ਮਾਡਰਨ ਨਹੀਂ ਮਤਲਬ ਮਾਡਰਨ ਜਾਂ ਪੋਸਟ ਮਾਡਰਨ ਨਹੀਂ ਹੋਊਗੀ ਉਹ, ਹੈ ਨਾ। ਆਪਾਂ ਉਸ ਰਾਹ ਨੂੰ ਟਰੈਵਲ ਕਰਾਂਗੇ। ਹੁਣ ਤੁਸੀਂ ਸਿੱਖ ਸਿਧਾਂਤ ਨੂੰ ਹੀ ਲੈ ਲਓ। ਸਿੱਖ ਸਿਧਾਂਤ 'ਚ ਕਿਰਤ ਨੂੰ ਅਤੇ ਖੇਤੀ ਨੂੰ, ਖਾਸ ਕਰਕੇ ਖੇਤੀ ਨੂੰ ਬਹੁਤ ਇੰਪੋਰਟੈਂਸ ਦਿੱਤੀ ਵੀ ਆ। ਹੁਣ ਜੇ ਆਪਾਂ ਉਹਨੂੰ ਇੱਕ ਇਨਸਾਨ ਦੀ ਟੋਟਲ ਡਿਵੈਲਪਮੈਂਟ ਦੇ ਵਿੱਚ ਵੇਖੀਏ ਤਾਂ ਕਿਸੇ ਸਮੇਂ ਖੇਤੀ ਕਰਨੀ ਆਪਦੇ ਆਪ ਨੂੰ, ਮਤਲਬ ਤੁਸੀਂ ਹੰਟਰ ਮੋਡ 'ਚੋਂ ਨਿਕਲ ਕੇ ਖੇਤੀ ਕਰਨ ਲੱਗ ਗਏ, ਜਦੋਂ ਐਗਰੀਕਲਚਰ ਮੋਡ 'ਚ ਆ ਗਏ, ਤਾਂ ਉਹ ਵੀ ਤਾਂ ਮਾਡਰਨਿਟੀ ਸੀ ਨਾ ਉਸ ਸਮੇਂ ਦੀ। ਤਾਂ ਉਹ ਵੀ ਤਾਂ ਤੁਸੀਂ ਇੱਕ ਜੀਵਨ ਸ਼ੈਲੀ ਨੂੰ ਬਦਲਿਆ ਕਿ ਤੁਸੀਂ ਸ਼ਿਕਾਰ ਕਰਨੋਂ ਹਟ ਗਏ। ਹੁਣ ਜੇ ਕੋਈ ਕੱਲ੍ਹ ਨੂੰ ਉਸ ਸਮੇਂ ਦਾ ਥਿੰਕਰ ਹੁੰਦਾ, ਉਹਨੇ ਕਹਿਣਾ ਸੀਗਾ ਵੀ ਤੁਸੀਂ ਤਾਂ ਗੈਰ ਕੁਦਰਤੀ ਹੋ ਗਏ,
ਤੁਸੀਂ ਤਾਂ ਆਪਦੀ ਮਰਜ਼ੀ ਨਾਲ ਉਗਾਉਂਦੇ ਹੋ ਫਸਲ ਨੂੰ। ਤੁਸੀਂ ਤਾਂ ਇੱਥੇ ਜਿਹੜੇ ਰੋਡੈਂਟਸ ਜ਼ਿਆਦਾ ਵਧਾਤੇ ਆ, ਮਤਲਬ ਚੂਹੇ ਵੱਧ ਗਏ ਇਹਦੇ ਨਾਲ ਖੇਤ। ਦੇਖੋ ਜਦੋਂ ਅਨਾਜ ਪੈਦਾ ਹੋਇਆ, ਉਹ ਸਟੋਰ ਕੀਤਾ, ਉਹਦੇ ਨਾਲ ਨਵੀਂ ਤਰੀਕਿਆਂ ਦੀ ਸਪੀਸ਼ੀਜ਼ ਵੱਧ ਗਈ ਅਤੇ ਕੁਛ ਸਪੀਸ਼ੀਜ਼ ਘੱਟ ਗਈ, ਕੁਛ ਪ੍ਰਜਾਤੀਆਂ ਖਤਮ ਹੋ ਗਈਆਂ, ਚੂਹਿਆਂ ਆ ਗਈਆਂ ਅਤੇ ਆਪਣਾ ਮੱਖੀਆਂ ਅਤੇ ਇਹ ਚੀਜ਼ਾਂ ਵੱਧ ਗਈਆਂ, ਪੈਸਟਸ ਵੱਧ ਗਏ। ਠੀਕ ਹੈ ਨਾ। ਤਾਂ ਨੇਚਰ ਨਾਲ ਤਾਂ ਤੁਸੀਂ ਉੱਧਰ ਵੀ ਖੇਡੇ ਹੋ। ਨੇਚਰ ਨੂੰ ਮੈਂ ਇਹ ਕਹਿ ਰਿਹਾ ਕਿ ਜੋ ਦੁਨੀਆ 'ਚ ਅੱਜ ਗਲੋਬਲ ਵਾਰਮਿੰਗ ਦੀ ਚਰਚਾ ਚੱਲਦੀ ਹੈ, ਗਲੇਸ਼ੀਅਰ ਸਾਰਾ ਪਿਘਲਣ ਦੀ ਗੱਲ ਤਾਂ ਮੈਂ ਕਹਿੰਦਾ ਕਿ ਇਹ ਕੋਈ ਕਨਸਪੀਰੇਸੀ ਹੈਗੀ? ਨਹੀਂ, ਕਨਸਪੀਰੇਸੀ ਹੋਵੇ ਨਾ ਹੋਵੇ, ਇਹ ਸਾਰਾ ਕੁਛ ਜਿਹੜਾ ਕੁਛ ਆਪਾਂ ਵੇਖ ਰਹੇ ਹਾਂ ਇਹ ਗੈਰ ਕੁਦਰਤੀ ਨਹੀਂ ਗਾ। ਪਰ ਇਹ ਕਦੇ ਦੁਨੀਆ 'ਚ ਇਸ ਤਰੀਕੇ ਨਾਲ ਹੋਇਆ ਨਹੀਂ ਸੀ ਹੁਣ ਤੱਕ ਦੇ ਸਿਵਲਾਈਜੇਸ਼ਨ ਸਾਡੇ 'ਚ ਇੰਨੇ ਬੁਰੀ ਤਰ੍ਹਾਂ ਨਹੀਂ ਘਟਿਆ ਸੀ। ਇਹ ਆਪਾਂ ਕਹਿ ਰਹੇ ਹਾਂ, ਪਰ ਹਰਪਨ ਸਿਵਲਾਈਜੇਸ਼ਨ ਦਾ ਖਤਮ ਨਹੀਂ, ਮੈਂ ਜਿਹੜਾ ਸਿਵਲਾਈਜੇਸ਼ਨ ਖਤਮ ਹੋ ਗਿਆ ਉਹਨਾਂ ਨੂੰ ਛੱਡੋ। ਹਾਂਜੀ, ਮੈਂ ਆਪਣੀ ਗੱਲ ਦੀ ਕਰਦਾ, ਜਿਹੜਾ ਆਪਣਾ ਸਿਵਲਾਈਜੇਸ਼ਨ ਹੈਗਾ। ਦੇਖੋ ਸਿਵਲਾਈਜੇਸ਼ਨ ਖਤਮ ਹੋ ਚੁੱਕੇ ਨੇ। ਸਾਡੇ ਸਿਵਲਾਈਜੇਸ਼ਨ ਬਾਰੇ ਵੀ ਗੱਲ ਕਹੀ ਜਾ ਰਹੀ ਹੈ ਕਿ ਸਿਵਲਾਈਜੇਸ਼ਨ ਖਤਮ ਹੋ ਸਕਦਾ ਹੈਗਾ ਉਸ ਤਰੀਕੇ ਨਾਲ। ਪੰਜਾਬ ਬਾਰੇ ਤਾਂ 30 ਸਾਲ 'ਚ ਹੀ ਕਿਹਾ ਜਾ ਰਿਹਾ 30 ਸਾਲ 'ਚ ਪਾਣੀ ਖਤਮ ਹੋ ਜੂ ਇੱਥੇ। ਨਹੀਂ ਦੇਖੋ, ਉਹ ਆਪਾਂ ਹਮੇਸ਼ਾ ਇਹ ਜੇ ਕ੍ਰਾਈਸਿਸ 'ਚੋਂ ਆਉਂਦੇ ਗਏ ਹਾਂ, ਆਪਾਂ ਉਹਦੇ ਹੱਲ ਕੱਢਦੇ ਗਏ ਹਾਂ। ਹਾਂ ਠੀਕ ਆ, ਜਿਹੜੀ ਚੀਜ਼ ਨਹੀਂ ਸਾਡੇ ਤੋਂ ਸੋਲਵ ਹੁੰਦੀ ਉਹਦੇ ਪਿੱਛੇ ਹਟ ਜਾਓ। ਮਤਲਬ ਜੇ ਸਿੱਖ ਸਿਧਾਂਤ ਦੇ ਹਿਸਾਬ ਨਾਲ ਵੀ ਆਪਾਂ ਸੋਚਣਾ ਹੈ ਤਾਂ ਇੱਕ ਮੋਡਰੇਸ਼ਨ ਦਾ ਸਿਧਾਂਤ ਹੈ। ਇਹ ਨਹੀਂ ਗਾ ਕਿ ਬਿਲਕੁਲ ਪਿੱਛੇ ਜਾਂਦੇ ਰਹੋ, ਤੇ ਇਹ ਵੀ ਨਹੀਂ ਕਿ ਬਿਲਕੁਲ ਐਕਸਟ੍ਰੀਮ ਤੇ ਜਾਂਦੇ ਰਹੋ। ਮੈਂ ਕਹਿੰਦਾ ਅੱਗੇ ਤੇ ਪਿੱਛੇ ਕੀ ਹੈਗਾ, ਇਹੀ ਸਮੇਂ ਨੂੰ ਅਸੀਂ ਐ ਕਿਉਂ ਅੱਗੇ ਤੇ ਪਿੱਛੇ ਕੀ ਆ? ਕੁਝ ਵੀ ਨਹੀਂ ਹੈਗਾ। ਇਹ ਅੱਗੇ ਤੇ ਪਿੱਛੇ ਤਾਂ ਸਮਝ ਗਏ ਨਾ ਮੇਰੀ ਗੱਲ। ਸਮਾਂ ਕੀ ਹੈਗਾ ਆਪਦੇ ਆਪ 'ਚ? ਚਲੋ ਆਪਾਂ ਸਾਈਕਲ ਦੇ ਹਿਸਾਬ ਨਾਲ ਲੈ ਲੈਂਦੇ ਹਾਂ। ਸਮਾਂ ਕੀ ਹੈਗਾ? ਸਮਾਂ ਕੁਝ ਵੀ ਨਹੀਂ ਹੈਗਾ। ਹਾਂਜੀ, ਸਮਾਂ ਅਸੀਂ ਟਾਈਮ ਨੂੰ ਅਸੀਂ ਉਹ ਕਰਦੇ ਹਾਂ। ਟਾਈਮ ਕੀ? ਟਾਈਮ ਕੁਝ ਵੀ ਨਹੀਂ ਹੈਗਾ। ਨਹੀਂ, ਟਾਈਮ ਦੀ ਡਿਮੈਂਸ਼ਨ ਤਾਂ ਚਲੋ ਗੈਰ ਉਹ ਮੈਂ ਮੰਨਦਾ ਕਿ ਬੰਦੇ ਦੀ ਅਵਸਥਾ ਉਹ ਕਹਿੰਦਾ ਟਾਈਮ ਕੀ, ਮੇਰੇ ਲਈ ਟਾਈਮ ਦਾ ਮੀਨਿੰਗ ਨਹੀਂ ਗਾ। ਸਿੱਧੂ ਕ੍ਰਿਸ਼ਨਾ ਮੂਰਤੀ ਕਹਿੰਦਾ ਮੇਰੇ ਲਈ ਟਾਈਮ ਦਾ ਹੋਰ ਬੜੀਆਂ ਆਸਟ੍ਰੇਲੀਆ 'ਚ ਐਸੀਆਂ ਸਿਵਲ ਸਭਿਅਤਾਵਾਂ ਜਿਹੜੀਆਂ ਸਮੇਂ ਨੂੰ ਕੋਈ ਇੰਪੋਰਟੈਂਸ ਹੀ ਨਹੀਂ ਦਿੰਦੀਆਂ। ਉਹ ਕਹਿੰਦੀ ਦਿਨ ਰਾਤ ਤਾਂ ਹੀ ਚੜ੍ਹਦੇ ਰਹਿਣੇ ਆ। ਐਮਾਜ਼ੋਨ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੀ 150 ਸਾਲ ਦੀ, ਕਹਿੰਦੇ 125 ਸਾਲ ਦੀ ਉਮਰ ਹੋਊਗੀ। ਹਾਂ, ਉਹਨਾਂ ਨੂੰ ਟਾਈਮ ਦਾ, ਉਹਨਾਂ ਨੂੰ ਪੁੱਛੋ ਜਾ ਕੇ ਤੁਹਾਡੀ ਉਮਰ ਕਿੰਨੀ ਆ, ਉਹਨਾਂ ਨੂੰ ਪਤਾ ਹੀ ਨਹੀਂ ਸਾਡੀ ਉਮਰ ਕਿੰਨੀ ਆ। ਆਪਣੇ ਵੀ ਪਹਿਲਾਂ ਆਹੀ ਹੁੰਦਾ ਸੀ, ਕਿਹੜਾ ਕੋਈ ਐਡਾ ਗਿਣਿਆ ਮਿੱਥਿਆ ਤਾਂ ਮੈਂ ਟਾਈਮ ਦੀ ਗੱਲ ਕਰਦਾ ਨਾ। ਅੱਗੇ ਪਿੱਛੇ, ਅੱਗੇ ਕੀ ਆ ਪਿੱਛੇ ਕੀ ਹੈਗਾ। ਚਲੋ ਆਪਾਂ ਇਹ ਡਿਬੇਟ ਆ ਜਿਹੜੀ। ਹਾਂਜੀ, ਮੈਂ ਤਾਂ ਹੀ ਹੁਣ ਹੋਰ ਖੋਲ ਰਿਹਾ ਇਹਨੂੰ। ਫਿਰ ਨਹੀਂ, ਅੱਗੇ ਕੀ ਹੁੰਦਾ ਪਿੱਛੇ ਕੀ ਹੁੰਦਾ, ਕੁਝ ਵੀ ਨਹੀਂ। ਗੱਲ ਕੀ ਉਹ ਇੰਪੋਰਟੈਂਟ ਆ। ਆਪਾਂ ਇਹ ਕਹਿੰਦੇ ਕਿ ਆਪਾਂ ਧਰਤੀ ਤੋਂ ਵਸੀਲੇ ਕੱਢ ਕੇ, ਰਿਸੋਰਸਿਸ ਕੱਢ ਕੇ ਉਹਨੂੰ ਵਰਤ ਕੇ ਆਪਦੇ ਹਿਸਾਬ ਨਾਲ ਵਰਤ ਰਹੇ ਆ। ਹੁਣ ਉਹਦੇ 'ਚੋਂ ਦੋ ਤਿੰਨ ਚੀਜ਼ਾਂ ਹੁੰਦੀਆਂ। ਜੇ ਜ਼ਿਆਦਾ ਐਕਸਪਲੋਇਟੇਸ਼ਨ ਹੋਊ ਤਾਂ ਸਮੱਸਿਆਵਾਂ ਤਾਂ ਹੀ ਖੜੀਆਂ ਹੋਈਆਂ ਨੇ ਨਾ। ਹੁਣ ਸਾਰਾ ਮਸਲਾ ਜਦੋਂ ਦਾ ਰਿਸ਼ਤਾ ਉਹਨਾਂ ਲੋੜ ਜਿੰਨਾ ਸੀਗਾ। ਨਹੀਂ, ਇੱਕ ਮਿੰਟ, ਆਪਾਂ ਇਹਨੂੰ ਕੁਦਰਤੀ ਜਾਂ ਗੈਰ ਕੁਦਰਤੀ ਡਿਫਾਈਨ ਕਰਨ ਲੱਗ ਜਾਂਦੇ ਆ, ਪਰਿਭਾਸ਼ਿਤ ਉਵੇਂ ਕਰਨ ਲੱਗ ਜਾਂਦੇ ਆ। ਆਪਾਂ ਇਹ ਗੱਲ ਕਰਦੇ ਹਾਂ ਕਿ ਜਿਵੇਂ ਕੁਦਰਤ ਨੂੰ ਨੁਕਸਾਨ ਹੋ ਜੂ। ਨੁਕਸਾਨ ਕੁਦਰਤ ਨੂੰ ਨਹੀਂ ਹੋ ਰਿਹਾ। ਨੁਕਸਾਨ ਜੇ ਉਸ ਵਸੀਲਿਆਂ ਨੂੰ ਕੱਢ ਕੇ ਆਪਾਂ ਇਸ ਦੇਹ ਨੂੰ ਸੁੱਖ ਦੇ ਰਹੇ ਹਾਂ, ਤੇ ਇਸ ਦੇਹ ਨੂੰ ਹੀ ਦੁੱਖ ਹੋਣਾ ਹੈ ਜੇ ਫਲੱਡ ਜ਼ਿਆਦਾ ਆ ਜਾਣੇ ਆ। ਠੀਕ ਹੈ ਨਾ। ਕੁਦਰਤ ਨੇ ਤਾਂ ਕਿਸੇ ਹੋਰ ਰੂਪ 'ਚ ਵੀ ਵਿਕਸਿਤ ਹੋ ਜਾਣਾ। ਕੁਦਰਤ ਨੇ ਤਾਂ ਕਿਸੇ ਹੋਰ ਰੂਪ 'ਚ ਆ ਜਾਣਾ। ਉਹਦੇ ਵੱਧ ਤੋਂ ਵੱਧ ਇਹ ਹੋਊਗਾ ਕਿ ਵੀ ਜਿਹੜਾ ਇਨਸਾਨ ਐਜ਼ ਅ ਸਪੀਸ਼ੀਜ਼ ਆ, ਪ੍ਰਜਾਤੀ, ਉਹਦੇ 'ਚੋਂ ਖਤਮ ਹੋ ਜੂ, ਕੋਈ ਹੋਰ ਪ੍ਰਜਾਤੀਆਂ ਹੋ ਜਾਣਗੀਆਂ। ਇਹ ਆ ਜੇ ਕਾਰਬਨ ਵੱਧ ਗਈ ਤਾਂ ਪਲੈਂਕਟਨਸ ਹੋ ਜਾਣਗੇ। ਕੁਦਰਤ ਨੇ ਤਾਂ ਚੱਲਦੇ ਹੀ ਰਹਿਣਾ। ਕੁਦਰਤ ਨੇ ਤਾਂ ਜਿਵੇਂ ਬਾਬੇ ਨਾਨਕ ਨੇ ਆਖਿਆ ਵੀ ਉਹਨੇ ਤਾਂ ਬੇਪਰਵਾਹ ਹੋ ਕੇ ਉਹਨੇ ਉਹ ਚੱਲਦੇ ਰਹਿਣਾ। ਠੀਕ ਹੈ। ਜਿਹੜੀ ਨੂੰ ਇਨਸਾਨ ਆਪਦੇ ਆਪ ਨੂੰ ਸੈਂਟਰ ਸਮਝ ਕੇ, ਸਾਰੀ ਗੱਲ ਦਾ ਕੇਂਦਰ ਸਮਝ ਕੇ ਉਹਨੂੰ ਕੁਦਰਤੀ ਗੈਰ ਕੁਦਰਤੀ ਡਿਫਾਈਨ ਕਰਦਾ। ਉਹ ਕੁਦਰਤੀ, ਜਿਵੇਂ ਮੈਂ ਕਹਿੰਦਾ ਕਿ ਜਦੋਂ ਉਹ ਐ ਹੁੰਦਾ ਸੀਗਾ ਕਿ ਜਦੋਂ ਉਹਨੂੰ ਮੌਜੂਦਗੀ ਆਪਦੀ ਐਂ ਲੱਗਦੀ ਸੀ ਕਿ ਦੁਨੀਆ ਤੇ ਜਾਂ ਬ੍ਰਹਿਮੰਡ 'ਚ ਜਾਂ ਇਸ ਧਰਤੀ ਤੇ ਮੇਰੀ ਮੌਜੂਦਗੀ ਵੀ ਉਨੀ ਇੰਪੋਰਟੈਂਟ ਹੈ ਜਿੰਨੀਆਂ ਕੀੜਿਆਂ ਦੇ ਭੌਣ ਦੀ ਹੈ। ਬਸ ਫਿਰ ਉਹ ਸੋਚਣੋਂ ਹਟ ਜਾਊਗਾ। ਫਿਰ ਇੰਪੋਰਟੈਂਸ ਮੰਨਦਾ ਰਿਹਾ ਨਾ ਇੱਕ ਦੌਰ 'ਚ ਫਿਰ ਕਿ ਇਹਨੂੰ ਵੀ ਰੱਬ ਨੇ ਉਨਾ, ਹੈ ਨਾ। ਜੇ ਇਹ ਮੇਰੇ ਖੇਤ 'ਚ ਆ ਕੇ ਕੁਛ ਖਾ ਰਿਹਾ ਹੈਗਾ ਤਾਂ ਇਹ ਖੇਤ ਉਹਦੇ ਲਈ ਵੀ ਉਗਾ ਰਿਹਾ, ਮੇਰੇ ਇਕੱਲੇ ਲਈ ਨਹੀਂ ਉਗਾ ਰਿਹਾ ਹੈਗਾ। ਇਹ ਕੀੜਿਆਂ ਲਈ ਵੀ ਉਗਾ ਰਿਹਾ, ਪਤੰਗਿਆਂ ਲਈ ਵੀ ਉਗਾ ਰਿਹਾ। ਹੁਣ ਬੰਦਾ ਕਹਿੰਦਾ ਚੱਕੋ ਰਾਉਂਡ ਅਪ ਤੇ ਨਹੀਂ, ਉਹ ਆਏ ਆ ਨਾ। ਹੁਣ ਪਹਿਲਾਂ ਇਨਸਾਨ ਨੂੰ ਇਸ ਗੱਲ ਦਾ ਕੀੜੇ ਤਾਂ ਚਾਹੀਦੇ ਨਹੀਂ। ਇੱਕ ਸਪਿਰਿਚੁਅਲ, ਜਦੋਂ ਬਾਇਓਡਾਇਵਰਸਿਟੀ 'ਚੋਂ ਚੀਜ਼ਾਂ ਮਿਸ ਹੁੰਦੀਆਂ ਨੇ, ਹਾਂਜੀ, ਇਹ ਸਪਿਰਿਚੁਅਲ ਉਹਦੇ ਕਾਰਨ ਆ ਨਾ। ਜੋ ਚੀਜ਼ਾਂ ਮਿਸ ਹੋ ਰਹੀਆਂ ਉਹਦਾ ਅਸਰ ਸਾਡੇ ਤੇ ਹੈਗਾ। ਦੇਖੋ ਇਹ ਪਹਿਲਾਂ ਉਹਨੇ ਸਪਿਰਿਚੁਅਲ ਜਰਨੀ 'ਚੋਂ ਇਹ ਚੀਜ਼ ਲੱਭੀ ਸੀਗੀ ਕਿ ਵੀ ਮੈਂ ਕੀੜਿਆਂ ਨੂੰ ਨਹੀਂ ਮਾਰਨਾ, ਫਲਾਨਾ ਨਹੀਂ ਕਰਨਾ, ਇਹਨੂੰ ਲਾਈਵ ਰੱਖਣਾ। ਠੀਕ ਹੈ ਜੀ। ਹੁਣ ਉਹਨੂੰ ਉਹਦੇ ਨੱਕਾਂ 'ਤੇ ਪੈ ਰਹੀ ਆ ਸਾਇੰਸ ਦੇ ਥਰੂ। ਸਾਇੰਸ ਉਹਨੂੰ ਸਮਝਾ ਰਹੀ ਆ ਕਿ ਵੀ ਇਹ ਬਚਾਉਣੇ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਹੀ ਤੇਰੀ ਐਗਜ਼ਿਸਟੈਂਸ ਆ। ਦੂਸਰੀ ਗੱਲ, ਜਦੋਂ ਆਪਾਂ ਕਹਿੰਦੇ ਆ ਕਿ ਵੀ ਪਹਿਲਾਂ ਆਪਾਂ ਆਏ ਸੀ, ਮੈਂ ਕਹਿੰਦਾ ਕਿ ਜਦੋਂ ਤੁਸੀਂ ਹੰਟਰ ਮੋਡ 'ਚ ਸੀ, ਜਦੋਂ ਪਹਿਲੀ ਵਾਰ ਤੁਸੀਂ ਐਗਰੀਕਲਚਰ ਮੋਡ 'ਚ ਆਏ, ਤੁਸੀਂ ਪਹਿਲੀ ਵਾਰ ਖੇਤੀਬਾੜੀ ਵਾਲੇ ਮੋਡ 'ਚ ਆਏ, ਤਾਂ ਤੁਸੀਂ ਕੁਛ ਪੇੜ ਕੱਟੇ ਹੋਣੇ, ਕੋਈ ਦਰਖਤ ਕੱਟਦੇ, ਕੁਛ ਤਬਾਹੀਆਂ ਕਰਤੀਆਂ ਤੇ ਇੱਕ ਏਰੀਆ ਨੂੰ ਸਾਫ਼ ਕਰਤਾ। ਉਦਣ ਤੁਸੀਂ ਜਾਨਵਰ ਨੂੰ ਪਾਲਤੂ ਬਣਾਇਆ। ਤੁਸੀਂ ਜਾਨਵਰ ਨੂੰ ਪਾਲਤੂ ਬਣਾ ਲਿਆ। ਕੁੱਤਾ ਕਦੇ ਪਾਲਤੂ ਨਹੀਂ ਸੀ, ਮੱਝ ਘੋੜੇ ਤੇ ਸਵਾਰੀ ਕਰ ਲਈ ਤੁਸੀਂ, ਇਹਨੂੰ ਪਾਲਤੂ ਬਣਾਇਆ। ਇਹ ਸਾਰਾ ਕੁਛ ਤਾਂ ਇਹ ਵੀ ਤਾਂ ਗੈਰ ਕੁਦਰਤੀ ਵਰਤਾਰਾ ਸੀ ਨਾ ਉਸ ਸਮੇਂ ਦੇ ਹਿਸਾਬ ਨਾਲ। ਇਹ ਪਾਲਤੂ ਨਹੀਂ ਸੀ। ਹਾਂ, ਇਹ ਪਾਲਤੂ ਨਹੀਂ ਸੀ। ਉਹਦਾ ਆਨੰਦ ਲੈਂਦੇ ਸੀ। ਤੁਸੀਂ ਦੇਖੋ ਨਾ, ਵੈਸੇ ਵੀ ਤਾਂ ਇੱਕ ਏਰੀਆ ਕੱਟ ਕੇ ਕਿੰਨੇ ਆਪਾਂ ਪਸ਼ੂ ਪਕਸ਼ੀ ਉਜਾੜੇ, ਕਿੰਨਾ ਕੁਛ। ਹੁਣ ਫਰਕ ਸਿਰਫ ਇੰਨਾ ਹੈ ਕਿ ਅੱਜ ਆਪਾਂ ਨੂੰ ਇਹ ਗੈਰ ਕੁਦਰਤੀ ਤਾਂ ਲੱਗਣ ਲੱਗ ਗਿਆ ਕਿ ਆਪਾਂ ਇਹਦਾ ਸਕੇਲ ਇੰਨਾ ਚੱਕਤਾ, ਇਹ ਆਪਣੇ ਤੇ ਅਸਰ ਕਰਨ ਲੱਗ ਗਿਆ ਹੁਣ।
ਠੀਕ ਹੈ ਨਾ। ਇਹ ਆਪਾਂ ਨੂੰ ਜਦੋਂ ਦਰਦ ਦਿੰਦਾ ਤਾਂ ਆਪਾਂ ਇਨਸਾਨ ਉਵੇਂ ਹੀ ਆ, ਅੱਜ ਉੱਥੇ ਹੀ ਖੜਾ ਹੈ ਦੁਬਾਰਾ, ਜਿਵੇਂ ਗਲੇਲੀਓ ਵੇਲੇ ਖੜਾ ਸੀ ਕਿ ਮੈਂ ਹੀ ਕੇਂਦਰ ਹਾਂ। ਹੈ ਆਪਾਂ ਕੁਦਰਤ ਨੂੰ ਆਪਦੇ ਹਿਸਾਬ ਨਾਲ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਗੱਲ ਬਿਲਕੁਲ ਗਲਤ। ਆਪਾਂ ਨੂੰ ਇਹ ਕਹਿਣਾ ਚਾਹੀਦਾ ਕਿ ਭਾਈ ਜੇ ਐਂ ਕਰੋਗੇ ਤਾਂ ਇਨਸਾਨ ਇਸ ਜਾਮੇ 'ਚ ਰਹਿਣਾ ਮੁਸ਼ਕਿਲ ਹੋ ਜੂ ਸਾਨੂੰ, ਨਾ ਕਿ ਕੁਦਰਤੀ ਗੈਰ ਕੁਦਰਤ ਤਾਂ ਜੋ ਕੁਛ ਵੀ ਬਣ ਰਿਹਾ ਇੱਥੇ, ਚਾਹੇ ਆ ਮਾਈਕ ਬਣਿਆ, ਚਾਹੇ ਮੈਂ ਬੋਲ ਰਿਹਾ, ਤੁਸੀਂ ਗੱਲ ਕਰ ਰਹੇ ਹੋ, ਕੋਈ ਕਮਰੇ ਬਣ ਰਹੇ ਆ ਇੱਟਾਂ ਨਾਲ ਬਣਾ ਰਹੇ ਹੋ, ਨਿਕਲ ਤਾਂ ਸਾਰਾ ਕੁਛ ਇਸੇ ਕੁਦਰਤ 'ਚੋਂ ਹੀ ਰਿਹਾ ਨਾ। ਅਤੇ ਉਹਨੂੰ ਡਿਜ਼ਾਈਨ ਕਰਨ ਵਾਲਾ ਵੀ ਤਾਂ ਉਸੇ ਕੁਦਰਤ ਦੀ ਦਿੱਤੀ ਵੀ ਬਲਬੁੱਧੀ ਆ ਨਾ। ਹਾਂ ਨਹੀਂ, ਪਰ ਇਸ ਜਿਹੜਾ ਇੰਨਾ ਜ਼ਿਆਦਾ ਸ਼ਹਿਰੀਕਰਨ ਹੋਇਆ, ਜਿਵੇਂ ਕਹਿੰਦੇ ਨਿਊਯਾਰਕ ਦੀਆਂ ਕੁਛ ਇਮਾਰਤਾਂ ਧੱਸਣ ਵਾਲੀਆਂ ਨੇ ਇਸ ਟਾਈਮ, ਚੰਡੀਗੜ੍ਹ ਦੀ ਅੰਦਰ ਹੀ ਹਾਲ ਆ। ਮੈਂ ਹੈਰਾਨ ਹੋ ਗਿਆ। ਤੁਸੀਂ ਵੇਖੋ ਨਿਊਯਾਰਕ ਤੋਂ ਮੇਰੀ ਭਾਂਜੀ ਹੁਣ ਉੱਥੇ ਪਾਰਸਨਸ ਦੇ ਵਿੱਚ ਆਰਟਸ ਕਰਦੀ ਆ, ਉਹ ਕਹਿੰਦੀ ਕਿ ਉਹ ਇਸ ਗੱਲ 'ਤੇ ਬੜੀ ਖੁਸ਼ ਹੈ ਕਿ ਵੀ ਹੁਣ ਮੈਨੂੰ ਨਿਊਯਾਰਕ ਦੇ ਵਿੱਚ ਉਹ ਕਮਰਾ ਮਿਲ ਗਿਆ ਹੈ ਜਿਹਦੇ ਵਿੱਚ ਖਿੜਕੀ ਆ। ਹੁਣ ਤੁਸੀਂ ਸੋਚੋ ਕੀ ਜੀਵਨ ਹੋਊਗਾ ਕਿ ਇਦੋਂ ਪਹਿਲਾਂ ਉਹ ਉਸ ਕਮਰੇ 'ਚ ਰਹੇ ਜਿਹਦੇ ਕੋਈ ਵਿੰਡੋ ਹੈ ਨਹੀਂ ਸੀ, ਵੈਂਟੀਲੇਸ਼ਨ ਵਿੰਡੋ ਹੀ ਹੈ ਨਹੀਂ ਸੀ, ਹੈ ਨਾ। ਮਤਲਬ ਕਿੱਡਾ ਕਲੋਸਟਰੋਫੋਬਿਕ, ਤੇ ਕਿ ਆਪਾਂ ਉਹਨੂੰ ਸੋਚ ਹੀ ਨਹੀਂ ਸਕਦੇ, ਤਸੱਵੁਰ ਨਹੀਂ ਕਰ ਸਕਦੇ। ਪਿੰਡ 'ਚ ਰਹਿੰਦਾ ਬੰਦਾ ਤਾਂ ਵੈਸੇ ਹੀ ਕਹੂਗਾ। ਤਾਂ ਬੈਲੈਂਸ ਬੇਸਿਕਲੀ ਬਣਾਉਣ ਦੀ ਲੋੜ ਆ ਸਾਨੂੰ। ਮੈਂ ਕਹਿੰਦਾ ਮੋਡਰੇਸ਼ਨ ਬਣਾਉਣ ਦੀ ਲੋੜ ਆ, ਮਾਡਰਨਿਟੀ ਨਾਲ ਵੀ ਤੇ ਨੇਚਰ ਨਾਲ ਵੀ, ਉਹ ਬਣਾਉਣ ਦੀ ਲੋੜ ਆ। ਅਤੇ ਉਹ ਲੋੜ ਕੁਦਰਤ ਨੂੰ ਨਹੀਂ ਗੀ, ਉਹ ਇਨਸਾਨ ਨੂੰ ਲੋੜ ਆ। ਉਹ ਇਨਸਾਨ ਨੇ ਇਸ ਜਿਸਮ ਪਿੱਛੇ, ਇਸ ਦੇਹ ਪਿੱਛੇ ਬਣਾਉਣਾ ਹੈ, ਕਿਉਂਕਿ ਇਹਨੂੰ ਸਰਵਾਈਵ ਕਰਾਉਣ ਵਾਸਤੇ ਉਹਨੂੰ ਉਸ ਬੈਲੈਂਸ ਦੀ ਲੋੜ ਆ ਜਿਹਦੇ ਵਿੱਚ ਉਹ ਪ੍ਰਫੁੱਲਿਤ ਹੋਇਆ ਜਾਂ ਬਣਿਆ। ਧੰਨਵਾਦ ਬਰਾੜ ਸਾਹਿਬ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।